ਵੂਮਨ ਤੇ ਵੈਦਰ ਇਹਨਾਂ ਦਾ ਕੋਈ ਭਰੋਸਾ ਨਹੀਂ ਪਰ ਕਿਸੇ ਹੱਦ ਤੱਕ ਇਹ ਗੱਲ ਸਹੀ ਵੀ ਆ ਕਿਸੇ ਹੱਦ ਤੱਕ ਨਹੀਂ ਹੈਗੀ ਪਰ ਜਿਹੜਾ ਵੈਦਰ ਆ ਜੀ ਉਹਦਾ ਕੋਈ ਭਰੋਸਾ ਨਹੀਂ ਇਹ ਆਪਾਂ ਕਹਿ ਸਕਦੇ ਆ ਸੋ ਪਿਛਲੇ ਵੀਕ ਫਰਾਈਡੇ ਤੱਕ ਇੰਨੀ ਗਰਮੀ ਸੀਗੀ ਕਿ ਇਹ ਲੱਗ ਰਿਹਾ ਸੀਗਾ ਕਿ ਹੁਣ ਦੁਬਾਰਾ ਵਿੰਟਰ ਨਹੀਂ ਆਊਗੀ ਕਿਆਰੀਆਂ ਬਣਾ ਲਓ ਬੂਟੇ ਫੁੱਲ ਬੂਟੇ ਲਾ ਲਓ ਪਰ ਹੁਣ ਜਿਹੜਾ ਅੱਜ ਦਾ ਵੈਦਰ ਆ ਜੀ ਹੇਲ ਵੀ ਪੈ ਰਹੀ ਆ ਵਿੱਚ ਸਨੋ ਵੀ ਪੈ ਰਹੀ ਆ ਔਰ ਫਿਰ ਦੁਬਾਰਾ ਟੈਂਪਰੇਚਰ ਜਿਹੜਾ ਸਿੰਗਲ ਡਿਗਰੀ ਤੇ ਪਹੁੰਚ ਚੁੱਕਿਆ ਹੈਗਾ ਕੀ ਕਹਿਣਾ ਚਾਹੋਗੇ ਲਖਵੀਰ ਬਿਲਕੁਲ ਜੀ ਸੋ ਲਾਸਟ ਵੀਕ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਉਦੋਂ ਇਦਾਂ ਲੱਗ ਰਿਹਾ ਸੀ ਵੀ ਸਮਰ ਦੀ ਸਟਾਰਟਿੰਗ ਹੋ ਗਈ ਹੈ ਬਹੁਤ ਵਧੀਆ ਤੇ ਬਟ ਜਦੋਂ ਅੱਜ ਦੇਖਿਆ ਤਾਂ ਜਿੱਦਾਂ ਲੱਗਦਾ ਵਿੰਟਰ ਦੀ ਸਟਾਰਟਿੰਗ ਹੋ ਗਈ ਬਿਲਕੁਲ ਔਰ ਮੇਰੇ ਮੰਮੀ ਕਹਿੰਦੇ ਕਿ ਬੱਚਿਆਂ ਦੀਆਂ ਜੈਕਟਾਂ ਵਿੱਚ ਰੱਖਦੀਆਂ ਹੁਣ ਕਿਹੜਾ ਇਹਨਾਂ ਨੇ ਪਾਣੀਆਂ ਨੇ ਇੰਨਾ ਸ਼ੁਕਰ ਕਿ ਅਸੀਂ ਵਾਸ਼ ਵੂਸ਼ ਕਰਕੇ ਟੈਚੀਆਂ 'ਚ ਨਹੀਂ ਪਾ ਦਿੱਤੀਆਂ ਨਹੀਂ ਤਾਂ ਫੇਰ ਦੁਬਾਰਾ ਉਤੋਂ ਕੱਢਣੀਆਂ ਪੈਂਦੀਆਂ ਸੋ ਥੈਂਕ ਯੂ ਜੌਲ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਔਰ ਤੁਸੀਂ ਜ਼ਰੂਰ ਲਾਈਵ ਨੂੰ ਸ਼ੇਅਰ ਔਰ ਲਾਈਕ ਕਰਨਾ ਜਿੱਥੇ ਅੱਜ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜਿੱਥੇ ਅੱਜ ਸਾਡੇ ਇੰਸ਼ੋਰੈਂਸ ਦੇ ਰਿਲੇਟਡ ਗੱਲਬਾਤ ਹੋਵੇਗੀ ਕਿਉਂਕਿ ਤੁਹਾਨੂੰ ਪਤਾ ਕਿ ਲਖਵੀਰ ਇੰਸ਼ੋਰੈਂਸ ਇੰਡਸਟਰੀ ਤੋਂ ਬਿਲੋਂਗ ਕਰਦੇ ਹੈਗੇ ਕਾਫੀ ਲੰਬੇ ਸਮੇਂ ਦਾ ਤਜਰਬਾ ਉਤੇ ਹੀ ਤੁਹਾਡੇ ਕੋਈ ਸਵਾਲ ਨਹੀਂ ਇੰਸ਼ੋਰੈਂਸ ਨੂੰ ਲੈ ਕੇ ਤੁਸੀਂ ਕੋਈ ਪਾਲਿਸੀਜ਼ ਕਰਵਾਈਆਂ ਨੇ ਲਾਈਵ ਤੁਸੀਂ ਕੁਝ ਪੁੱਛਣਾ ਚਾਹੁੰਦੇ ਆ ਤਾਂ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਆ ਨੰਬਰ ਇੱਕੋ ਹੀ ਆ 905 226 8686 ਸਟੂਡੀਓ ਦਾ ਨੰਬਰ ਹੈ ਜੀ ਜੇ ਤੁਸੀਂ ਲਾਈਵ ਗੱਲਬਾਤ ਕਰਨੀ ਹੈਗੀ ਆ ਜੀ ਬਿਲਕੁਲ ਅਸੀਂ ਵਧੀਆ ਤੁਸੀਂ ਦੱਸੋ ਢਿੱਲੋਂ ਸਾਹਿਬ ਕਿੱਦਾਂ ਤੇ ਨਾਲ ਦੀ ਨਾਲ ਸਟੂਡੀਓ ਦਾ ਅੱਜ ਦਾ ਜਿਹੜਾ ਟੌਪਿਕ ਆ ਜੀ ਬਹੁਤ ਜ਼ਰੂਰੀ ਹੈਗਾ ਕਿਉਂਕਿ ਜ਼ਿੰਦਗੀ ਦੇ ਵਿੱਚ ਜਿਹੜੇ ਉਤਾਰ ਚੜਾਵ ਨੇ ਜਿਹੜੀਆਂ ਮੁਸ਼ਕਿਲਾਂ ਜਿਹੜੇ ਹਡਲਸ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਉਹ ਬਹੁਤ ਤੰਗ ਕਰਦੇ ਆ ਪਰ ਕਿਸੇ ਹੱਦ ਤੱਕ ਇਹ ਜਿਹੜੇ ਹਡਲਸ ਨੇ ਕਿਸੇ ਹੱਦ ਤੱਕ ਜਿਹੜੀਆਂ ਇਹ ਮੁਸ਼ਕਿਲਾਂ ਜਿਹੜੀਆਂ ਪਰੇਸ਼ਾਨੀਆਂ ਜਿਹੜੀਆਂ ਕਹਿੰਦੇ ਚੁਣੌਤੀਆਂ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਉਹ ਕਿਤੇ ਨਾ ਕਿਤੇ ਸਾਨੂੰ ਜ਼ਿੰਦਾ ਰੱਖਦੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਜੇ ਇਹ ਚੁਣੌਤੀਆਂ ਇਹ ਟੈਨਸ਼ਨਸ ਜਾਂ ਇਹ ਸਟਰਗਲ ਸਾਡੀ ਜ਼ਿੰਦਗੀ ਦੇ ਵਿੱਚ ਨਾ ਆਵੇ ਸਮੂਥਲੀ ਸਾਡੀ ਜ਼ਿੰਦਗੀ ਚੱਲਦੀ ਰਹੇ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਜੀਣਾ ਭੁੱਲ ਜਾਂਦੇ ਹਾਂ ਕਿਤੇ ਨਾ ਕਿਤੇ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਉਤਸ਼ਾਹਤ ਜਦੋਂ ਆਪਾਂ ਨੂੰ ਕੁਝ ਅਚੀਵ ਕਰਦੇ ਹਾਂ ਉਦੋਂ ਇੱਕ ਅਜੀਬ ਜੀ ਖੁਸ਼ੀ ਹੁੰਦੀ ਆ ਪਰ ਜੇ ਉਹੀ ਚੀਜ਼ ਸਮੂਥਲੀ ਸਾਨੂੰ ਮਿਲ ਜੇ ਤਾਂ ਮੈਨੂੰ ਲੱਗਦਾ ਓਨੀ ਖੁਸ਼ੀ ਨਹੀਂ ਮਿਲਦੀ ਬਿਲਕੁਲ ਜੀ ਸੋ ਕੋਈ ਵੀ ਚੀਜ਼ ਆ ਆਪਾਂ ਜਦੋਂ ਉਹਨੂੰ ਪਾਉਣ ਦੇ ਲਈ ਸਟਰਗਲ ਕਰਦੇ ਆ ਮਿਹਨਤ ਕਰਦੇ ਆ ਫਿਰ ਐਟ ਦਾ ਐਂਡ ਜਦੋਂ ਅਸੀਂ ਉਹ ਆਪਣਾ ਗੋਲ ਅਚੀਵ ਕਰ ਲੈਂਦੇ ਆ ਡੈਫੀਨਿਟਲੀ ਉਹਦੀ ਜਿਹੜੀ ਖੁਸ਼ੀ ਆ ਮੈਨੂੰ ਨਹੀਂ ਲੱਗਦਾ ਵੀ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਕਰ ਸਕਦੇ ਜੀ ਸੋ ਉਹਦੀ ਖੁਸ਼ੀ ਵੀ ਅਲੱਗ ਆ ਸੋ ਜਿੱਦਾਂ ਤੁਸੀਂ ਕਿਹਾ ਵੀ ਉਹ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਆਉਂਦੇ ਰਹਿੰਦੇ ਆ ਬਟ ਇਹਨਾਂ ਉਤਾਰ ਚੜਾਅ ਦੇ ਵਿੱਚ ਵੀ ਸਾਨੂੰ ਇੱਕ ਚੀਜ਼ ਜਿਹੜੀ ਕਿ ਬਹੁਤ ਧਿਆਨ ਦੇ ਵਿੱਚ ਰੱਖਣੀ ਪੈਂਦੀ ਹੈ ਸਾਡਾ ਪੋਜ਼ਿਟਿਵ ਮਾਈਂਡਸੈਟ ਜੀ ਬਿਲਕੁਲ ਅੱਜ ਦਾ ਟੌਪਿਕ ਵੀ ਸਾਡਾ ਇਹਦੇ ਰਿਲੇਟਡ ਹੀ ਰਹੇਗਾ ਸੋ ਜਿਹੜਾ ਤੁਸੀਂ ਸਾਡੇ ਨਾਲ ਸ਼ਿਰਕਤ ਕਰ ਰਹੇ ਹੈਗੇ ਅੱਜ ਦੇ ਟੌਪਿਕ ਮੁਤਾਬਿਕ ਉਹ ਹੈਗਾ ਪੋਜ਼ਿਟਿਵਿਟੀ ਸਾਡੇ ਮਾਈਂਡ ਦੀ ਪੋਜ਼ਿਟਿਵ ਐਟੀਟਿਊਡ ਜਾਂ ਇਹ ਕਹਿ ਲਓ ਕਿ ਪੋਜ਼ਿਟਿਵਿਟੀ ਜਿਹੜੀ ਸਾਡੇ ਮਾਈਂਡ ਵਾਸਤੇ ਜਾਂ ਸਾਡੀ ਲਾਈਫ ਵਾਸਤੇ ਕੀ ਜ਼ਰੂਰੀ ਹੈਗੀ ਆ ਜਾਂ ਨੈਗੇਟਿਵਿਟੀ ਜ਼ਰੂਰੀ ਹੈਗੀ ਆ ਸਾਨੂੰ ਮੋਟੀਵੇਟ ਕੌਣ ਕਰਦਾ ਪੋਜ਼ਿਟਿਵਿਟੀ ਜਾਂ ਨੈਗੇਟਿਵਿਟੀ ਅੱਜ ਦਾ ਇਹ ਕੁਐਸਚਨ ਆ ਹੁਣ ਲੈਟਸ ਸੀ ਕਿ ਕਿੰਨੇ ਕੁ ਜਾਣੇ ਇਹ ਕਹਿੰਦੇ ਕਿ ਨੈਗੇਟਿਵਿਟੀ ਸਾਨੂੰ ਮਤਲਬ ਮੋਟੀਵੇਟ ਕਰਦੇ ਆ ਜਾਂ ਪੋਜ਼ਿਟਿਵਿਟੀ ਸਾਨੂੰ ਮੋਟੀਵੇਟ ਕਰਦੀ ਹੈਗੀ ਆ ਮੇਰੇ ਅਕੋਰਡਿੰਗ ਨੈਗੇਟਿਵਿਟੀ ਜ਼ਿਆਦਾ ਮੋਟੀਵੇਟ ਕਰਦੀ ਇਹ ਸਟੇਟਮੈਂਟ ਦੇ ਨਾਲ ਮੈਂ ਬਿਲਕੁਲ ਐਗਰੀ ਕਰਦਾ ਵਾਂ ਸੋ ਡਿਪੈਂਡ ਕਰਦਾ ਅਸੀਂ ਉਹ ਜਿਹੜੀ ਨੈਗੇਟਿਵਿਟੀ ਆਪਾਂ ਨੂੰ ਮਿਲਦੀ ਆ ਅਸੀਂ ਉਹਨੂੰ ਆਪਣੀ ਪਰਸਨਲ ਲਾਈਫ ਦੇ ਵਿੱਚ ਪੋਜ਼ਿਟਿਵਿਟੀ ਦੇ ਵਿੱਚ ਕਿਸ ਤਰ੍ਹਾਂ ਕਨਵਰਟ ਕਰ ਸਕਦੇ ਆ ਹੁਣ ਫੋਰ ਐਗਜ਼ਾਮਪਲ ਆਪਾਂ ਕੋਈ ਕੰਮ ਸਟਾਰਟ ਕੀਤਾ ਜੀ ਸੋ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਕਈ ਵਾਰੀ ਨੈਗੇਟਿਵਿਟੀ ਮਿਲ ਜਾਂਦੀ ਆ ਉਹ ਛੱਡ ਪਰੇ ਤੂੰ ਕਿਹੜੇ ਕੰਮਾਂ ਦੇ ਵਿੱਚ ਪੈ ਗਿਆ ਰਾਈਟ ਤੇ ਆਪਾਂ ਨੂੰ ਕਿੰਨਾ ਕੁਝ ਸੁਣਨ ਨੂੰ ਮਿਲਦਾ ਬਟ ਉੱਥੇ ਇਹ ਆ ਵੀ ਜੇ ਤਾਂ ਉਹ ਨੈਗੇਟਿਵਿਟੀ ਦੇ ਨਾਲ ਅਸੀਂ ਆਪਦੇ ਮਾਈਂਡ ਨੂੰ ਇਸ ਤਰ੍ਹਾਂ ਪ੍ਰਿਪੇਅਰ ਕਰ ਲਿਆ ਵੀ ਨਹੀਂ ਹੁਣ ਇਹਨੂੰ ਕਰਕੇ ਹੀ ਦਿਖਾਉਣਾ ਜੀ ਤੇ ਉਹ ਅਸੀਂ ਪੋਜ਼ਿਟਿਵ ਮਾਈਂਡ ਦੇ ਵਿੱਚ ਕਨਵਰਟ ਕਰ ਲਿਆ ਉਹਨੂੰ ਅਸੀਂ ਉਹਦੇ ਲਈ ਪੋਜ਼ਿਟਿਵ ਸੋਚਣ ਲੱਗ ਗਏ ਜੀ ਸੋ ਜੇ ਅਸੀਂ ਇਹ ਸੋਚ ਲਏ ਨਹੀਂ ਯਾਰ ਫਲਾਣੇ ਨੇ ਮੈਨੂੰ ਇਹ ਗੱਲ ਕਹਿਤੀ ਤੇ ਮੈਨੂੰ ਤਾਂ ਹੁਣ ਕੁਛ ਨਹੀਂ ਅੱਗੇ ਮੈਂ ਕਰ ਨਹੀਂ ਸਕਦਾ ਤਾਂ ਦੈਟ ਮੀਨ ਮੈਂ ਆਪਣਾ ਜਿਹੜਾ ਕੰਟਰੋਲ ਆ ਉਹ ਦੂਜੇ ਬੰਦੇ ਦੇ ਹੱਥ 'ਚ ਦੇ ਰਿਹਾ ਸੋ ਉਹ ਨੈਗੇਟਿਵਿਟੀ ਮੇਰੇ ਤੇ ਹਾਵੀ ਹੋ ਰਹੀ ਹੈ ਜੀ 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 ਬਿਲਕੁਲ ਔਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਨੈਗੇਟਿਵਿਟੀ ਜਾਂ ਪੋਜ਼ਿਟਿਵਿਟੀ ਸੋ ਨੈਗੇਟਿਵਿਟੀ ਸਾਨੂੰ ਮੋਟੀਵੇਟ ਕਰਦੀ ਆ ਜਾਂ ਨਹੀਂ ਕਰਦੀ ਮੈਂ ਕਹਿੰਦੀ ਨੈਗੇਟਿਵਿਟੀ ਤੇ ਲੈ ਕੇ ਚੱਲੀਏ ਤਾਂ ਮੇ ਬੀ ਕਿ ਸਾਰੇ ਜਣੇ ਇਨਪੁਟ ਪਾਣਗੇ ਕਿਉਂਕਿ ਪੋਜ਼ਿਟਿਵਿਟੀ ਦਾ ਤਾਂ ਟੌਪਿਕ ਹੀ ਉੱਥੇ ਬੰਦ ਹੋ ਜਾਣਾ ਸੋ ਨੈਗੇਟਿਵਿਟੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਇਫੈਕਟ ਪਾਉਂਦੀ ਆ ਤੁਸੀਂ ਫਿਲਟਰ ਤੇ ਨਹੀਂ ਜਾਣਾ
ਤੁਸੀਂ ਟੈਨਸ਼ਨ ਨਾ ਲਵੋ, ਮੇਰਾ ਮੂੰਹ ਕੋਈ ਮੋਟਾ ਨਹੀਂ ਹੋਇਆ। ਸੋ ਤੁਸੀਂ ਮੈਨੂੰ ਕਹਿ ਰਹੇ ਆ ਵੀ ਬਾਈ ਦਾ ਮੂੰਹ ਟੇਢਾ ਮੇਢਾ ਹੋ ਗਿਆ। ਓਕੇ, ਸੋ ਤੁਸੀਂ ਫਿਲਟਰ ਤੇ ਨਹੀਂ ਜਾਣਾ। ਜਿਹੜੀ ਗੱਲਬਾਤ ਆਪਣੀ ਚੱਲ ਰਹੀ ਆ ਜੀ ਉਹਦੇ ਨਾਲ ਲੈ ਕੇ ਚੱਲਿਓ ਕਿ ਆਪਣੀ ਜਿਹੜੀ ਨੈਗੇਟਿਵਿਟੀ ਹੈਗੀ ਆ ਜ਼ਿੰਦਗੀ ਦੇ ਵਿੱਚ, ਕੀ ਨੈਗੇਟਿਵਿਟੀ ਸਾਨੂੰ ਮੋਟੀਵੇਟ ਕਰਦੀ ਆ, ਕਿ ਨੈਗੇਟਿਵਿਟੀ ਸਾਨੂੰ ਡਿਪਰੈਸ਼ਨ ਦੇ ਵਿੱਚ ਲੈ ਕੇ ਜਾਂਦੀ ਹੈ, ਕਿ ਨੈਗੇਟਿਵਿਟੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਫਿੱਕ ਪਾਉਂਦੀ ਹੈਗੀ ਆ, ਇੱਕ ਸਾਨੂੰ ਹਨੇਰੇ 'ਚ ਲੈ ਕੇ ਜਾਂਦੀ ਹੈ। ਸੋ ਤੁਸੀਂ ਦੱਸੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕਦੇ ਇਦਾਂ ਦਾ ਕੋਈ ਮੋੜ ਆਇਆ ਜਿੱਥੇ ਤੁਹਾਨੂੰ ਕਾਫੀ ਕੁਝ ਨੈਗੇਟਿਵ ਸੁਣਨ ਨੂੰ ਮਿਲਿਆ, ਕਾਫੀ ਕੁਝ ਨੈਗੇਟਿਵ ਦੇਖਣ ਨੂੰ ਮਿਲਿਆ, ਪਰ ਤੁਹਾਡਾ ਰਿਐਕਸ਼ਨ ਕੀ ਸੀ? ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਸਾਰੇ ਭੈਣ ਭਰਾਵਾਂ ਨੂੰ ਪੁੱਛ ਲੈਣੇ ਆ। ਬਿਲਕੁਲ। ਸੋ ਸਟੂਡੀਓ ਦਾ ਨੰਬਰ 905 226 8686 9052268686 ਤੇ ਕਾਲ ਕਰਕੇ ਤੁਸੀਂ ਦੱਸਣਾ ਜੀ ਕਿ ਨੈਗੇਟਿਵਿਟੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਲੈ ਕੇ ਆਉਂਦੀ ਹੈ, ਚਾਨਣਾ ਜਾਂ ਹਨੇਰਾ। ਇਹ ਚੀਜ਼ ਜ਼ਰੂਰ ਦੱਸਣੀ ਆ, ਚਾਨਣਾ ਜਾਂ ਹਨੇਰਾ। ਨੈਗੇਟਿਵਿਟੀ ਵੈਸੇ ਤਾਂ ਵਰਡ ਜਿਹੜਾ ਹਨੇਰੇ ਦਾ ਨਾਮ ਆ, ਪਰ ਕਿਤੇ ਨਾ ਕਿਤੇ ਇਹ ਜਿਹੜੀ ਨੈਗੇਟਿਵਿਟੀ ਆ ਕਿਸੇ ਦੀ ਜ਼ਿੰਦਗੀ ਦੇ ਵਿੱਚ ਇੱਕ ਚਾਨਣ ਵੀ ਬਣ ਸਕਦੀ ਹੈਗੀ ਆ। ਕਹਿੰਦੇ ਨੈਗੇਟਿਵਿਟੀ ਉੱਥੇ ਦੀ ਲੰਘ ਜਾਂਦੀ ਹੈ, ਚਾਨਣ ਵਿੱਚ ਦੀ ਲੰਘ ਜਾਂਦੀ ਹੈ। ਨਮਸਤੇ ਜੀ, ਸਤਿ ਸ਼੍ਰੀ ਅਕਾਲ ਕਪੂਰ ਸਾਹਿਬ, ਕੀ ਹਾਲ ਚਾਲ? ਸੋ ਤੁਸੀਂ ਆਨਸਰ ਕਰ ਰਹੇ ਆ। ਹੈਲੋ ਜੀ ਨਿਸ਼ਾ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਕਾਲ ਕਰਕੇ ਦੱਸਣਾ ਨੈਗੇਟਿਵਿਟੀ ਦਾ ਕੀ ਰੋਲ ਆ ਸਾਡੀ ਜ਼ਿੰਦਗੀ ਦੇ ਵਿੱਚ। 905 226 8686 905 226 8686 ਤੇ ਗੱਲਬਾਤ ਕੀਤੀ ਜਾ ਸਕਦੀ ਆ। ਨਹੀਂ ਜੀ, ਇਹ ਮੇਰਾ ਛੋਟਾ ਭਰਾ ਹੈਗਾ। ਸੋ ਅਸੀਂ ਦੋਨੇ ਭੈਣ ਭਰਾ ਰਲ ਕੇ ਲਾਈਵ ਸ਼ੋਅ ਕਰ ਰਹੇ ਹੈਗੇ ਆ। ਸੋ ਮੇਰੇ ਹਸਬੈਂਡ, ਤੁਸੀਂ ਆਲਵੇਜ਼ ਟੀਗਲ ਰਿਐਲਟਰਸ ਨੂੰ ਉਹ ਕਮੈਂਟ ਕਰਦੇ ਹੁੰਦੇ ਆ, ਤੁਸੀਂ ਉਹਨਾਂ ਨੂੰ ਦੇਖ ਸਕਦੇ ਹੈਗੇ ਆ। ਸੋ ਇਹ ਛੋਟਾ ਭਰਾ ਵੀ ਹੈਗਾ, ਅਸੀਂ ਟੀਮ ਮੈਂਬਰਸ ਵੀ ਹੈਗੇ ਆ, ਸਾਰਾ ਕੁਝ ਆ। ਥੈਂਕ ਯੂ, ਕੋਈ ਗੱਲ ਨਹੀਂ ਨਿਸ਼ੂ ਜੀ, ਨੋ ਪ੍ਰੋਬਲਮ। ਸੋ ਆਪਾਂ ਗੱਲਬਾਤ ਕਰ ਰਹੇ ਸੀ ਅੱਜ ਦੀ ਨੈਗੇਟਿਵਿਟੀ ਦੀ, ਕਿ ਜ਼ਿੰਦਗੀ ਦੇ ਵਿੱਚ ਨੈਗੇਟਿਵਿਟੀ ਕੀ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਂਦੀ ਆ। ਉਹਦੇ ਨਾਲ ਨਾਲ ਇੰਸ਼ੋਰੈਂਸ ਦੀ ਵੀ ਅਪਡੇਟ ਆਪਾਂ ਲਖਵੀਰ ਤੋਂ ਲਵਾਂਗੇ, ਲਖਵੀਰ ਨਾਲ ਇੰਸ਼ੋਰੈਂਸ ਦੀ ਗੱਲਬਾਤ ਕਰਾਂਗੇ। ਤੁਸੀਂ ਵੀ ਕਿੰਨੇ ਪੈਸੇ ਬਣਦੇ ਲਾਈਵ ਤੋਂ? ਗਿੱਲ ਸਾਹਿਬ, ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਨਾ ਅਸੀਂ ਕਿਸੇ ਤੋਂ ਪੈਸਾ ਲਈਦਾ, ਨਾ ਅਸੀਂ ਕਿਸੇ ਨੂੰ ਪੈਸਾ ਦੇਈਦਾ। ਸੋ ਇਸ ਕਰਕੇ ਇਹ ਸਾਡਾ ਸੋਸ਼ਲ ਮੀਡੀਆ, ਸਾਡਾ ਆਪਣਾ ਚੈਨਲ ਆ, ਤੇ ਅਸੀਂ ਜਿਹੜੇ ਵੀ ਜੋ ਵੀ ਪ੍ਰਮੋਸ਼ਨਸ ਚੱਲਦੀਆਂ ਨੇ, ਕੁਝ ਵੀ ਅਸੀਂ ਕਿਸੇ ਤੋਂ ਕੋਈ ਚਾਰਜ ਨਹੀਂ ਕਰਦੇ। ਥੈਂਕ ਯੂ ਸੋ ਵੈਰੀ ਮਚ, ਤੁਸੀਂ ਟਾਈਮ ਕੱਢ ਕੇ ਆਏ ਆ ਲਾਈਵ ਦੇ ਉੱਤੇ ਔਰ ਗੱਲਬਾਤ ਕੀਤੀ ਆ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਵੈਰੀ ਮਚ। ਨੈਗੇਟਿਵਿਟੀ ਤੇ ਮੈਨੂੰ ਕਾਲਸ ਕਮੈਂਟਸ ਜ਼ਰੂਰ ਚਾਹੀਦੇ ਹੈਗੇ ਆ। ਕਹਿੰਦੇ ਜੋਤ ਕਹਿੰਦੇ ਆ ਦੀ ਮੈਨੂੰ ਇੱਕ ਗੱਲ ਦੱਸੋ। ਹਾਂਜੀ ਜੋਤ ਜੀ, ਪੁੱਛੋ ਕੀ ਪੁੱਛਣਾ ਚਾਹੁੰਦੇ ਆ ਤੁਸੀਂ? ਬਹੁਤ ਵਧੀਆ ਕੰਮ ਕਰ ਰਹੇ ਆ ਜੀ ਤੁਸੀਂ। ਥੈਂਕ ਯੂ ਨਿਸ਼ੂ ਜੀ, ਥੈਂਕ ਯੂ ਸੋ ਵੈਰੀ ਮਚ। ਔਰ ਨੈਗੇਟਿਵਿਟੀ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਆ। ਬਿਲਕੁਲ ਜੀ, ਮੈਂ ਕਹਿੰਦੀ ਲਖਵੀਰ ਉਹਦੇ ਨਾਲ ਮੋਟੀਵੇਸ਼ਨ ਵੀ ਬਹੁਤ ਜ਼ਿਆਦਾ ਹੋ ਜਾਂਦੀ ਆ। ਬਿਲਕੁਲ ਜੀ। ਸੋ ਆਲਵੇਜ਼ ਦੇਖੋ, ਕੋਈ ਵੀ ਗੱਲ ਕਰਦੇ ਆ ਜੀ, ਸੋ ਸਪੈਸ਼ਲੀ ਸਾਨੂੰ ਇਹ ਹੁੰਦਾ ਵੀ ਅਸੀਂ ਉਹਦਾ ਨੈਗੇਟਿਵ ਪੱਖ ਪਹਿਲਾਂ ਰੱਖਦੇ ਆ। ਬਿਲਕੁਲ ਰਾਈਟ। ਸੋ ਚਾਹੇ ਤੁਸੀਂ ਕੋਈ ਵੀ ਲਾਈਫ ਦਾ ਸਟੈਪ ਲੈਣਾ ਵਾ, ਸੋ ਅਸੀਂ ਜੋ ਅਸੀਂ ਸੋਚਣ ਲੱਗ ਜਾਂਦੇ ਆ, ਜੇ ਹੁਣ ਆਪਾਂ ਸੋਚਦੇ ਆ ਵੀ ਨਹੀਂ ਹੁਣ ਤਾਂ ਇਹ ਡਿਸੀਜਨ ਲੈ ਲਿਆ, ਦੇਖੀ ਜਾਊਗਾ ਜੋ ਹੋਊਗਾ, ਸੋ ਆਪਾਂ ਉਹ ਚੀਜ਼ ਦੇ ਲਈ ਪੋਜ਼ਿਟਿਵ ਆ। ਸੋ ਐਟ ਦਾ ਐਂਡ ਕੀ ਹੁੰਦਾ ਵਾ ਵੀ ਜਦੋਂ ਅਸੀਂ ਪੋਜ਼ਿਟਿਵ ਆਪਣਾ ਮਾਈਂਡ ਲੈ ਕੇ ਚੱਲਦੇ ਆ, ਸੋ ਦੈਟ ਮੀਨ ਅਸੀਂ ਆਪਣੇ ਘਰ ਦੇ ਵਿੱਚ ਪੋਜ਼ਿਟਿਵਿਟੀ ਦਾ এনवायरमेंट ਰੱਖਦੇ ਆ। ਸੋ ਸਟਾਰਟਿੰਗ ਸਾਡੇ ਤੋਂ ਹੋਣੀ ਆ, ਫਿਰ ਘਰ ਤੋਂ ਹੋਣੀ ਆ। ਸੋ ਜਿੰਨਾ ਅਸੀਂ ਪੋਜ਼ਿਟਿਵ ਮਾਈਂਡਸੈਟ ਲੈ ਕੇ ਚੱਲਾਂਗੇ ਉਨੀ ਹੀ ਗਰੋਥ ਜ਼ਿਆਦਾ ਆ ਜੀ। ਔਰ ਇੱਥੇ ਸੰਧੂ ਸਾਹਿਬ ਕਹਿੰਦੇ ਆ ਇਟਸ ਬੂਸਟ ਲੈਵਲ ਆਫ ਮੋਟੀਵੇਸ਼ਨ ਐਲਵੇਜ਼ ਤੁਹਾਡੇ ਜੇ ਕੈਂਟ ਇੰਨੀ ਦੂਰ ਇੰਨਾ ਸ਼ਿਫਟ ਕੈਂਸਲ ਕਰ ਦਿੱਤੀ। ਮੈਨੂੰ ਸਮਝ ਨਹੀਂ ਆਇਆ ਜੋਤ, ਘੰਟੇ ਵੀ ਲਾ ਕੇ ਮੈਨੂੰ ਇਹ ਹੁੰਦਾ ਕਿ ਇੰਨੀ ਦੂਰ ਆਏ ਆ, ਇਹਨਾਂ ਨੇ ਸ਼ਿਫਟ ਕੈਂਸਲ ਕਰ ਦਿੱਤੀ। ਕੰਮ ਤੇ ਕੁਝ ਹੋਇਆ, ਸੋ ਥੋੜਾ ਜਿਹਾ ਤੁਸੀਂ ਇਲੈਬੋਰੇਟ ਕਰ ਦਿਓ। ਮੈਨੂੰ ਸਮਝ ਨਹੀਂ ਲੱਗੀ ਕਿ ਤੁਹਾਡੀ ਸ਼ਿਫਟ ਕੈਂਸਲ ਹੋ ਗਈ, ਤੁਸੀਂ ਕੰਮ ਤੇ ਕਿਤੇ ਗਏ ਸੀ ਪਰ ਉਹਨਾਂ ਨੇ ਸ਼ਿਫਟ ਕੈਂਸਲ ਕਰ ਦਿੱਤੀ। ਦੇਖੋ ਕੰਮ ਵਾਸਤੇ ਸਾਨੂੰ ਇਧਰ ਇੰਸਟਾ ਤੇ ਵੀ ਮੈਸੇਜ ਆਏ ਸੀਗੇ, ਕਿਉਂਕਿ ਬਹੁਤ ਸਾਰੀਆਂ ਜੌਬਸ ਜਿਹੜੀਆਂ ਨੇ ਇਸ ਟਾਈਮ ਲੇ ਆਫਸ ਹੋ ਰਹੇ ਹੈਗੇ ਆ, ਬਹੁਤ ਸਾਰੇ ਬੱਚੇ ਨੇ ਜਿਹੜੇ ਅਨਇੰਪਲੋਇਡ ਬੈਠੇ ਹੈਗੇ ਆ। ਪਰ ਕਿਤੇ ਨਾ ਕਿਤੇ ਦੇਖੋ ਜ਼ਿੰਦਗੀ ਦੇ ਵਿੱਚ ਉਹੀ ਗੱਲ ਕਰ ਰਹੇ ਆ, ਉਤਾਰ ਚੜਾਵ ਜਿਹੜੇ ਆਉਂਦੇ ਨੇ, ਚੈਲੰਜਸ ਜਿਹੜੇ ਆਉਂਦੇ ਨੇ, ਬਹੁਤ ਜ਼ਰੂਰੀ ਆ ਉਹਨਾਂ ਨੂੰ ਫੇਸ ਕਰਨਾ, ਬਹੁਤ ਜ਼ਰੂਰੀ ਆ ਉਹ ਹਡਲਸ ਦੇ ਵਿੱਚੋਂ ਲੰਘਣਾ। ਕਈ ਵਾਰੀ ਲਖਵੀਰ ਆਪਾਂ ਵੀ ਦੋਨੇ ਇੱਥੇ ਸਟੂਡੈਂਟ ਆਏ ਸੀਗੇ, ਫਿਰ ਆਪਾਂ ਵੀ ਇਹਨਾਂ ਸਟਰਗਲਸ ਚੋਂ ਲੰਘੇ ਹੈਗੇ ਆ। ਪਰ ਇੱਥੇ ਮੇਨ ਗੱਲ ਆਉਂਦੀ ਆ ਕਿ ਜਦੋਂ ਸਾਡੇ ਨਾਲ ਵੀ ਇਦਾਂ ਜੋਤ ਬਹੁਤ ਵਾਰੀ ਹੋਇਆ ਕਿ ਅਸੀਂ ਕੰਮ ਤੇ ਪਹੁੰਚਦੇ ਸੀ, ਉਹ ਕਹਿ ਦਿੰਦੇ ਸੀ ਨਹੀਂ ਜੀ ਅੱਜ ਕੰਮ ਘੱਟ ਹੈਗਾ, ਅੱਜ ਬੰਦੇ ਪੂਰੇ ਹੋ ਗਏ ਤੇ ਤੁਸੀਂ ਵਾਪਸ ਚਲ ਜਾਓ, ਤੁਹਾਡੀ ਸ਼ਿਫਟ। ਬਹੁਤ ਕੁਝ ਦੇਖਿਆ ਸੀ, ਪਰ
ਉਹਦੇ ਨਾਲ ਅਸੀਂ ਸਾਈਡ ਬਾਈ ਸਾਈਡ ਪਾਰਟ ਟਾਈਮ ਜੌਬ ਲੱਭਣੀ ਸ਼ੁਰੂ ਕੀਤੀ ਕਿ ਨਹੀਂ ਇਹਨਾਂ ਨੇ ਤਾਂ ਕਦੇ ਵੀ ਸ਼ਿਫਟਾਂ ਕੈਨਸਲ ਕਰ ਦੇਣੀਆਂ ਨੇ, ਕਿਤੇ ਨਾ ਕਿਤੇ ਸਾਡੇ ਕੋਲੇ ਹੋਰ ਕੰਮ ਹੋਊਗਾ ਤਾਂ ਆਪਾਂ ਦੂਜੇ ਕੰਮ ਵਾਲੇ ਨੂੰ ਫੋਨ। ਸੋ ਸਾਈਡ ਦੇ ਉੱਤੇ ਸਾਡੇ ਕੋਲੇ ਆਪਸ਼ਨ ਹੋਣੀ ਚਾਹੀਦੀ ਆ, ਪਰ ਉਹਦਾ ਮਤਲਬ ਇਹ ਨਹੀਂ ਕਿ ਜਿੱਥੇ ਆਪਾਂ ਫੁੱਲ ਟਾਈਮ ਕਰ ਰਹੇ ਆ ਉਹਨਾਂ ਨੂੰ $1 ਜਾਂ $2 ਪਿੱਛੇ ਆਪਾਂ ਛੱਡ ਕੇ ਚੱਲ ਜਾਈਏ ਕਿ ਦੁਬਾਰਾ ਸਾਨੂੰ ਉਹ ਵੀ ਸ਼ਿਫਟਾਂ ਨਾ ਦੇਣ। ਸੋ ਬਹੁਤ ਵਾਰੀ ਇਹ ਬੱਚੇ ਕਰਦੇ ਹੈਗੇ ਆ। ਵਟ ਕਾਈਂਡ ਆਫ ਨੈਗੇਟਿਵਿਟੀ ਆਰ ਯੂ ਟਾਕਿੰਗ ਅਬਾਊਟ? ਨਿਸ਼ੂ ਆਪਾਂ ਸਿੰਪਲ ਇੱਕ ਚੀਜ਼, ਇੱਕ ਪੁਆਇੰਟ ਰੱਖਿਆ ਤੁਹਾਡੇ ਸਾਹਮਣੇ ਕਿ ਜਿਹੜੀ ਨੈਗੇਟਿਵਿਟੀ ਆ ਕੀ ਉਹ ਜ਼ਿੰਦਗੀ ਦੇ ਵਿੱਚ ਸਾਨੂੰ ਮੋਟੀਵੇਟ ਕਰਦੀ ਆ ਜਾਂ ਸਾਨੂੰ ਡਿਪਰੈਸ਼ਨ ਵੱਲ ਲੈ ਕੇ ਜਾਂਦੀ ਆ ਜਾਂ ਸਾਨੂੰ ਡੀਮੋਟੀਵੇਟ ਕਰਦੀ ਆ? ਕੀ ਕਰਦੀ ਆ ਨੈਗੇਟਿਵਿਟੀ? ਦਾ ਪਾਰਟ ਕੀ ਆ ਸਾਡੀ ਲਾਈਫ ਦੇ ਵਿੱਚ ਤੁਹਾਡੇ ਅਕੋਰਡਿੰਗ? ਕੀ ਹੁੰਦੀ ਆ ਨੈਗੇਟਿਵਿਟੀ? ਕਿਉਂਕਿ ਆਪਾਂ ਜਿਹੜੀ ਅੱਜ ਜਿੱਥੇ ਵੀ ਖੜੇ ਆ, ਆਪਾਂ ਜਿੱਥੇ ਵੀ ਲਾਈਫ 'ਚ ਸਟੈਂਡ ਕੀਤਾ, ਕੀ ਸਾਨੂੰ ਨੈਗੇਟਿਵਿਟੀ ਨੇ ਖੜਾ ਕੀਤਾ ਜਾਂ ਸਾਨੂੰ ਪੋਜ਼ਿਟਿਵਿਟੀ ਨੇ ਖੜਾ ਕੀਤਾ? ਕਿਹੜਾ ਇਹ ਜੀ ਚੀਜ਼ ਆ ਜਿਹੜੀ ਨੈਗੇਟਿਵਿਟੀ ਰੋਲ ਅਦਾ ਕਰਦੀ ਹੈ? ਦੀਦੀ ਮੈਨੂੰ ਤਾਂ ਡਿਪਰੈਸ਼ਨ ਵੱਲ ਹੀ ਲੈ ਕੇ ਜਾਂਦੀ ਹੈ। ਠੀਕ ਹੈ ਜੋਤ, ਜੋ ਤੁਸੀਂ ਕਿਹੜੇ ਸਟੇਟਸ ਤੇ ਆ ਥੋੜਾ ਜਿਹਾ ਮੈਂਸ਼ਨ ਕਰਿਓ ਕਿ ਤੁਸੀਂ ਸਟੂਡੈਂਟ ਹੈਗੇ ਆ ਜਾਂ ਵਰਕ ਪਰਮਿਟ ਤੇ ਆ, ਫਿਰ ਅਸੀਂ ਉਸ ਅਕੋਰਡਿੰਗ ਤੁਹਾਨੂੰ ਥੋੜਾ ਜਿਹਾ ਇਹਦੇ 'ਚ ਇਲੈਬੋਰੇਟ ਕਰ ਸਕਦੇ ਹਾਂ। ਲਖਵੀਰ, ਉਹਨਾਂ ਚਿਰ ਆਪਾਂ ਚੱਲਦੇ ਇੰਸ਼ੋਰੈਂਸ ਵਾਲੇ ਪਾਸੇ। ਜੀ ਬਿਲਕੁਲ। ਸਮਰ ਆ ਗਈ ਆ, ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਆਪਣੇ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ, ਰਿਸ਼ਤੇਦਾਰਾਂ ਨੂੰ ਇੱਥੇ ਬੁਲਾ ਰਹੇ ਨੇ ਜੀ, ਪਰ ਅਵੇਅਰਨੈਸ ਹੋਣ ਦੇ ਬਾਵਜੂਦ ਵੀ ਕਈ ਵਾਰੀ ਅਸੀਂ ਗਲਤੀ ਕਰਦੇ ਹਾਂ, ਖਾਸ ਕਰਕੇ ਵਿਜ਼ਟਰ ਇੰਸ਼ੋਰੈਂਸ ਦੇ ਵਿੱਚ। ਬਿਲਕੁਲ ਜੀ, ਕਿਉਂਕਿ ਉਹ ਮੈਂਡੇਟਰੀ ਨਹੀਂ ਹੈਗੀ। ਹਾਂਜੀ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਇਦਾਂ ਦੇ ਬੱਚੇ ਹੁੰਦੇ ਆ ਜਾਂ ਬਹੁਤ ਸਾਰੀਆਂ ਫੈਮਲੀਜ਼ ਨੇ, ਚਾਹੇ ਉਹ ਪਰ ਉਹ ਇਸ ਚੀਜ਼ ਨੂੰ ਇਗਨੋਰ ਕਰ ਦਿੰਦੀਆਂ ਨੇ ਕਿ ਇਟਸ ਓਕੇ, ਸਾਨੂੰ ਲੋੜ ਨਹੀਂ ਹੈਗੀ ਜਾਂ ਬਾਅਦ ਚੋਂ ਲੈ ਲਾਂਗੇ। ਸੋ ਇਹ ਲੋੜ ਨਹੀਂ ਹੈਗੀ ਜਾਂ ਬਾਅਦ ਚੋਂ ਲੈ ਲਾਂਗੇ, ਇਹ ਸਾਈਡ ਇਫੈਕਟ ਹੁੰਦਾ ਜੇ ਆਪਾਂ ਟਰੈਵਲ ਸ਼ੁਰੂ ਹੋਣ ਤੋਂ ਪਹਿਲਾਂ ਇੰਸ਼ੋਰੈਂਸ ਨਹੀਂ ਲੈਂਦੇ ਔਰ ਬਾਅਦ ਦੇ ਵਿੱਚ ਇਹ ਪਲਾਨ ਕਰਦੇ ਆ ਕਿ ਜੀ ਜਿੱਦਾਂ ਤੁਸੀਂ ਕਿਹਾ ਵਾ, ਜਿਹੜੀ ਮੈਡੀਕਲ ਇੰਸ਼ੋਰੈਂਸ ਆ ਜਦੋਂ ਵਿਜ਼ਟਰ ਵੀਜ਼ਾ ਦੇ ਉੱਤੇ ਪੇਰੈਂਟਸ ਨੇ ਕੈਨੇਡਾ ਵਿਜ਼ਿਟ ਕਰਨਾ, ਦੇਖੋ ਮੈਂਡੇਟਰੀ ਨਹੀਂ ਹੈਗੀ ਜੀ, ਬਟ ਦੇਖਿਆ ਜਾਵੇ ਜਦੋਂ ਅਸੀਂ ਉਹਨਾਂ ਦੇ ਲਈ ਮੈਡੀਕਲ ਇੰਸ਼ੋਰੈਂਸ ਦਾ ਪਲਾਨ ਲੈਣਾ ਤਾਂ ਅਸੀਂ ਆਪਦੇ ਆਪ ਨੂੰ ਪਹਿਲਾਂ ਪ੍ਰੋਟੈਕਟ ਕਰ ਰਹੇ ਹਾਂ। ਸੋ ਕੱਲ ਨੂੰ ਅਗਰ ਸਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ ਤੇ ਜੇ ਕੋਈ ਕਲੇਮ ਆ ਗਿਆ ਸਾਡੇ ਐਸੈਟਸ ਤੇ ਜਾਣਾ। ਹੁਣ ਜਿੱਦਾਂ ਤੁਸੀਂ ਪੁੱਛਿਆ ਵੀ ਇਹਦਾ ਡਿਫਰੈਂਸ ਕੀ ਹੈਗਾ ਅਗਰ ਆਉਣ ਤੋਂ ਪਹਿਲਾਂ ਕਰਵਾਉਂਦੇ ਆ ਜਾਂ ਆਉਣ ਤੋਂ ਬਾਅਦ ਕਰਵਾਉਂਦੇ ਆ। ਸੋ ਜਦੋਂ ਸਾਨੂੰ ਪਤਾ ਵਾ ਅਸੀਂ ਟਿਕਟ ਬਾਏ ਕਰ ਲਈ ਵੀ ਇੰਨੀ ਡੇਟ ਨੂੰ ਉਹਨਾਂ ਨੇ ਟਰੈਵਲ ਕਰਨਾ, ਸੋ ਆਲਵੇਜ਼ ਰਿਕਮੈਂਡੇਬਲ ਹੁੰਦਾ ਵਾ ਵੀ ਜਿਹੜੀ ਉਹਨਾਂ ਦੀ ਇੰਸ਼ੋਰੈਂਸ ਆ ਉਹ ਤੁਸੀਂ ਪਹਿਲਾਂ ਲੈ ਕੇ ਰੱਖੋ ਤਾਂ ਜੋ ਕੋਈ ਵੀ ਵੇਟਿੰਗ ਨਾ ਪਵੇ। ਉਹਦੇ ਵਿੱਚ ਵੇਟਿੰਗ ਹੁੰਦੀ ਆ, ਹੁਣ ਜੇ ਲੈਂਡ ਹੋਣ ਤੋਂ ਬਾਅਦ ਚ ਲੈਣੇ 48 ਆਵਰ ਤੋਂ ਲੈ ਕੇ 8 ਡੇਜ਼ ਦੀ ਮੈਕਸਿਮਮ ਵੇਟਿੰਗ ਪੈਂਦੀ ਆ ਜੀ, ਡਿਪੈਂਡ ਕਰਦਾ ਆਪਾਂ ਕਿਹੜੀ ਕੰਪਨੀ ਤੋਂ ਪਲਾਨ ਕਰ ਰਹੇ ਆ। ਸੋ ਉਹ ਵੇਟਿੰਗ ਦੇ ਦੌਰਾਨ ਅਗਰ ਕੋਈ ਕਲੇਮ ਆ ਗਿਆ ਜਾਂ ਰਾਈਟ ਆਫਟਰ ਵੇਟਿੰਗ ਪੀਰੀਅਡ ਫਿਨਿਸ਼ ਹੋਣ ਦੇ ਕਲੇਮ ਆ ਗਿਆ, ਉੱਥੇ ਸਾਡਾ ਕਲੇਮ ਡਿਕਲਾਈਨ ਹੋਣ ਦੇ ਚਾਂਸ ਵੱਧ ਜਾਂਦੇ ਆ। ਅਗਰ ਵੇਟਿੰਗ ਦੇ ਦੌਰਾਨ ਆ ਗਿਆ ਉਹ ਤਾਂ ਵੈਸੇ ਹੀ ਡਿਕਲਾਈਨ ਹੋ ਜਾਣਾ। ਸੋ ਬੈਟਰ ਇਹ ਹੁੰਦਾ ਵੀ ਤੁਸੀਂ ਕਵਰੇਜ ਉਹਨਾਂ ਦੇ ਆਉਣ ਤੋਂ ਪਹਿਲਾਂ ਬਾਏ ਕਰ ਲਓ ਤਾਂ ਜੋ ਤੁਹਾਨੂੰ ਕੋਈ ਵੇਟਿੰਗ ਨਾ ਪਵੇ। ਐਟਲੀਸਟ ਜਦੋਂ ਉਹਨਾਂ ਦੀ ਬੋਰਡਿੰਗ ਸਟਾਰਟ ਹੋ ਗਈ ਬੈਕ ਹੋਮ ਤੋਂ, ਉਦੋਂ ਤੋਂ ਇਧਰੋਂ ਪਲਾਨ ਉਹਨਾਂ ਦਾ ਕਵਰ ਕਰੂਗਾ ਉਹਨਾਂ ਨੂੰ। ਇਨ ਟ੍ਰਾਂਜ਼ਿਟ ਵੀ ਕਵਰੇਜ ਹੈਗੀ ਆ, ਸਟੇ ਦੇ ਦੌਰਾਨ ਕੋਈ ਪ੍ਰੋਬਲਮ ਆ ਗਈ 48 ਆਵਰ ਦਾ ਟਰੈਵਲ ਟਾਈਮ ਵੀ ਉਹਦੇ ਚ ਕਵਰ ਹੁੰਦਾ। ਸੋ ਇਹੋ ਜਿਹੀ ਸਾਨੂੰ ਕਦੇ ਵੀ ਗਲਤੀ ਨਹੀਂ ਕਰਨੀ ਚਾਹੀਦੀ ਵੀ ਅਸੀਂ ਜਿਹੜੀ ਕਵਰੇਜ ਆ ਬਾਅਦ ਵਿੱਚ ਬਾਏ ਕਰੀਏ। ਜੀ ਬਿਲਕੁਲ, ਤੁਹਾਡੇ ਕੋਈ ਸਵਾਲ ਨੇ, ਤੁਸੀਂ ਗੱਲ ਕਰਨਾ ਚਾਹ ਰਹੇ ਹੈਗੇ ਆ ਕਿ ਆਪਣੇ ਵਿਜ਼ਟਰ ਇੰਸ਼ੋਰੈਂਸ ਕਿੱਦਾਂ ਵਰਕ ਕਰਦੀ ਹੈਗੀ ਆ ਜਾਂ ਵਿਜ਼ਟਰ ਇੰਸ਼ੋਰੈਂਸ ਦੇ ਕੀ ਬੈਨੀਫਿਟਸ ਹੈਗੇ ਆ, ਸਾਨੂੰ ਕਦੋਂ ਲੈਣੀ ਚਾਹੀਦੀ ਆ, ਤਾਂ ਤੁਸੀਂ ਲਖਵੀਰ ਨਾਲ ਗੱਲਬਾਤ ਕਰ ਸਕਦੇ ਆ। 416 698 416-624-9798 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ। ਆਪਾਂ ਲੈਣੇ ਬ੍ਰੇਕ, ਇਸ ਤੋਂ ਬ੍ਰੇਕ ਤੋਂ ਬਾਅਦ ਫਿਰ ਆਪਾਂ ਕਰਾਂਗੇ। ਮੈਂ ਜੰਮੀ ਪਲੀ ਭਾਵੇਂ ਬੈਠੀ ਪੰਜਾਬੀਆਂ ਦੀ ਗੱਲ ਕਰਦੇ ਸੀ। ਤੁਹਾਡਾ ਖਤਮ ਹੋਇਆ ਇੰਤਜ਼ਾਰ, ਤੁਸੀਂ ਸੁਣੋ ਸੁਰ ਪਰਦੇਸੀ ਜੋ ਦੇਵੇ ਦੁਨੀਆ ਦੀ ਖਬਰਸਾਰ, ਮਨੋਰੰਜਨ ਜਾਣਕਾਰੀ ਨਾਲ ਭਰਪੂਰ 24 ਤੁਹਾਡੇ ਨਾਲ ਸੁਰ ਪਰਦੇਸੀ ਰੇਡੀਓ।
ਨਿਊਜ਼ ਗੁਰਬਾਣੀ ਤੇ ਦੇਸ਼ ਦੁਨੀਆ ਦੀ ਗੱਲ ਸੁਣੋ ਸੁਰ ਪਰਦੇਸੀ ਰੇਡੀਓ ਨਾਲ। ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਅੱਜ ਹੀ ਕਾਲ ਕਰੋ 905 226 8686 905 226 8686 416 357 8800 416 357 8800 सुर परदेसी रेडियो। प्रॉपर्टी च लॉयल ते प्रोफेशनल एडवाइस कित्थों मिले? टी गिल रियल्टर्स ਤੋਂ ਮੇਰੀ ਪ੍ਰਾਪਰਟੀ ਨੂੰ ਰਾਈਜ਼ ਕੌਣ ਕਰਵਾਊ? ਪ੍ਰਾਪਰਟੀ 'ਚ ਮਿਲੇਗਾ ਰਾਈਜ਼ ਲਾਇਲ ਤੇ ਪ੍ਰੋਫੈਸ਼ਨਲ ਐਡਵਾਈਸ ਟੀ ਗਿਲ ਰਿयल्टर्स ਤੋਂ। ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਜਾਂ ਵੇਚਣ ਜਾਂ ਪ੍ਰਾਪਰਟੀ ਵਿੱਚ ਇਨਵੈਸਟ ਕਰਨ ਲਈ ਯਾਦ ਰੱਖੋ टी गिल रियल्टर्स। ਸ਼ੁਰੂਆਤ ਤੋਂ ਗ੍ਰਹਿ ਪ੍ਰਵੇਸ਼ ਤੱਕ ਹਰ ਕਦਮ ਤੇ ਤੁਹਾਡੀ ਮਦਦ ਕਰਦੇ ਨੇ। Sell for more, buy for less. टी गिल रियल्टर्स for buying, selling, investing. आज ही कॉल करो 416 357 8800 416 357 8800 टी गिल रियल्टर्स 416 278 8800 416 278 8800। ਅੱਜ ਕੰਪੀਟੀਸ਼ਨ ਦੇ ਦੌਰ ਵਿੱਚ ਸਿਰਫ ਬਿਜ਼ਨਸ ਖੋਲਣਾ ਹੀ ਕਾਫੀ ਨਹੀਂ, ਸਗੋਂ ਆਪਣੇ ਬਿਜ਼ਨਸ ਨੂੰ ਪਛਾਣ ਦਿਵਾਉਣਾ ਤੇ ਲੋਕਾਂ ਤੱਕ ਪਹੁੰਚਾਉਣਾ ਵੀ ਜ਼ਰੂਰੀ ਹੈ। ਆਪਣੇ ਬਿਜ਼ਨਸ ਦੀ ਪ੍ਰੋਫੈਸ਼ਨਲ ਐਡ ਬਣਵਾਉਣ ਲਈ ਤੇ ਬਿਜ਼ਨਸ ਨੂੰ ਅੱਗੇ ਵਧਾਉਣ ਲਈ ਅੱਜ ਹੀ ਸੰਪਰਕ ਕਰੋ ਵਿਕਰਮਜੀਤ ਸਿੰਘ ਰਾਠੌੜ ਦੇ ਨਾਲ 647 852 8154 647 852 8154। प्रॉपर्टी च लॉयल ते प्रोफेशनल एडवाइस कित्थों मिले? टी गिल रियल्टर्स ਤੋਂ ਮੇਰੀ ਪ੍ਰਾਪਰਟੀ ਨੂੰ ਰਾਈਜ਼ ਕੌਣ ਕਰਵਾਊ? ਪ੍ਰਾਪਰਟੀ 'ਚ ਮਿਲੇਗਾ ਰਾਈਜ਼ ਲਾਇਲ ਤੇ ਪ੍ਰੋਫੈਸ਼ਨਲ ਐਡਵਾਈਸ ਟੀ ਗਿਲ ਰਿयल्टर्स ਤੋਂ। ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਜਾਂ ਵੇਚਣ ਜਾਂ ਪ੍ਰਾਪਰਟੀ ਵਿੱਚ ਇਨਵੈਸਟ ਕਰਨ ਲਈ ਯਾਦ ਰੱਖੋ टी गिल रियल्टर्स ਸ਼ੁਰੂਆਤ ਤੋਂ ਗ੍ਰਹਿ ਪ੍ਰਵੇਸ਼ ਤੱਕ ਹਰ ਕਦਮ ਤੇ ਤੁਹਾਡੀ ਮਦਦ ਕਰਦੇ ਨੇ। Sell for more, buy for less. टी गिल रियल्टर्स for buying, selling, investing. Contact टी गिल रियल्टर्स। आज ही कॉल करो 416 357 8800 416 357 8800 टी गिल रियल्टर्स 416 278 8800 416 278 8800। ਬਹੁਤ ਬਹੁਤ ਸਵਾਗਤ ਜੀ। ਤੁਸੀਂ ਦੇਖ ਰਹੇ ਆ ਸੁਣ ਰਹੇ ਆ ਸੁਰਪ੍ਰਦੇਸੀ ਕਮਲ ਕੌਰ ਦੇ ਨਾਲ ਆਪਣਾ ਸਾਥ ਦੇ ਰਹੇ ਨੇ ਲਖਵੀਰ ਸਿੰਘ ਢੱਠ। ਤੇ ਹੁਣ ਦੱਸੋ ਜੀ, ਹੁਣ ਫਿਲਟਰ ਠੀਕ ਆ? ਸੋ ਮੈਨੂੰ ਸਮਝ ਨਹੀਂ ਲੱਗੀ ਕਿ ਪ੍ਰੋਬਲਮ ਕੀ ਹੋਈ। ਫਿਲਟਰ ਤਾਂ ਹਰ ਵਾਰੀ ਆਪਾਂ ਨੈਚੁਰਲ ਵਾਲਾ ਹੀ ਲੱਗਦਾ ਹੁੰਦਾ। ਸੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਹੁਣ ਫਿਲਟਰ ਠੀਕ ਹੈਗਾ, ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਜਿੰਨੇ ਜਣੇ ਜੁੜੇ ਸੀਗੇ ਪਲੀਜ਼ ਲਾਈਵ ਨੂੰ ਦੁਬਾਰਾ ਲਾਈਕ ਤੇ ਸ਼ੇਅਰ ਕਰ ਲਓ ਤਾਂ ਕਿ ਆਪਣੀਆਂ ਜਿਹੜੀਆਂ ਨੈਗੇਟਿਵਿਟੀ ਨੂੰ ਗੱਲਾਂ ਬਾਤਾਂ ਲੈ ਕੇ ਹੈਗੀਆਂ ਨੇ ਕਿ ਜ਼ਿੰਦਗੀ ਦੇ ਵਿੱਚ ਨੈਗੇਟਿਵਿਟੀ ਕੀ ਰੋਲ ਅਦਾ ਕਰਦੀ ਆ, ਕੀ ਨੈਗੇਟਿਵਿਟੀ ਸਾਨੂੰ ਮੋਟੀਵੇਟ ਕਰਦੀ ਆ, ਕੀ ਨੈਗੇਟਿਵਿਟੀ ਸਾਨੂੰ ਜ਼ਿੰਦਗੀ ਦੇ ਵਿੱਚ ਡਿਪਰੈਸ਼ਨ ਵੱਲ ਨੂੰ ਲੈ ਕੇ ਜਾਂਦੀ ਆ ਜਾਂ ਫਿਰ ਜ਼ਿੰਦਗੀ ਦੇ ਵਿੱਚ ਕੁਝ ਅਚੀਵ ਕਰਨ ਵਾਸਤੇ ਮੋਟੀਵੇਟ ਕਰਦੀ ਆ। ਸੋ ਇਹਦੇ ਵਾਸਤੇ ਤੁਸੀਂ ਸਾਨੂੰ ਲਾਈਵ ਕਾਲ ਵੀ ਕਰ ਸਕਦੇ ਆ। ਕਾਲ ਕਰਨ ਲਈ ਨੰਬਰ 905 226 8686 905 226 8686 ਤੇ ਗੱਲਬਾਤ ਕੀਤੀ ਜਾ ਸਕਦੀ ਆ। ਔਰ ਕਈ ਵਾਰੀ ਲਖਵੀਰ ਨੈਗੇਟਿਵਿਟੀ ਜਿਹੜੀ ਹੁੰਦੀ ਆ ਨਾ, ਹੁਣ ਜੇ ਆਪਾਂ ਇੰਡੀਆ ਦੀ ਗੱਲ ਲੈ ਕੇ ਚੱਲਦੇ ਹਾਂ ਥੋੜਾ ਜਿਹਾ, ਇੰਡੀਆ ਨੂੰ ਵੀ ਟੱਚ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਉਹ ਤਾਂ ਸਾਡੇ ਕਹਿੰਦੇ ਹੁੰਦੇ ਖੂਨ ਦੇ ਵਿੱਚ ਰਚਿਆ ਹੋਇਆ ਪੰਜਾਬ। ਸੋ ਆਪਾਂ ਨਾ ਜਦੋਂ ਸਕੂਲਾਂ ਦੇ ਵਿੱਚ ਹੁੰਦੇ ਸੀਗੇ ਮਾਸਟਰ ਬਹੁਤ ਕਹਿੰਦੇ ਹੁੰਦੇ ਸੀ ਇੰਨੇ ਤਾਂ ਕੀ ਪੜ੍ਹਨਾ, ਇਹ ਤਾਂ ਨਲਾਇਕ ਹੀ ਆ, ਇਹਨੇ ਤਾਂ 0 ਨੰਬਰ ਲੈ ਕੇ ਪਾਸ ਹੋਣਾ। ਪਰ ਫਿਰ ਜਦੋਂ ਉਹੀ ਬੰਦਾ 70-80% ਲੈ ਕੇ ਹਨਾ, ਫਿਰ ਉਹੀ ਮਾਸਟਰ ਜੀ ਨੇ ਥਾਪੀ ਦੇ ਕੇ ਕਹਿਣਾ ਲੈ ਮੈਨੂੰ ਪਤਾ ਸੀ, ਤੂੰ ਏਦਾਂ ਹੀ ਕਰਨਾ, ਤੂੰ ਪੜ੍ਹਦਾ ਨਹੀਂ ਪਰ ਤੇਰੇ ਚ ਪੜ੍ਹਨ ਦਾ ਟੈਲੈਂਟ ਜ਼ਰੂਰ ਹੈਗਾ। ਸੋ ਕੀ ਕਹੋਗੇ ਇਹਦੇ ਬਾਰੇ? ਹਾਂ ਬਿਲਕੁਲ ਜੀ। ਸੋ ਮੋਸਟਲੀ ਮੈਂ ਕੀ ਦੇਖਦਾ ਜਿਹੜੇ ਇੰਟੈਲੀਜੈਂਟ ਜਦੋਂ ਜਿਹੜੇ ਬੱਚੇ ਹੁੰਦੇ ਸੀ ਉਹ ਬੈਕ ਬੈਂਚ ਤੇ ਬੈਠਦੇ ਹੁੰਦੇ ਸੀਗੇ ਜ਼ਿਆਦਾਤਰ। ਸੋ ਕਈ ਵਾਰੀ ਇੰਡੀਆ ਦੇ ਵਿੱਚ ਕੀ ਆ, ਜਦੋਂ ਵੀ ਕਲਾਸ ਦੇ ਵਿੱਚ ਜਿਹੜਾ ਬੈਕ ਤੇ ਬੈਠਦਾ ਦੈਟ ਮੀਨ ਉਹ ਨਲਾਇਕ ਆ। ਸਕੂਲ ਤੱਕ ਇਦਾਂ ਹੀ ਹੁੰਦਾ ਸੀਗਾ। ਸੋ ਜਦੋਂ ਉਹੀ ਉਹਨਾਂ ਦੇ ਨੰਬਰ ਆਉਣੇ ਉਹੀ ਟੀਚਰ ਨੇ ਵਾਹ ਵਾਹ ਕਰ ਦੇਣੀ। ਸੋ ਕਮਲ ਜੀ ਉੱਥੇ ਵੀ ਆਪਾਂ ਬਹੁਤ ਕੁਝ ਲਰਨ ਕੀਤਾ ਵਾ। ਹੁਣ ਮੰਨ ਲਓ ਕਿਸੇ ਨੇ ਉਹੀ ਆ ਵੀ ਸਾਨੂੰ ਟੌਂਟ ਮਾਰਿਆ ਜੀ, ਸੋ ਟੌਂਟ ਮਾਰਿਆ ਵੀ ਲੈ ਉਹਦਾ ਇਹਨੇ ਕੁਝ ਨਹੀਂ ਕਰਨਾ, ਇਹ ਤਾਂ ਬਾਹਰ ਜਾਂਦਾ ਫਿਰਦਾ ਵਾ, ਰਾਈਟ, ਵੀ ਇਹਨੇ ਪੜ੍ਹਨਾ ਨਹੀਂਗਾ, ਇਹਨੂੰ ਕੰਟਰੋਲ 'ਚ ਰੱਖੋ। ਹੁਣ ਜਦੋਂ ਉਹ ਗੱਲ ਆਪਣੇ ਤੱਕ ਪਹੁੰਚਦੀ ਆ, ਜੇ ਉਹਨੂੰ ਤੁਸੀਂ ਆਪਦੇ ਮਾਈਂਡ ਦੇ ਵਿੱਚ ਸਿਰਫ ਇੱਕੋ ਗੱਲ ਤੇ ਫੋਕਸ ਕਰਕੇ ਰੱਖੋਗੇ ਵੀ ਇਹ ਬੰਦੇ ਨੇ ਮੈਨੂੰ ਟੌਂਟ ਮਾਰਿਆ ਸੀਗਾ, ਤੇ ਤੁਸੀਂ
ਦੁੱਗਣੀ ਤਿੱਗਣੀ ਮਿਹਨਤ ਕਰਨੀ ਆ ਵੀ ਉਹਦੇ ਟੌਣ ਦੇ ਆਪੋਜ਼ਿਟ ਜਾਣਾ ਵਾ। ਜੀ, ਜੀ। ਸੋ ਦੈਟ ਮੀਨ ਉਹ ਕੀ ਆ, ਥਾਟ ਚਲੋ ਸਾਹਮਣੇ ਵਾਲੇ ਦੀ ਆ, ਜੀ। ਉਹਦੇ ਤੇ ਆਪਣਾ ਕੋਈ ਕੰਟਰੋਲ ਨਹੀਂ ਹੈਗਾ, ਬਿਲਕੁਲ। ਬਟ ਇੱਕ ਚੀਜ਼ ਦੇ ਦਾ ਕੰਟਰੋਲ ਹੈਗਾ, ਮੇਰੇ ਮਾਈਂਡ ਤੇ ਕੰਟਰੋਲ ਆ। ਬਿਲਕੁਲ। ਕਹਿਣ ਵਾਲਾ ਕਹਿ ਗਿਆ, ਜੀ। ਸੋ ਉਹ ਚੀਜ਼ ਨੂੰ ਜਿਵੇਂ ਇਦਾਂ ਸੋਚ ਕੇ ਲੈ ਲਿਆ ਵੀ ਹੁਣ ਮੈਂ ਇਹਨੂੰ ਕਰਕੇ ਦਿਖਾਉਣਾ, ਜੀ। ਸੋ ਦੈਟ ਮੀਨ ਮੈਂ ਉਹਦੀ ਨੈਗੇਟਿਵਿਟੀ ਪੋਜ਼ਿਟਿਵਿਟੀ ਦੇ ਵਿੱਚ ਚੇਂਜ ਕਰਕੇ ਉਹਦੇ ਮਾਈਂਡ ਦੇ ਵਿੱਚ ਰੱਖੀ। ਬਿਲਕੁਲ ਜੀ। ਸੋ ਤੁਸੀਂ ਕੀ ਕਹਿਣਾ ਚਾਹੋਗੇ ਨੈਗੇਟਿਵਿਟੀ ਬਾਰੇ? ਤੁਸੀਂ ਕਾਲ ਕਰਕੇ ਵੀ ਦੱਸ ਸਕਦੇ ਆ। ਸਟੂਡੀਓ ਦਾ ਨੰਬਰ 905 226 86 86 905 226 8686 ਤੇ ਨਾਲ ਦੀ ਨਾਲ ਅਸੀਂ ਇੰਸ਼ੋਰੈਂਸ ਦੀਆਂ ਅਪਡੇਟਸ ਲੈ ਰਹੇ ਹਾਂ ਲਖਵੀਰ ਤੋਂ। ਔਰ ਨੈਗੇਟਿਵਿਟੀ ਦਾ ਇੱਕ ਹੋਰ ਪਾਰਟ ਆ, ਜੇ ਆਪਾਂ ਉਹ ਪੱਖ ਨਹੀਂ ਟੱਚ ਕਰਦੇ ਨਾ ਲਖਵੀਰ, ਕਿਤੇ ਨਾ ਕਿਤੇ ਜਿਵੇਂ ਹੁਣ ਤੁਸੀਂ ਟੌਂਟ ਦੀ ਗੱਲ ਕੀਤੀ, ਕੋਈ ਸਾਨੂੰ ਪੁਆਇੰਟ ਆਊਟ ਕਰਦਾ, ਰਾਈਟ? ਹਾਂਜੀ। ਕਈ ਵਾਰੀ ਉਸ ਪੁਆਇੰਟ ਆਊਟ ਨੂੰ ਅਸੀਂ ਵੀ ਨੈਗੇਟਿਵ ਵਾਲੇ ਪਾਸੇ ਲੈ ਜਾਂਦੇ ਹਾਂ। ਹੁਣ ਸਪੋਜ਼ ਕਰੋ ਕੋਈ ਬਰਥਡੇ ਪਾਰਟੀ ਆ, ਹਾਂਜੀ। ਕਿਸੇ ਨੇ ਵੱਡੀ ਬਰਥਡੇ ਪਾਰਟੀ ਦਿੱਤੀ ਜੀ। ਤੇ ਉਹ ਕਹਿ ਦਿੰਦੇ ਉਹ ਤੇਰਾ ਬਰਥਡੇ ਵੀ ਆ ਰਿਹਾ ਹੈਗਾ, ਹਾਂਜੀ। ਲੈਟਸ ਸੀ ਕਿ ਤੂੰ ਕਿੱਦਾਂ ਸੈਲੀਬ੍ਰੇਟ ਕਰਦਾ। ਜੀ। ਤੇ ਉਹ ਚੀਜ਼ ਦੁਨੀਆ ਨੂੰ ਦਿਖਾਉਣ ਵਾਸਤੇ ਜਾਂ ਦਿਖਾਵੇ ਵਾਸਤੇ ਜਿਹੜਾ ਅਸੈਪਟ ਕਰਨਾ, ਮੈਂ ਕਹਿੰਨੀ ਉਹ ਡਿਫਰੈਂਟ ਪਾਰਟ ਹੋ ਗਿਆ। ਉਹ ਗੱਲ ਹੋ ਗਈ ਕਿ ਅਸੀਂ ਕਿਸੇ ਨੂੰ ਦਿਖਾਣਾ ਆਪਾਂ ਜਿਹੜੀ ਨੈਗੇਟਿਵਿਟੀ ਨੂੰ ਪੋਜ਼ਿਟਿਵਿਟੀ 'ਚ ਚੇਂਜ ਕਰਨਾ, ਉਹ ਦਿਖਾਵੇ ਵਾਸਤੇ ਨਹੀਂ, ਉਹ ਸਾਡੀ ਲਾਈਫ ਦੇ ਵਿੱਚ ਕੁਝ ਅਚੀਵ ਕਰਨ ਵਾਸਤੇ। ਸੋ ਨੈਗੇਟਿਵਿਟੀ ਜਿਹੜੀ ਹੈਗੀ ਆ, ਟੁਡੇ ਇਜ਼ ਮਾਈ ਬਰਥਡੇ। ਬੰਟੀ ਜੀ ਬਹੁਤ ਬਹੁਤ ਵਧਾਈਆਂ ਬਰਥਡੇ ਦੀਆਂ। ਵਾਹਿਗੁਰੂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਹਰ ਇੱਕ ਜ਼ਿੰਦਗੀ ਦਾ ਸਾਲ ਤੁਸੀਂ ਖੁਸ਼ੀਆਂ ਭਰਿਆ ਮਾਨੋ। ਸਾਡੇ ਸਾਰੇ ਹੀ ਟੀਮ ਵੱਲੋਂ ਤੁਹਾਨੂੰ ਬਰਥਡੇ ਦੀਆਂ ਬਹੁਤ ਬਹੁਤ ਵਧਾਈਆਂ। ਸੋ ਗੱਲ ਕਰ ਰਹੇ ਸੀ ਨੈਗੇਟਿਵਿਟੀ ਦੀ। ਸੋ ਬੰਟੀ ਜੀ ਮੈਂ ਤੁਹਾਡੇ ਤੋਂ ਹੀ ਸ਼ੁਰੂ ਕਰਨਾ ਚਾਹੁੰਦੀ ਹਾਂ। ਨੈਗੇਟਿਵਿਟੀ ਤੁਸੀਂ ਲਾਈਫ ਦੇ ਵਿੱਚ ਦੇਖੀ ਆ ਜਾਂ ਨਹੀਂ ਦੇਖੀ ਹੈਗੀ, ਜਾਂ ਫਿਰ ਜੇ ਕਿਸੇ ਨੇ ਨੈਗੇਟਿਵਿਟੀ ਤੁਹਾਡੇ ਲਾਈਫ ਦੇ ਵਿੱਚ ਕਦੇ ਇਦਾਂ ਦਾ ਕੁਝ ਹੋਇਆ ਕਿ ਕਿਸੇ ਨੇ ਤੁਹਾਨੂੰ ਨੈਗੇਟਿਵ ਬੋਲਿਆ ਹੋਵੇ, ਤੁਸੀਂ ਉਸ ਪੁਆਇੰਟ ਨੂੰ ਕਿੱਦਾਂ ਲੈ ਕੇ ਗਏ ਹੈਗੇ ਆ, ਜ਼ਰੂਰ ਸਾਡੇ ਨਾਲ ਸ਼ੇਅਰ ਕਰਿਓ। ਖਾਲਿਸਤਾਨ ਜ਼ਿੰਦਾਬਾਦ ਜੀ, ਥੈਂਕ ਯੂ ਸੋ ਵੈਰੀ ਮੱਚ। ਸੋ ਆਪਾਂ ਕਹਾਂਗੇ ਕਿ ਜਿਹੜਾ ਟੌਪਿਕ ਚੱਲ ਰਿਹਾ ਪਲੀਜ਼ ਆਪਾਂ ਉਹਦੇ ਤੇ ਵੀ ਫੋਕਸ ਕਰੀਏ, ਕਿਉਂਕਿ ਇਸ ਟਾਈਮ ਦੁਨੀਆ ਦੇ ਵਿੱਚ ਜਿੰਨੀ ਨੈਗੇਟਿਵਿਟੀ, ਪੋਜ਼ਿਟਿਵਿਟੀ ਤੋਂ ਦੁੱਗਣੀ ਨੈਗੇਟਿਵਿਟੀ ਆ। ਸੋ ਜਿਹੜਾ ਮੈਂ ਗੱਲ ਕਰ ਰਹੀ ਸੀਗੀ ਦਿਖਾਵਾ, ਇਹ ਦਿਖਾਵਾ ਵੀ ਕਿਤੇ ਨਾ ਕਿਤੇ ਸਾਡੇ ਵਾਸਤੇ ਖਤਰਨਾਕ ਆ, ਕਿਉਂਕਿ ਇਹਨੂੰ ਅਸੀਂ ਆਪਣੇ ਵਾਸਤੇ ਤਾਂ ਸੋਚਦੇ ਆ, ਪਰ ਇਹਦੇ ਨਾਲ ਅਸੀਂ ਕਿੰਨੀਆਂ ਜ਼ਿੰਦਗੀਆਂ ਤੰਗ ਕਰਦੇ ਆ, ਸਾਡੇ ਮਾਪਿਓ ਨੂੰ ਤੰਗ ਕਰਦੇ ਆ। ਅਸੀਂ ਆਪਣਾ ਬਜਟ ਆ ਜਿਹੜਾ ਉਹ ਸਫਰ ਕਰਦੇ ਹੈਗੇ, ਉਹ ਥੋੜਾ ਜਿਹਾ ਬਜਟ ਹੁੰਦਾ ਪਰ ਦੁਨੀਆ ਨੂੰ ਦਿਖਾਉਣ ਵਾਸਤੇ ਅਸੀਂ ਉਹਨੂੰ ਆਪਣੇ ਕ੍ਰੈਡਿਟ ਕਾਰਡ ਯੂਜ਼ ਕਰ ਲੈਂਦੇ ਆ। ਆਪਾਂ ਕਈ ਵਾਰੀ ਆਪਣੀ ਤੇ ਲਾਇਬਿਲਟੀਜ਼ ਚੱਕ ਲੈਂਦੇ ਆ ਕਿ ਇਟਸ ਓਕੇ, ਬਾਅਦ ਚੋਂ ਪੇ ਆਫ ਹੋ ਜਾਣਗੀਆਂ। ਜੌਬਸ ਅਫੈਕਟ ਹੁੰਦੀਆਂ ਨੇ, ਕਈ ਵਾਰੀ ਅਸੀਂ ਆਪਣੀ ਫੈਮਿਲੀ ਵੀ ਇਫੈਕਟ ਕਰ ਲੈਂਦੇ ਆ। ਪਰ ਇਹ ਬੈਡ ਚੀਜ਼ ਆ, ਅਸੀਂ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ, ਕਿਉਂਕਿ ਦੁਨੀਆ ਨੂੰ ਤੁਸੀਂ ਜਿੱਤ ਨਹੀਂ ਸਕਦੇ। ਦੁਨੀਆ ਨੂੰ ਕੁਝ ਦਿਖਾਉਣ ਵਾਸਤੇ ਤੁਹਾਨੂੰ ਲੋੜ ਨਹੀਂ ਕਿ ਤੁਸੀਂ ਕੁਝ ਦੁਨੀਆ ਨੂੰ ਦਿਖਾਓਗੇ। ਜੇ ਦਿਖਾਣਾ ਤਾਂ ਆਪਣੀ ਫੈਮਿਲੀ ਨੂੰ ਕਰਕੇ ਦਿਖਾਓ, ਜੇ ਦਿਖਾਣਾ ਆਪਣੇ ਆਪ ਨੂੰ ਕਰਕੇ ਦਿਖਾਓ। ਸੋ ਬੰਟੀ ਜੀ ਕਹਿੰਦੇ ਆਈ ਲਵ ਪੋਜ਼ਿਟਿਵ ਪੀਪਲਸ ਐਂਡ ਪੋਜ਼ਿਟਿਵਿਟੀ। ਬਿਲਕੁਲ ਜੀ, ਦੇਖੋ ਇਹਨਾਂ ਨੇ ਕਿੰਨੀ ਵਧੀਆ ਗੱਲ ਲਿਖੀ ਆ। ਸੋ ਮੈਂ ਆਲਵੇਜ਼ ਮੈਂ ਖੁਦ ਸੋਚ ਕੇ ਚੱਲਦਾ ਹੁੰਦਾ, we attract who we are not whom you want। ਸੋ ਬੇਸਿਕਲੀ ਅਸੀਂ ਉਹਨਾਂ ਲੋਕਾਂ ਵੱਲ ਹੀ ਅਟਰੈਕਟ ਹੁੰਨੇ ਆ ਜਿਹੜੇ ਸਾਡੇ ਵਰਗੇ ਹੁੰਦੇ ਆ। ਬਿਲਕੁਲ। ਸੋ ਇਹ ਬਹੁਤ ਵਧੀਆ ਕੋਟ ਆ, ਮੈਂ ਆਲਵੇਜ਼ ਮਾਈਂਡ ਦੇ ਵਿੱਚ ਰੱਖਦਾ। ਸੋ ਜਿਹਦੇ ਨਾਲ ਤੁਹਾਡੀ ਵਾਈਬ ਜਾਂ ਥਿੰਕਿੰਗ ਮੈਚ ਨਹੀਂ ਹੁੰਦੀ, ਤੁਸੀਂ ਜ਼ਿਆਦਾ ਟਾਈਮ ਉਹਦੇ ਨਾਲ ਨਹੀਂ ਬੋਲ ਵਰਤ ਸਕਦੇ। ਸੋ ਐਟ ਦਾ ਐਂਡ ਤੁਹਾਨੂੰ ਕੱਟ ਆਫ ਕਰਨਾ ਹੀ ਪੈਣਾ ਵਾ, ਰਾਈਟ? ਸੋ ਇਹ ਆਲਵੇਜ਼ ਸਾਡੇ ਤੋਂ ਹੀ ਸਟਾਰਟਿੰਗ ਹੁੰਦੀ ਆ। ਜੋ ਅਸੀਂ ਸੋਚਾਂਗੇ ਉਹ ਵੀ ਸਾਡੇ ਆਲੇ ਦੁਆਲੇ ਕ੍ਰੀਏਟ ਹੁੰਦਾ ਜੀ। ਬਿਲਕੁਲ। ਔਰ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਰਹੇ ਹੈਗੇ ਆ, ਕਾਲ ਕਰਨ ਲਈ ਨੰਬਰ ਇੱਕੋ ਹੀ ਆ 905 226 86 86। ਲਾਈਵ ਨੂੰ ਸ਼ੇਅਰ ਲਾਈਕ ਜ਼ਰੂਰ ਕਰੋ ਤਾਂ ਕਿ ਵੱਧ ਤੋਂ ਵੱਧ ਜਣੇ ਸਾਡੇ ਨਾਲ ਜੁੜਨ। ਔਰ ਜੋਤ ਨੇ ਕਮੈਂਟ ਕੀਤਾ ਸੀ, ਉਹ ਸਟੂਡੈਂਟ ਨੇ ਇੱਥੇ। ਜੋਤ, ਇੱਕ ਚੀਜ਼ ਹਮੇਸ਼ਾ ਜ਼ਿੰਦਗੀ 'ਚ ਯਾਦ ਰੱਖਿਓ, ਜਦੋਂ ਤੁਸੀਂ ਕੈਨੇਡਾ ਆਉਣ ਦਾ ਇੱਕ ਸੁਪਨਾ ਦੇਖਿਆ ਸੀ ਨਾ, ਇੰਡੀਆ ਤੋਂ ਤੁਰੇ ਸੀ, ਹੁਣ ਮੈਨੂੰ ਨਹੀਂ ਪਤਾ ਤੁਸੀਂ ਇੰਡੀਆ ਤੋਂ ਟਰੈਵਲ ਕੀਤਾ ਜਾਂ ਕਿਸੇ ਹੋਰ ਕੰਟਰੀ ਤੋਂ, ਪਰ ਇੰਡੀਆ ਤੋਂ ਜਦੋਂ ਤੁਸੀਂ ਤੁਰੇ ਸੀ, ਤੁਸੀਂ ਇੱਕ ਸੁਪਨਾ ਲੈ ਕੇ ਤੁਰੇ ਸੀ। ਤੁਹਾਨੂੰ ਉਦੋਂ ਵੀ ਪਤਾ ਸੀ ਕਿ ਮੈਂ ਸਟੂਡੈਂਟ ਚੱਲਿਆ, ਮੈਨੂੰ ਨਹੀਂ ਪਤਾ ਉੱਥੇ ਕੰਮ ਮਿਲੂਗਾ ਨਹੀਂ ਮਿਲੂਗਾ, ਮੈਂ ਜੌਬ ਕਰ ਪਾਊਂਗਾ ਨਹੀਂ ਕਰ ਪਾਊਂਗਾ, ਪਰ ਇੱਕ ਸੁਪਨਾ ਸੀ ਕਿ ਮੈਂ ਕੈਨੇਡਾ ਜਾਣਾ, ਆਪਣੀ ਫੈਮਿਲੀ ਨੂੰ ਕੁਝ ਕਰਕੇ ਦਿਖਾਣਾ, ਆਪਣੀ ਫੈਮਿਲੀ ਦੀਆਂ ਜੋ ਉਹਨਾਂ ਦੇ ਸੁਪਨੇ ਆ ਉਹ ਪੂਰੇ ਕਰਨੇ ਆ। ਸੋ ਬੀਇੰਗ ਅ ਸਟੂਡੈਂਟ ਤੁਸੀਂ ਆਪਣੇ ਆਪ ਗੋਲ ਅਚੀਵ ਕਰ ਪਾਉਂਗੇ, ਪਰ ਡਿਪਰੈਸ਼ਨ ਵਾਲੇ ਪਾਸੇ ਨੂੰ ਨਹੀਂ ਜਾਣਾ। ਡਜ਼ਨਟ ਮੈਟਰ ਕੋਈ ਤੁਹਾਨੂੰ ਕੁਝ ਵੀ ਕਹਿੰਦਾ, ਤੁਸੀਂ ਸਿਰਫ ਗੱਲ ਆਪਣੀ ਸੁਣਨੀ ਆ, ਜਾਂ ਉਹ ਬੰਦੇ ਦੀ ਜਿਹੜਾ ਤੁਹਾਡਾ ਭਲਾ ਚਾਹੁੰਦਾ, ਜਾਂ ਜਿਹੜਾ ਤੁਹਾਡਾ ਵਾਕਈ ਹੀ ਚਾਹੁੰਦਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਕਰੋ। ਕਿਉਂਕਿ
10 ਦੇ ਵਿੱਚੋਂ ਸਿਰਫ 2 ਬੰਦੇ ਹੋਣਗੇ ਜਿਹੜਾ ਇਹ ਚਾਹਣਗੇ ਕਿ ਤੁਸੀਂ ਕੁਝ ਕਰ ਸਕਦੇ ਆ। ਬਾਕੀ ਜਿਹੜੇ 8 ਬੰਦੇ ਆ ਨਾ, ਉਹ ਤੁਹਾਨੂੰ ਨੈਗੇਟਿਵ ਪਾਸੇ ਨੂੰ, ਉਹ ਕੰਮ ਤਾਂ ਮਿਲਣਾ ਹੀ ਹੈ ਨਹੀਂ, ਕੰਮ ਤਾਂ ਬਹੁਤ ਔਖੇ ਹੋਏ ਆ। ਪਰ ਜੇ ਤੁਸੀਂ ਲੱਭਣ ਜਾਓ ਨਾ, ਕਹਿੰਦੇ ਦੀਵਾ ਲੈ ਕੇ ਆਪਾਂ ਕੁਝ ਲੱਭਣ ਜਾਂਦੇ ਨਾ, ਲੱਭ ਜ਼ਰੂਰ ਜਾਂਦਾ, ਰੱਬ ਵੀ ਮਿਲ ਜਾਂਦਾ। ਬਿਲਕੁਲ। ਪਰ ਲੱਭਣ ਦੀ ਤੁਹਾਡੀ ਚਾਹ ਜਿਹੜੀ ਹੈਗੀ ਆ ਉਹ ਦਿਲੋਂ ਆ ਕਿ ਲੋਕ ਦਿਖਾਵਾ ਕਿ ਉੱਪਰਲੇ ਮਨੋਂ ਆ। ਲਖਵੀਰ ਕੀ ਕਹੋ? ਬਿਲਕੁਲ ਜੀ। ਸੋ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਹੈ, ਕਹਿੰਦੇ ਲੱਭਣ ਤੇ ਤਾਂ ਰੱਬ ਵੀ ਲੱਭ ਜਾਂਦਾ। ਬਿਲਕੁਲ। ਸੋ ਇੱਕ ਸਾਡੇ ਤੋਂ ਹੀ ਜੇ ਸਟਾਰਟਿੰਗ ਆ, ਹੁਣ ਕੋਈ ਵੀ ਚੀਜ਼ ਆ, ਹੁਣ ਮੰਨ ਲਓ ਮੈਂ ਇੱਕ ਆਪਣਾ ਇਸ ਸਾਲ ਦਾ ਕੋਈ ਗੋਲ ਸੈੱਟ ਕਰ ਲਿਆ ਜੀ। ਹੁਣ ਇੱਕ ਤਾਂ ਉਹ ਮੈਂ ਗੋਲ ਸੈੱਟ ਕਰ ਲਿਆ, ਇੱਕ ਉਹਨੂੰ ਪਾਉਣ ਦੇ ਲਈ ਮੈਂ ਮਿਹਨਤ ਕਰ ਰਿਹਾ ਜੀ। ਸੋ ਅਗਰ ਮੈਂ ਉਹਨੂੰ ਮਿਹਨਤ ਕਰ ਰਿਹਾ ਦਿਨ ਰਾਤ, ਤੁਸੀਂ ਜਦੋਂ ਵੀ ਤੁਹਾਡੇ ਕੋਲ ਟਾਈਮ ਆ, ਜੋ ਵੀ ਤੁਸੀਂ ਗੋਲ ਆਪਦਾ ਸੈੱਟ ਕਰਦੇ ਹੋ, ਉਹਦੇ ਲਈ ਮਿਹਨਤ ਕਰਦੇ ਹੋ ਉਹਨੂੰ ਅਚੀਵ ਕਰਨ ਦੇ ਲਈ, ਤਾਂ ਤੁਹਾਡੀ ਉਹ ਲਗਨ ਸਾਰਾ ਕੁਝ ਉਧਰ ਲੱਗ ਰਿਹਾ ਵਾ। ਸੋ ਡੈਫੀਨਿਟਲੀ ਐਟ ਦਾ ਐਂਡ ਤੁਸੀਂ ਉਹਨੂੰ ਅਚੀਵ ਕਰੋਗੇ ਹੀ ਕਰੋਗੇ। ਜੇ ਹੁਣ ਇਹ ਆ ਵੀ ਅਸੀਂ ਗੋਲ ਸੈੱਟ ਕਰ ਲਿਆ ਬਟ ਮੈਂ ਉਹਦੇ ਲਈ ਐਫਰਟ ਕੋਈ ਨਹੀਂ ਕਰ ਰਿਹਾ, ਸੋ ਆਬਵੀਅਸਲੀ ਉਹ ਗੋਲ ਤੇ ਪਹੁੰਚਣਾ ਬਹੁਤ ਹਾਰਡ ਆ ਸਾਡੇ ਲਈ। ਬਿਲਕੁਲ ਰਾਈਟ। ਮਿਹਨਤ ਤਾਂ ਹੀ ਕਰਨੀ ਪੈਣੀ ਆ, ਸਟਰਗਲ ਕਰਨੀ ਹੀ ਪੈਣੀ ਆ ਆਪਾਂ ਨੂੰ। ਹੁਣ ਥਾਲੀ ਤਾਂ ਕਹਿੰਦੇ ਜੇ ਥਾਲੀ ਸੱਜ ਕੇ ਵੀ ਆ ਗਈ ਨਾ, ਰੋਟੀ ਤਾਂ ਆਪ ਹੀ ਤੋੜ ਕੇ ਖਾਣੀ ਪੈਣੀ ਬਿਲਕੁਲ ਜੀ। ਸੋ ਬੈਠੇ ਬਿਠਾਏ ਜੇ ਜੌਬ ਵੀ ਮਿਲ ਗਈ, ਪਰ ਉੱਥੇ ਪੈਨ, ਚਾਹੇ ਪੈਨ ਵਾਲੀ ਜੌਬ ਹੀ ਆ ਵੀ ਤੁਸੀਂ ਦਫ਼ਤਰ 'ਚ ਬੈਠੇ ਆ, ਆਫਿਸ 'ਚ ਬੈਠੇ ਆ, ਲਿਖਣਾ ਤਾਂ ਸਾਨੂੰ ਹੀ ਪੈਣਾ, ਬੌਸ ਨੇ ਆ ਕੇ ਤਾਂ ਲਿਖਣਾ ਨਹੀਂ। ਤੇ ਜੇ ਲਿਖਾਂਗੇ ਨਹੀਂ, ਬੌਸ ਨੂੰ ਕੁਝ ਦਿਖੂਗਾ ਨਹੀਂ, ਤਾਂ ਫੇਰ ਤਾਂ ਕੰਮ ਤੋਂ ਨਿਕਲੇ ਹੀ ਸਮਝੋ। ਤੇ ਇਸ ਕਰਕੇ ਥਾਲੀ ਪਰੋਸੀ ਪਰਸਾਈ ਮਿਲ ਜਾਵੇ, ਇਦੋਂ ਵਧੀਆ ਗੱਲ ਨਹੀਂ ਹੁੰਦੀ। ਪਰ ਉਸ ਥਾਲੀ ਦੇ ਵਿੱਚੋਂ ਨਿਵਾਲਾ ਤੋੜ ਕੇ ਖਾਣਾ ਸਾਡੀ ਜ਼ਿੰਮੇਵਾਰੀ ਹੁੰਦੀ ਆ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨੈਗੇਟਿਵਿਟੀ, ਤੁਸੀਂ ਮੇਰੇ ਚਿਹਰੇ ਦੀ ਸਮਾਈਲ ਔਰ ਲਖਵੀਰ ਦੇ ਚਿਹਰੇ ਦੀ ਸਮਾਈਲ ਤੁਹਾਨੂੰ ਦੱਸ ਰਹੀ ਹੋਗੀ ਕਿ ਜ਼ਿੰਦਗੀ 'ਚ ਅਸੀਂ ਬਹੁਤ ਨੈਗੇਟਿਵਿਟੀ ਦੇਖੀ ਆ, ਪਰ ਉਸ ਨੈਗੇਟਿਵਿਟੀ ਨੂੰ ਪੋਜ਼ਿਟਿਵਿਟੀ ਦੇ ਵਿੱਚ ਕਿੱਦਾਂ ਬਦਲਣਾ ਹੈਗਾ, ਇਹ ਆਪਣੇ ਤੇ ਡਿਪੈਂਡ ਕਰਦਾ। ਸੋ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹੁੰਦੇ ਆ, ਤੁਸੀਂ ਇਸ ਬਾਰੇ ਕੀ ਕਹੋਗੇ? ਕਿਉਂਕਿ ਲਖਵੀਰ ਆਪਾਂ ਮੀਡੀਆ ਦੇ ਵਿੱਚ ਹੋਣ ਕਰਕੇ ਸੋ ਦਿਨ ਰਾਤ ਸਾਨੂੰ ਕੋਈ ਨਾ ਕੋਈ ਕਾਲਸ ਆਉਂਦੀਆਂ ਨੇ, ਕੋਈ ਪ੍ਰੋਬਲਮਸ ਦੇ ਵਿੱਚ ਹੁੰਦਾ ਹੈਗਾ। ਸੋ ਪਰ ਸਾਨੂੰ ਉਸ ਪ੍ਰੋਬਲਮਸ ਦੇ ਵਿੱਚੋਂ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਇਹ ਬੰਦਾ ਜੇ ਮੈਨੂੰ ਕਾਲ ਕਰ ਰਿਹਾ, they believe on me ਕਿ ਕਮਲ ਜੀ ਕੁਝ ਕਰ ਸਕਦੇ ਆ, ਜਾਂ ਕਮਲ ਹੁਣ ਜੇ ਉਹੀ ਕਾਲਸ ਮੈਂ ਸੁਣ ਕੇ ਔਰ ਉਹਨਾਂ ਨੂੰ ਇਗਨੋਰ ਕਰਦਾ, ਉਹਨਾਂ ਨੂੰ ਰਿਪਲਾਈ ਨਾ ਕਰਾਂ ਜਾਂ ਉਹਨਾਂ ਨੂੰ ਆਨਸਰ ਨਾ ਕਰਾਂ, ਕਿਤੇ ਨਾ ਕਿਤੇ ਉਹਨਾਂ ਦਾ ਉਹ ਟਰਸਟ ਟੁੱਟ ਜਾਊਗਾ। ਤਾਂ ਮੈਂ ਗਵਾਉਂਗੀ ਇੱਕ ਬੰਦਾ ਜਿਹਨੇ ਮੈਨੂੰ ਕਾਲ ਕੀਤੀ, ਪਰ ਉਹ 10 ਬੰਦਿਆਂ ਨੂੰ ਅੱਗੇ ਜਾ ਕੇ ਦੱਸਣਗੇ ਵੀ ਕਮਲ ਜੀ ਤੱਕ ਆ ਮੈਨੂੰ ਕੰਮ ਸੀਗਾ, ਪਰ ਇਹਨਾਂ ਨੇ ਮੇਰੀ ਕਾਲ ਨਹੀਂ ਚੱਕੀ ਹੈਗੀ, ਜਾਂ ਮੈਨੂੰ ਆਨਸਰ ਬੈਕ ਨਹੀਂ ਕੀਤਾ, ਜਾਂ ਇਹ ਆਲਵੇਜ਼ ਕਹਿੰਦੇ ਆ ਕਿ ਅਸੀਂ ਕਮਿਊਨਿਟੀ ਦੀ ਹੈਲਪ ਕਰਦੇ ਆ। ਉਹ ਮੇਰੀ ਇਮੇਜ ਕਿਤੇ ਨਾ ਕਿਤੇ ਇਫੈਕਟ ਹੋ ਰਹੀ ਆ। ਉਹ ਵੀ ਇੱਕ ਤਰ੍ਹਾਂ ਦੀ ਨੈਗੇਟਿਵਿਟੀ ਆ, ਜਿਹੜੀ ਜੇ ਮੈਂ ਉਹਨੂੰ ਚਾਹੁੰਦੀ ਤਾਂ ਪੋਜ਼ਿਟਿਵਿਟੀ ਦੇ ਵਿੱਚ ਬਦਲ ਸਕਦੀ ਸੀ, ਉਹਨਾਂ ਨੂੰ ਰਿਪਲਾਈ ਬੈਕ ਕਰਕੇ, ਉਹਨਾਂ ਨੂੰ ਫੋਲੋ ਅਪ ਕਰਕੇ, ਪਰ ਜੇ ਮੈਂ ਨਹੀਂ ਕਰਦੀ, ਦੈਟਸ ਆਲਸੋ ਦ ਪਾਰਟ ਆਫ ਨੈਗੇਟਿਵਿਟੀ। ਸੋ ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਥਾਟ ਕੋਈ ਵੀ ਆ, ਬੰਦਾ ਕੋਈ ਵੀ ਆ ਜਿਹੜਾ ਤੁਹਾਨੂੰ ਅਪਰੋਚ ਕਰ ਰਿਹਾ ਹੈਗਾ, ਪਰ ਉਸ ਅਪਰੋਚ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਲੈਣਾ, ਉਹ ਤੁਹਾਡੀ ਆਪਣੀ ਮਰਜ਼ੀ ਆ। ਪੋਜ਼ਿਟਿਵ ਥਾਟਸ ਸਾਡੀ ਜ਼ਿੰਦਗੀ ਦੇ ਵਿੱਚ ਮਾਇਨੇ ਰੱਖਦੇ ਆ। ਬਿਲਕੁਲ ਜੀ। ਪਰ ਉਹ ਪੋਜ਼ਿਟਿਵ ਥਾਟਸ ਜਿਹੜੇ ਨੇ ਕਿਸ ਹੱਦ ਤੱਕ ਅਸੀਂ ਲੈ ਕੇ ਜਾਣੇ ਆ, ਜਾਂ ਉਹਨਾਂ ਨੂੰ ਆਪਣੇ ਗੋਲ ਵਾਸਤੇ ਕਿੱਦਾਂ ਅਚੀਵ ਕਰਨਾ, ਉਹ ਵੀ ਬਹੁਤ ਜ਼ਰੂਰੀ ਹੈਗਾ। ਸੋ ਤੁਸੀਂ ਸਾਡੇ ਨਾਲ ਸ਼ੇਅਰ ਕਰ ਰਹੇ ਆ ਆਪਣੀ ਥਾਟਸ, ਲਾਈਵ ਨੂੰ ਸ਼ੇਅਰ ਲਾਈਕ ਜ਼ਰੂਰ ਕਰੋ। ਨਾਲ ਦੀ ਨਾਲ ਅਸੀਂ ਇੰਸ਼ੋਰੈਂਸ ਦੀ ਗੱਲਬਾਤ ਕਰ ਰਹੇ ਆ। ਸੋ ਲਖਵੀਰ, ਜਿੱਥੇ ਆਪਾਂ ਵਿਜ਼ਟਰ ਦੀ ਗੱਲ ਕੀਤੀ, ਇੱਥੇ ਵਿਜ਼ਟਰ ਦੇ ਰਿਲੇਟਡ ਇੱਕ ਹੋਰ ਚੀਜ਼ ਆ ਜਿਹੜੀ ਆਪਾਂ ਨੂੰ ਆਲਵੇਜ਼ ਸੁਣਨ ਨੂੰ ਮਿਲਦੀ ਆ, ਕਿਉਂਕਿ ਆਪਣੇ ਬੈਕ ਹੋਮ ਦੇ ਵਿੱਚ ਮਾੜੀ ਮੋਟੀ ਗੋਲੀ ਆਪਾਂ ਕਹਿ ਦਿੰਦੇ ਸੀਗੇ ਕਿ ਸਾਡੇ ਪੇਰੈਂਟਸ ਕੋਈ ਹੈਲਥ ਇਸ਼ੂ ਵੈਸੇ ਸੀਰੀਅਸ ਨਹੀਂ ਹੈਗਾ, ਪਰ ਮਾੜੀ ਮੋਟੀ ਗੋਲੀ ਕਦੇ ਖਾ ਲੈਂਦੇ ਆ, ਕਦੇ BP ਦੀ ਖਾ ਲੈਂਦੇ ਆ, ਕਦੇ ਸ਼ੂਗਰ ਦੀ ਖਾ ਲੈਂਦੇ ਆ, ਜਾਂ ਕੋਈ ਪੇਨ ਕਿਲਰਸ ਹੋ ਗਈਆਂ। ਸੋ ਉਹ ਜਿਹੜੀ ਮਾੜੀ ਮੋਟੀ ਗੋਲੀ ਆ, ਆਪਣੀ ਕੈਨੇਡਾ ਦੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਨੇ, ਉਹਨਾਂ ਦੀ ਲੈਂਗੁਏਜ ਦੀ ਜੇ ਮੈਂ ਗੱਲ ਕਰਾਂ, ਸੋ ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਬਿਲਕੁਲ ਜੀ। ਸੋ ਜਦੋਂ ਆਪਾਂ ਇੱਥੇ ਇੰਸ਼ੋਰੈਂਸ ਲੈਣੀ ਆ, ਮੈਡੀਕਲ ਇੰਸ਼ੋਰੈਂਸ ਆ, ਸੋ ਜ਼ਰੂਰ ਆਪਣੇ ਪੇਰੈਂਟਸ ਨਾਲ ਮੇਕ ਸ਼ੋਰ ਕਰਿਆ ਕਰੀਏ ਵੀ ਅਗਰ ਉਹਨਾਂ ਦੀ ਕੋਈ ਵੀ ਮੈਡੀਸਨ ਚੱਲਦੀ ਹੈ, ਚਾਹੇ ਉਹ ਓਕੇਜ਼ਨਲੀ 6 ਮਹੀਨੇ ਸਾਲ ਦੇ ਵਿੱਚ ਕੋਈ ਮੈਡੀਸਨ ਖਾਂਦੇ ਆ, ਤਾਂ ਜ਼ਰੂਰ ਉਹ ਡਿਸਕਲੋਜ਼ ਕਰਿਆ ਕਰੋ। ਰੀਜ਼ਨ ਕਿਉਂਕਿ ਕਈ ਵਾਰੀ ਆਪਾਂ ਪੇਰੈਂਟਸ ਨੂੰ ਪੁੱਛਦੇ ਵੀ ਆ, ਸਾਨੂੰ ਇੱਧਰ ਆਇਆ ਨੂੰ ਟਾਈਮ ਹੋ ਗਿਆ ਹੁੰਦਾ ਵੀ ਉਹ ਕਿੱਦਾਂ, ਤੁਸੀਂ ਠੀਕ ਠਾਕ ਹੋ? ਪੇਰੈਂਟਸ ਨਹੀਂ ਦੱਸਦੇ, ਉਹਨਾਂ ਨੂੰ ਹੁੰਦਾ ਵੀ ਬੱਚੇ ਫਿਕਰ ਕਰਨਗੇ, ਬਟ ਜਦੋਂ ਤੁਸੀਂ ਪਾਰਟੀਕੂਲਰ ਉਹਨਾਂ ਨੂੰ ਹਾਈਲਾਈਟ ਕਰਕੇ ਪੁੱਛਦੇ ਹੋ ਵੀ ਸਾਨੂੰ ਸੱਚ ਦੱਸੋ ਵੀ ਤੁਹਾਡੇ ਮੈਡੀਕਲ ਇੰਸ਼ੋਰੈਂਸ ਦੇ ਬਾਰੇ ਮੈਂ ਗੱਲਬਾਤ ਕਰ ਰਿਹਾ, ਅਗਰ ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਬਹੁਤ
ਬੈਡਲੀ ਸਟਕ ਹੋ ਸਕਦੇ ਆ। ਬਿਲਕੁਲ। ਸੋ ਸਿਨੈਰੀਓ ਦੇ ਵਿੱਚ ਅਗਰ ਸਾਡੇ ਪੇਰੈਂਟਸ ਕੋਈ ਵੀ ਮੈਡੀਸਨ ਖਾਂਦੇ ਆ, ਚਾਹੇ ਉਹ ਓਕੇਜ਼ਨਲੀ ਹੀ ਲੈਂਦੇ ਆ, ਜੀ। ਸੋ ਜਰੂਰ ਐਡਵਾਈਜ਼ਰ ਨੂੰ ਅਪ ਫਰੰਟ ਡਿਸਕਲੋਜ਼ ਕਰ ਦਿਆ ਕਰੋ, ਜੀ। ਤਾਂ ਜੋ ਕੱਲ ਨੂੰ ਇੱਥੇ ਆ ਕੇ ਕੋਈ ਮੇਜਰ ਕਮਲ ਜੀ ਕੋਈ ਪ੍ਰੋਬਲਮ ਆਉਂਦੀ ਆ। ਬਿਲਕੁਲ। ਹੁਣ ਜਦੋਂ ਇੱਥੇ ਬਲੱਡ ਵਰਕ ਹੋਣਾ, ਸਾਰੇ ਟੈਸਟ ਹੋਣੇ ਆ, ਉਹਦੀ ਜੀ। ਰਿਪੋਰਟਾਂ ਦੇ ਵਿੱਚ ਡਾਕਟਰ ਨੂੰ ਕਲੀਅਰ ਹੋ ਜਾਣਾ, ਬਿਲਕੁਲ। ਉਹਨੇ ਐਜ਼ ਇਟ ਇਜ਼ ਰਿਪੋਰਟਸ ਦੇ ਵਿੱਚ ਲਿਖ ਦੇਣਾ ਵੀ ਇਸ ਪਰਸਨ ਦੀ ਇਹ ਕੋਈ ਮੈਡੀਸਨ ਚੱਲਦੀ ਆ। ਜੀ। ਜਾਂ ਕਈ ਵਾਰੀ ਕੀ ਹੁੰਦਾ, ਜੇ ਵੱਡਾ ਕਲੇਮ ਆ, ਜੇ ਮੰਨ ਲਓ ਹਾਰਟ ਦੀ ਪ੍ਰੋਬਲਮ ਆ ਜੀ। ਗਈ, ਘਬਰਾਏ ਹੋਏ ਅਸੀਂ ਵੀ ਦੱਸ ਦਿੰਨੇ ਆ ਬਿਲਕੁਲ। ਵੀ ਤਾਂ ਜੋ ਬੈਟਰ ਟ੍ਰੀਟਮੈਂਟ ਹੋ ਜੀ, ਸਕੇ। ਜੀ। ਅਗਰ ਤੁਸੀਂ ਰਾਈਟ ਪਲਾਨ ਚੂਜ਼ ਕੀਤਾ ਹੋਊਗਾ ਉਹਨਾਂ ਦੀਆਂ ਹੈਲਥ ਕੰਡੀਸ਼ਨਸ ਦੇ ਅਕੋਰਡਿੰਗ, ਤਾਂ ਸਾਨੂੰ ਕਲੇਮ ਟਾਈਮ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਜੀ। ਸੋ ਇਹਨੂੰ ਜਰੂਰ ਡਿਸਕਲੋਜ਼ ਕਰਿਆ ਕਰੋ। ਸੋ ਸਾਰੀਆਂ ਆਪਸ਼ਨਸ ਅਵੇਲੇਬਲ ਹੈਗੀਆਂ। ਜੀ ਬਿਲਕੁਲ, ਤੁਸੀਂ ਗੱਲਬਾਤ ਕਰਨੀ ਹੈ, ਵਿਜ਼ਟਰ ਸੁਪਰ ਵੀਜ਼ਾ ਦੇ ਕੋਟੇਸ਼ਨਸ ਲੈਣੀਆਂ ਨੇ ਤਾਂ ਲਖਵੀਰ ਤੁਹਾਨੂੰ ਲਿੰਕ ਵੀ ਭੇਜ ਸਕਦੇ, ਇਹਨਾਂ ਦੇ ਨੰਬਰ ਤੇ ਤੁਸੀਂ ਟੈਕਸਟ ਮੈਸੇਜ ਕਰ ਦਿਓ। ਤੁਸੀਂ ਸਿਰਫ ਆਪਣੀ ਈਮੇਲ ਆਈਡੀ ਨਾਲ ਦੀ ਨਾਲ ਉਹਨਾਂ ਦੀ ਡੇਟ ਆਫ ਬਰਥ ਜੇ ਤੁਸੀਂ ਭੇਜਦੇ ਆ ਆਪਣੇ ਨੰਬਰ ਤੋਂ, ਤਾਂ ਤੁਹਾਨੂੰ ਰਾਈਟ ਅਵੇ WhatsApp ਤੇ ਲਿੰਕ ਵੀ ਆ ਸਕਦਾ। ਔਰ ਇਸ ਤੋਂ ਇਲਾਵਾ ਜੇ ਈਮੇਲ ਭੇਜਦੇ ਤੁਹਾਨੂੰ ਇਹ ਲਿੰਕ ਈਮੇਲ ਵੀ ਕਰ ਸਕਦੇ ਆ, ਪਰ ਉਹਦੇ ਵਾਸਤੇ ਤੁਹਾਨੂੰ ਨੰਬਰ ਨੋਟ ਕਰ ਲਓ 416 624 9798 416 62499798 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ। ਸੋ ਲੈਣੇ ਆ ਇੱਥੇ ਇੱਕ ਛੋਟੀ ਜੀ ਬ੍ਰੇਕ ਔਰ ਮੁੜਦੇ ਆ ਇਸ ਬ੍ਰੇਕ ਤੋਂ ਬਾਅਦ। ਮੈਂ ਜੰਮੀ ਪਲੀ ਪੰਜਾਬ ਦੀ, ਭਾਵੇਂ ਬੈਠੀ ਵਿੱਚ ਪਰਦੇਸ, ਮੈਂ ਅੱਜ ਵੀ ਲਵਾਂ ਫੁਲਕਾਰੀਆਂ, ਨਾ ਭੁੱਲੀ ਬੰਬਲਾਂ ਵਾਲਾ ਖੇਸ। ਪੰਜਾਬ ਪੰਜਾਬੀਆਂ ਦੀ ਗੱਲ ਕਰਦਾ, ਸੁਰ ਪਰਦੇਸੀ ਰੇਡੀਓ। ਕਮਲ ਕੌਰ ਲੈ ਕੇ ਹਾਜ਼ਰ ਹੈ ਤੁਹਾਡਾ ਖਤਮ ਹੋਇਆ ਇੰਤਜ਼ਾਰ। ਤੁਸੀਂ ਸੁਣੋ ਸੁਰ ਪਰਦੇਸੀ, ਜੋ ਦੇਵੇ ਦੁਨੀਆ ਦੀ ਖਬਰਸਾਰ। ਮਨੋਰੰਜਨ ਜਾਣਕਾਰੀ ਨਾਲ ਭਰਪੂਰ 24 ਘੰਟੇ 7 ਦਿਨ ਤੁਹਾਡੇ ਨਾਲ, ਸੁਰ ਪਰਦੇਸੀ ਰੇਡੀਓ। ਨਿਊਜ਼ ਗੁਰਬਾਣੀ ਤੇ ਦੇਸ਼ ਦੁਨੀਆ ਦੀ ਗੱਲ ਸੁਣੋ ਸੁਰ ਪਰਦੇਸੀ ਰੇਡੀਓ ਨਾਲ। ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਅੱਜ ਹੀ ਕਾਲ ਕਰੋ 905 226 8686 905 226 8686 416 357 8800 416 357 8800। ਸੁਰ ਪਰਦੇਸੀ ਰੇਡੀਓ। प्रॉपर्टी च लॉयल ते प्रोफेशनल एडवाइस कित्थों मिले? ਟੀ ਗਿੱਲ ਰੀਅਲਟਰਸ ਤੋਂ। ਮੇਰੀ ਪ੍ਰਾਪਰਟੀ ਨੂੰ ਰਾਈਜ਼ ਕੌਣ ਕਰਵਾਊ? ਪ੍ਰਾਪਰਟੀ 'ਚ ਮਿਲੇਗਾ ਰਾਈਜ਼, ਲਾਇਲ ਤੇ ਪ੍ਰੋਫੈਸ਼ਨਲ ਐਡਵਾਈਸ ਟੀ ਗਿੱਲ ਰੀਅਲਟਰਸ ਤੋਂ। ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਜਾਂ ਵੇਚਣ ਜਾਂ ਪ੍ਰਾਪਰਟੀ ਵਿੱਚ ਇਨਵੈਸਟ ਕਰਨ ਲਈ ਯਾਦ ਰੱਖੋ ਟੀਗਿਲ ਰੀਅਲਟਰਸ। ਸ਼ੁਰੂਆਤ ਤੋਂ ਗ੍ਰਹਿ ਪ੍ਰਵੇਸ਼ ਤੱਕ ਹਰ ਕਦਮ ਤੇ ਤੁਹਾਡੀ ਮਦਦ ਕਰਦੇ ਨੇ। Buy for less, Teagle Realtors. For buying, selling, investing, contact Teagle Realtors. आज ही कॉल करो 416 357 8800। 416 357 8800। Teagle Realtors 416 27। Authentic veg and non-veg North and South Indian food cooked by well-experienced chefs. Come today and enjoy our excellent dining space at India's Taste and Bar. We have private party rooms and patio. We also make the best Indian sweets and eggless cakes. Call today for info and reserve at 905-785-5959 or visit indiastaste.ca. India's Taste is the largest all-day buffet and bar, serving 7 days a week in Mississauga, Brampton and Markham. We offer the exotic and authentic veg and non-veg North and South Indian food cooked by well-experienced chefs. Come today and enjoy our excellent dining space at India's Taste and Bar. We have private party rooms and patio. We also make the best Indian sweets and eggless cakes. Call today for info and reserve at 905-785-5959 or visit indiastaste.ca. India's Taste is the largest all-day buffet and bar, serving 7 days a week in Mississauga, Brampton and Markham. We offer the exotic and authentic veg and non-veg North and South Indian food cooked by well-experienced chefs. Come today and enjoy our excellent dining space at India's Taste and Bar. We have private party rooms and patio. We also make the best Indian sweets and eggless cakes. Call today for info and reserve at 905-785-5959 or visit indiastaste.ca. India's Taste is the largest all-day buffet and bar, serving 7 days a week in Mississauga, Brampton and Markham. We offer the exotic and authentic veg and non-veg North and South Indian food cooked by well-experienced chefs. Come today and enjoy our excellent dining space at India's Taste and Bar. We have private party rooms and patio. We also make the best Indian sweets and eggless cakes. Call today for info and reserve at 905-785-5959
$59.59 or visit indiastaste.ca. India's Taste is the largest all-day buffet and bar, serving 7 days a week in Mississauga, Brampton, and Markham. We offer the exotic and authentic veg and non-veg North and South Indian food cooked by well-experienced chefs. Come today and enjoy our excellent dining space at India's Taste and Bar. We have private party rooms and patio. We also make the best Indian sweets and eggless cakes. Call today for info and reserve at 905-785-5959 or visit indiastaste.ca. India's Taste is the largest all-day buffet and bar, serving 7 days a week in Mississauga, Brampton, and Markham. We offer the exotic and authentic veg and non-veg North and South Indian food cooked by well-experienced chefs. Come today and enjoy our excellent dining space at India's Taste and Bar. We have private party rooms and patio. We also make the best Indian sweets and eggless cakes. Call today for info and reserve at 905-785-5959 or visit indiastaste.ca. India's Taste is the largest all-day buffet and bar, serving 7 days a week in Mississauga, Brampton, and Markham. We offer the exotic and authentic veg and non-veg North and South Indian food cooked by well-experienced chefs. Come today and enjoy our excellent dining space at India's Taste and Bar. We have private party rooms and patio. We also make the best Indian sweets and eggless cakes. Call today for info and reserve at 905-785-5959 or visit. ਠੀਕ ਹੋਊਗਾ ਵੈਸੇ ਤਾਂ ਫਿਲਟਰ ਆਪਾਂ ਬੰਦ ਕੀਤੇ ਹੋਏ ਆ ਸਾਰੇ ਆਈ ਡੋਨਟ ਨੋ ਕੀ ਪ੍ਰੋਬਲਮ ਆ ਰਹੀ ਆ ਕੋਈ ਐਰਰ ਹੀ ਸੀਗੀ ਜੀ ਬਿਲਕੁਲ ਸੋ ਤੁਸੀਂ ਮਾੜਾ ਜਿਹਾ ਹੁਣ ਲਾਈਵ ਨੂੰ ਦੁਬਾਰਾ ਸ਼ੇਅਰ ਕਰਨਾ ਪੈਣਾ ਇੰਨਾ ਕਸ਼ਟ ਦੁਬਾਰਾ ਕਰਨਾ ਪੈਣਾ ਸੌਰੀ ਤੁਹਾਨੂੰ ਵੀ ਸਾਰਿਆਂ ਨੂੰ ਬਾਦਰ ਕੀਤਾ ਸਤਿ ਸ਼੍ਰੀ ਅਕਾਲ ਅਮਨ ਕੀ ਹਾਲ ਚਾਲ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਨੇ ਸਾਡੀਆਂ ਪੋਜ਼ਿਟਿਵਿਟੀ ਨੂੰ ਲੈ ਕੇ ਕਿ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਐਟੀਟਿਊਡ ਜਾਂ ਫਿਰ ਮਾਈਂਡ ਦੇ ਵਿੱਚ ਜਿਹੜੀ ਪੋਜ਼ਿਟਿਵਿਟੀ ਹੈਗੀ ਆ ਉਹ ਮਾਇਨੇ ਰੱਖਦੀ ਹੈਗੀ ਜਾਂ ਉਹ ਸਾਨੂੰ ਮੋਟੀਵੇਟ ਕਰਦੀ ਆ ਜਾਂ ਫਿਰ ਜ਼ਿੰਦਗੀ ਦੇ ਵਿੱਚ ਜਿਹੜੀ ਨੈਗੇਟਿਵਿਟੀ ਆ ਉਹ ਸਾਨੂੰ ਮੋਟੀਵੇਟ ਕਰਦੀ ਆ ਸੋ ਲੈਟਸ ਸੀ ਕਿ ਨੈਗੇਟਿਵਿਟੀ ਨੂੰ ਪੋਜ਼ਿਟਿਵਿਟੀ ਦੇ ਵਿੱਚ ਬਦਲਣਾ ਚਾਹੀਦਾ ਜਾਂ ਫਿਰ ਆਪਣਾ ਐਟੀਟਿਊਡ ਹੀ ਪੋਜ਼ਿਟਿਵ ਰੱਖਣਾ ਚਾਹੀਦਾ ਇਸ ਤੋਂ ਇਲਾਵਾ ਜਿੱਦਾਂ ਸਾਨੂੰ ਨਿਸ਼ੂ ਆਪਣੇ ਬੰਟੀ ਜੀ ਨੇ ਕਮੈਂਟ ਕੀਤਾ ਸੀਗਾ ਕਿ ਆਪਾਂ ਪੋਜ਼ਿਟਿਵ ਲੋਕਾਂ ਨਾਲ ਹੀ ਰਹਿੰਦੇ ਆ ਸੋ ਸਾਡਾ ਐਟੀਟਿਊਡ ਵੀ ਪੋਜ਼ਿਟਿਵ ਹੀ ਰਹਿੰਦਾ ਹੈਗਾ ਸੋ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਰਹੇ ਆ 905 226 8686 ਨਾਲ ਦੀ ਨਾਲ ਲਖਵੀਰ ਦੀ ਟਿਕਟੌਕ ਆਈਡੀ ਵੀ ਤੁਸੀਂ ਜੁਆਇਨ ਕਰ ਸਕਦੇ ਲਖਵੀਰ ਕੀ ਆਈਡੀ ਹੈਗੀ ਟਿਕਟੌਕ ਲਖਵੀਰ ਟੱਟ ਨੇਮ ਤੋਂ ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਸ਼ੋ ਹੋ ਜਾਣੀ ਹੈ ਜੀ ਜੀ ਬਿਲਕੁਲ ਸੋ ਲਖਵੀਰ ਦੀ ਆਈਡੀ ਵੀ ਤੁਸੀਂ ਜੁਆਇਨ ਕਰਨੀ ਹੈਗੀ ਆ ਤੇ ਕੋਈ ਵੀ ਇੰਸ਼ੋਰੈਂਸ ਰਿਲੇਟਡ ਤੁਹਾਡਾ ਕੁਐਸਚਨ ਕੰਸਰਨ ਹੈਗਾ ਜ਼ਰੂਰ ਤੁਸੀਂ ਕਾਲ ਕਰੋ ਲਖਵੀਰ ਨੂੰ ਨੰਬਰ ਇੱਕੋ ਹੀ ਆ ਉਹਨਾਂ ਦਾ 416 624 9798 416-624-9798 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ ਗੱਲਾਂ ਕਰ ਰਹੇ ਆ ਨੈਗੇਟਿਵਿਟੀ ਨੂੰ ਲੈ ਕੇ ਸੋ ਜਿੱਥੇ ਤੱਕ ਨੈਗੇਟਿਵਿਟੀ ਦਾ ਸਵਾਲ ਹੈ ਨਾ ਜੀ ਜ਼ਿੰਦਗੀ ਤੇ ਸਵੇਰ ਤੋਂ ਉੱਠ ਕੇ ਸ਼ਾਮ ਨੂੰ ਰਾਤ ਤੱਕ ਤੁਹਾਨੂੰ ਪਤਾ ਨਹੀਂ ਕਿੰਨੀਆਂ ਕਿ ਨੈਗੇਟਿਵਿਟੀ ਆ ਜਾਣਗੇ ਕੋਈ ਤੁਹਾਡੇ ਕੱਪੜਿਆਂ ਦੇ ਕੋਈ ਕਮੈਂਟ ਕਰੂਗਾ ਈਵਨ ਦੋ ਅਸੀਂ ਰੇਡੀਓ ਸ਼ੋਅ ਕਰ ਰਹੇ ਹੁਣ ਵੀ 2-4 ਕਮੈਂਟ ਦਾ ਨੈਗੇਟਿਵ ਆ ਹੀ ਜਾਣੇ ਆ ਤੇ ਪਰ ਸਾਡੇ ਵਾਸਤੇ ਉਹ ਸਾਡੇ ਚਿਹਰੇ ਦੀ ਇੱਕ ਸਮਾਈਲ ਆ ਕਿਉਂਕਿ ਬੰਦੇ ਨੇ 2 ਮਿੰਟ ਕੱਢੇ ਆ ਸਾਡੇ ਵਾਸਤੇ ਇੱਕ ਕਮੈਂਟ ਲਿਖਣ ਵਾਸਤੇ ਬਿਲਕੁਲ ਜੀ ਡਸਨਟ ਮੈਟਰ ਉਹ ਨੈਗੇਟਿਵ ਕਮੈਂਟ ਆ ਡਸਨਟ ਮੈਟਰ ਉਹ ਪੋਜ਼ਿਟਿਵ ਕਮੈਂਟ ਆ ਬਿਲਕੁਲ ਜੀ ਪਰ ਸਾਡੇ ਵਾਸਤੇ ਉਹਦੇ ਉਹ 2 ਮਿੰਟ ਮਾਇਨੇ ਰੱਖਦੇ ਆ ਕਿਉਂਕਿ ਕਹਿੰਦੇ ਹੁੰਦੇ ਨਾ ਪਲਾਂ ਦਾ ਕੁਝ ਨਹੀਂ ਪਤਾ ਪਰ ਉਹ ਜ਼ਿੰਦਗੀ ਦੇ 2 ਮਿੰਟ ਕੱਢ ਕੇ ਉਹਨੇ ਸਾਡੇ ਤੇ ਸਪੈਂਡ ਕੀਤੇ ਅਸੀਂ ਉਹਨੂੰ ਵੀ ਐਪਰੀਸ਼ੀਏਟ ਕਰਦੇ ਹਾਂ ਲਖਵੀਰ ਕੀ ਕਹੋਗੇ ਬਿਲਕੁਲ ਜੀ ਸੋ ਦੇਖੋ ਹੁਣ ਕੋਈ ਵੀ ਭੈਣ ਭਰਾ ਜਦੋਂ ਕਿਤੇ ਕੋਈ ਕਮੈਂਟ ਕਰਦੇ ਜਾਂ ਆਪਾਂ ਕੰਪਲੀਮੈਂਟ ਦਿੰਨੇ ਆ ਕੁਝ ਵੀ ਦਿੰਨੇ ਆ ਦੇਖੋ ਉਹਦੇ ਐਫਰਟ ਤਾਂ ਉਹਦੇ 'ਚ ਵੀ ਲੱਗਦੇ ਆ ਬਿਲਕੁਲ ਸੋ ਉਹਨੇ ਚਾਹੇ ਉਹ ਬੋਲ ਕੇ ਕਮੈਂਟ ਪਾਸ ਕਰਨਾ ਵਾ ਰਾਈਟ ਜਾਂ ਕੋਈ ਕੰਪਲੀਮੈਂਟ ਵੀ ਦੇਣਾ ਵਾ ਜਾਂ ਉਹਨੂੰ ਕੋਈ ਲਿਖ ਕੇ ਦੇਣਾ ਵਾ ਸੋ ਆਪਾਂ ਆਲਵੇਜ਼ ਵੀ ਡੂ ਐਪਰੀਸ਼ੀਏਟ ਤੁਹਾਡਾ ਐਫਰਟ ਜੋ ਵੀ ਤੁਸੀਂ ਲਾਈਕ ਕਰਦੇ ਹੋ ਇਵਨ ਕਮੈਂਟ ਕਰਦੇ ਹੋ ਚਾਹੇ ਹੁਣ ਦੇਖੋ ਉਹ ਸਾਡੇ ਤੇ ਹੈ ਜੇ ਕੋਈ ਮੰਨ ਲਓ ਨੈਗੇਟਿਵ ਕਮੈਂਟ ਆ ਵੀ ਗਿਆ ਸੋ ਆਪਣੀ ਵੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਉਹਦੇ ਤੇ ਰਿਐਕਟ ਨਹੀਂ ਕਰਨਾ ਚਾਹੁੰਦੇ ਬਿਲਕੁਲ ਰਾਈਟ ਕਿਉਂਕਿ ਅਗੇਨ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਹੁਣ ਜੇ ਕੋਈ ਬੰਦਾ ਨੈਗੇਟਿਵ ਸੋਚ ਰਿਹਾ ਜਾਂ ਨੈਗੇਟਿਵਿਟੀ ਫੈਲਾ ਰਿਹਾ ਸੋ ਇਹ ਉਹਦਾ ਮਾਈਂਡਸੈਟ ਆ ਬਿਲਕੁਲ ਮੇਰਾ ਮਾਈਂਡਸੈਟ ਇਹ ਆ ਕਿ ਮੈਂ ਆਪਦੇ ਆਪ ਤੇ ਕੰਟਰੋਲ ਰੱਖਣਾ ਸੋ ਵੈਸੇ ਵੀ ਕਮਲ ਜੀ ਪੋਜ਼ਿਟਿਵ ਜ਼ਿਆਦਾ ਸੋਚੋ ਪੋਜ਼ਿਟਿਵ ਸੋਚਣ ਦੀ ਕਿਹੜਾ ਟੈਕਸ ਲੱਗਦਾ ਉਦਾਂ ਤਾਂ ਗਵਰਨਮੈਂਟ ਹਰ ਇੱਕ ਚੀਜ਼ ਤੇ ਟੈਕਸ ਲਾ ਦਿੰਦੀ ਹੈ ਕੈਨੇਡਾ 'ਚ ਜੀ ਬਿਲਕੁਲ ਔਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਹੜਾ ਐਟੀਟਿਊਡ ਲੈ ਕੇ ਚੱਲਦੇ ਹੈਗੇ ਆ ਕਿਉਂਕਿ ਓਕੇ ਐਟੀਟਿਊਡ ਤੋਂ ਮੈਨੂੰ ਗੱਲ ਚੇਤਾ ਹੈ ਲਖਵੀਰ ਕਈ ਵਾਰੀ ਕਿਸੇ 'ਚ ਮਤਲਬ ਕੋਈ ਬੰਦਾ ਆਪਣੀ ਲਾਈਫ ਆਪਣੇ ਮੁਤਾਬਿਕ ਜੀਣਾ ਚਾਹੁੰਦਾ ਨਾ ਤਾਂ ਦੁਨੀਆ ਉਹਨੂੰ ਕਹਿੰਦੀ ਹੈ ਕਿ ਇਹਦੇ 'ਚ ਐਟੀਟਿਊਡ ਬਹੁਤ ਆ
ਜੀ ਇਹ ਬਿਲਕੁਲ ਬੰਦਾ ਬਿਨਾ ਮਤਲਬ ਤੋਂ ਕਿਸੇ ਨਾਲ ਗੱਲ ਨਹੀਂ ਕਰਦਾ, ਜੀ ਬਿਨਾ ਕੰਮ ਤੋਂ ਕਿਸੇ ਨੂੰ ਬੁਲਾਉਂਦਾ ਹੈ ਨਹੀਂਗਾ, ਜੀ ਤੇ ਇਹ ਬਸ ਆਪਣੇ 'ਚ ਮਸਤ ਰਹਿੰਦਾ। ਜੀ ਕੀ ਉਹ ਐਟੀਟਿਊਡ ਗਲਤ ਆ ਜਾਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਜੀ, ਇਹ ਹੁਣ ਡਿਪੈਂਡ ਕਰਦਾ ਵਾ ਵੀ ਉਹ ਪਰਸਨ ਦੀ ਕਿੱਦਾਂ ਦੀ ਸੁਸਾਇਟੀ ਆ। ਜੀ ਹੁਣ ਮੇਰੇ ਅਕੋਰਡਿੰਗ ਕੀ ਆ, ਜੇ ਕੋਈ ਪਰਸਨ ਆਪਣਾ ਆਪ ਦੇ ਵਿੱਚ ਜ਼ਿਆਦਾ ਰਹਿਣਾ ਪਸੰਦ ਕਰਦਾ, ਜੀ ਹੋ ਸਕਦਾ ਕੋਈ ਉਹਦਾ ਵਰਸ ਐਕਸਪੀਰੀਅੰਸ ਹੋ ਗਿਆ ਹੋਵੇ ਬਿਲਕੁਲ। ਲਾਈਫ ਦੇ ਵਿੱਚ, ਆਪਾਂ ਕਿਸੇ ਵੀ ਐਂਗਲ ਤੋਂ ਸੋਚ ਸਕਦੇ ਹਾਂ। ਜੀ ਜਾਂ ਹੋ ਸਕਦਾ ਪਹਿਲਾਂ ਬਹੁਤ ਸੋਸ਼ਲ ਲਾਈਫ ਦੇ ਵਿੱਚ ਸੀਗਾ, ਹੁਣ ਉਹ ਐਟ ਅ ਟਾਈਮ ਮੀਨ ਸਡਨਲੀ ਉਹ ਕੱਟ ਆਫ ਕਰ ਗਿਆ। ਬਿਲਕੁਲ। ਸੋ ਅਸੀਂ ਉਹਦੇ ਮਾਈਂਡਸੈਟ ਤੋਂ ਸਾਨੂੰ ਸੋਚਣ ਦੀ ਜ਼ਰੂਰਤ ਹੈਗੀ ਆ ਜੀ। ਵੀ ਕੀ ਐਕਚੁਅਲ ਦੇ ਵਿੱਚ ਉਹ ਤਾਈਓ ਪਤਾ ਸਾਨੂੰ ਲੱਗੇਗਾ ਜੇ ਅਸੀਂ ਉਹਦੇ ਨਾਲ ਓਪਨ ਅਪ ਕਰਾਂਗੇ। ਜੀ। ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਹੈ, ਜੇ ਤੁਹਾਡੇ ਪਰਸਨਲ ਨੈਟਵਰਕ ਦੇ ਵਿੱਚ ਇਦਾਂ ਦਾ ਕੋਈ ਭੈਣ ਭਰਾ ਜਿਹੜਾ ਪਹਿਲਾਂ ਤੁਹਾਡੇ ਨਾਲ ਬਹੁਤ ਵਧੀਆ ਮੀਨਸ ਓਪਨਲੀ ਗੱਲਬਾਤ ਕਰਦੇ ਸੀਗੇ ਜਾਂ ਕੁਝ ਵੀ, ਤੁਸੀਂ ਟਾਈਮ ਦਿਓ ਉਹਨੂੰ, ਤੁਸੀਂ ਸੋਚੋ, ਉਹਦੇ ਨਾਲ ਗੱਲਬਾਤ ਕਰੋ ਡਿਟੇਲ ਦੇ ਵਿੱਚ। ਕਈ ਵਾਰੀ ਜਦੋਂ ਆਪਾਂ ਗੱਲ ਕਰਦੇ ਹਾਂ 100 ਹੱਲ ਨਿਕਲੇ ਆਉਂਦੇ ਆ, ਬਿਲਕੁਲ ਰਾਈਟ। ਜੇ ਕੋਈ ਹੁਣ ਪਰਸਨ ਚਲੋ ਬਚਪਨ ਤੋਂ ਹੀ ਆਪਾਂ ਕਹਿੰਦੇ ਕੁਆਇਟ ਰਹਿਣਾ ਇਹਨੂੰ ਪਸੰਦ ਆ, ਉਹ ਉਦਾਂ ਦਾ ਐਟੀਟਿਊਡ ਰੱਖ ਰਿਹਾ ਵਾ, ਤੁਸੀਂ ਉਹਨੂੰ ਫੋਰਸ ਨਹੀਂ ਕਰ ਸਕਦੇ ਜੀ। ਸੋ ਉਹਨੂੰ ਉਦਾਂ ਦੇ ਐਟੀਟਿਊਡ ਵਿੱਚ ਰਹਿਣ ਦਿਓ, ਕਿਉਂਕਿ ਉਹਨੂੰ ਉਹਦੀ ਸੰਗਤ ਪਸੰਦ ਆ ਉਹ। ਬਿਲਕੁਲ ਜੀ। ਤੁਸੀਂ ਮੂਵੀ ਵੀ ਦੇਖੀ ਹੋਣੀ ਰੁਤਬਾ, ਇਹ ਮੈਨੂੰ ਥਾਟ ਉੱਥੋਂ ਹੀ ਆਇਆ ਉਹ ਮੂਵੀ ਤੋਂ, ਕਿਉਂਕਿ ਸਤਿੰਦਰ ਸਰਤਾਜ ਨੇ ਐਂਡ ਦੇ ਵਿੱਚ ਇੱਕ ਗੱਲ ਕਹੀ ਸੀਗੀ ਕਿ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਆਪਣੇ ਮੁਤਾਬਿਕ ਜ਼ਿੰਦਗੀ ਜੀਣ ਦਾ ਹੱਕ ਨਹੀਂ, ਜੀ ਕਿ ਉਹ ਆਪਣਾ ਐਟੀਟਿਊਡ ਨਹੀਂ ਰੱਖ ਸਕਦਾ। ਜੀ। ਜੇ ਉਹ ਕਿਸੇ ਨਾਲ ਨਹੀਂ ਵੀ ਬੋਲਣਾ ਚਾਹੁੰਦਾ, ਕਿਸੇ ਨਾਲ ਕੁਝ ਨਹੀਂ ਵੀ ਸ਼ੇਅਰ ਕਰਨਾ ਚਾਹੁੰਦਾ, ਦੁਨੀਆ ਉਹਦੇ ਵਾਸਤੇ ਇੱਕ ਥਾਟ ਬਣਾ ਲੈਂਦੀ ਹੈ ਆਪਣੇ ਮਾਈਂਡ ਦੇ ਵਿੱਚ ਕਿ ਇਹ ਬੰਦੇ ਨੂੰ ਆਕੜ ਬਹੁਤ ਆ, ਬਿਲਕੁਲ ਜੀ, ਇਹ ਬੰਦੇ ਨੂੰ ਕਿਸ ਚੀਜ਼ ਦਾ ਗੁਮਾਨ ਹੈਗਾ, ਕਿਸ ਚੀਜ਼ ਦਾ ਗਰੂਰ ਹੈਗਾ। ਚਾਹੇ ਉਹ ਬੰਦਾ ਸਿੰਪਲ ਹੀ ਹੋਵੇ, ਈਵਨ ਦੋ ਗਰੀਬ ਪਰਿਵਾਰ ਤੋਂ ਵੀ ਬਿਲੋਂਗ ਕਰਦਾ ਹੋਵੇ, ਜਿੱਥੋਂ ਮਰਜ਼ੀ ਬਿਲੋਂਗ ਕਰਦਾ ਹੋਵੇ, ਪਰ ਇੱਕ ਹੁਣ ਜੇ ਆਪਾਂ ਆਪਣੀ ਗੱਲ ਵੀ ਲਾਈਏ ਲਖਵੀਰ, ਆਪਣਾ ਇੱਕ ਆਪਾਂ ਸਵੇਰੇ ਉੱਠ ਕੇ ਆਫਿਸ ਜਾਂਦੇ ਆ, ਆਪਾਂ ਜੋ ਆਪਣੀ ਰੂਟੀਨ ਹੈਗੀ ਰਾਈਟ, ਪਰ ਆਪਣਾ ਜਿਹੜਾ ਸਰਕਲ ਆ ਉਹ ਲਿਮਿਟਿਡ ਆ। ਬਿਲਕੁਲ ਜੀ। ਆਪਾਂ ਇਹ ਨਹੀਂ ਰੱਖਦੇ ਕਿ ਹਰ ਇੱਕ ਹਾਂ ਹੈਲੋ ਹਾਈ ਸਾਰਿਆਂ ਨਾਲ ਹੁੰਦੀ ਆ, ਪਰ ਜਿਹੜਾ ਆਪਣਾ ਮੇਨ ਸਰਕਲ ਆ ਉਹ ਲਿਮਿਟਿਡ ਬਹੁਤ ਆ। ਹੁਣ ਜੇ ਬਾਹਰਲਾ ਬੰਦਾ ਆਪਾਂ ਨੂੰ ਦੇਖੂਗਾ ਤਾਂ ਆਪਾਂ ਨੂੰ ਵੀ ਇਹੀ ਕਮੈਂਟ ਆਊਗਾ ਕਿ ਇਹ ਤਾਂ ਬਈ ਬੰਦਿਆਂ 'ਚ ਐਟੀਟਿਊਡ ਬਹੁਤ ਆ, ਵੀ ਪਤਾ ਨਹੀਂ ਬਈ ਪਤਾ ਨਹੀਂ ਇਹਨਾਂ ਦੇ ਵਿੱਚ ਕਿਹੜੀ ਕਾਕੜ ਹੈਗੀ, ਬਿਜ਼ਨਸ ਤਾਂ ਅਸੀਂ ਵੀ ਕਰਦੇ ਆ। ਸੋ ਇਹ ਚੀਜ਼ ਹੁੰਦੀ ਆ ਕਿ ਪਰ ਉਹ ਜਿਹੜਾ ਉਹਨਾਂ ਦਾ ਮਾਈਂਡ ਸੈਟ ਆ, ਉਹ ਜਿੰਨਾ ਚਿਰ ਥਾਟ ਸਾਡੇ ਕੋਲੇ ਨਹੀਂ ਨਾ ਆਊਗਾ, ਮੇਬੀ ਉਹ ਬੰਦੇ ਸਾਨੂੰ ਨਹੀਂ ਜਾਣਦੇ, ਮੇਬੀ ਕੋਈ ਨਵਾਂ ਪਰਸਨ ਸਾਨੂੰ ਜੇ ਦੇਖੂਗਾ ਡੈਫੀਨੇਟਲੀ ਉਹ ਇਹ ਕਹੂਗਾ ਕਿ ਇਹ ਕਿਸੇ ਨਾਲ ਗੱਲਾਂ ਬਾਤਾਂ ਨਹੀਂ ਕਰਦੇ ਹੋਣੇ, ਜਾਂ ਇਹ ਆਪਣੇ ਆਪ 'ਚ ਰਹਿੰਦੇ ਆ। ਕਿਉਂ? ਕਿਉਂਕਿ ਉਹ ਇਨਸਾਨ ਸਾਨੂੰ ਜਾਣਦਾ ਨਹੀਂ ਜੀ। ਪਰ ਅਸੀਂ ਜੋ ਸਾਡਾ ਕੰਮ ਆ, ਜੋ ਸਾਡਾ ਪ੍ਰੋਫੈਸ਼ਨ ਹੈਗਾ, ਜਿਸ ਪ੍ਰੋਫੈਸ਼ਨ ਦੇ ਵਿੱਚ ਅਸੀਂ ਹੈਗੇ ਆ, ਈਵਨ ਦੋ ਮੈਂ ਲਖਵੀਰ ਦੀ ਗੱਲ ਕਰਾਂ, ਲਖਵੀਰ ਇੱਕ ਇੰਸ਼ੋਰੈਂਸ ਐਡਵਾਈਜ਼ਰ ਆ, ਹਰ ਇੱਕ ਬੰਦੇ ਨਾਲ ਇਹਨਾਂ ਦਾ ਵਾਹ ਪੈਂਦਾ। ਡਜ਼ਨਟ ਮੈਟਰ ਉਹ ਸਟੂਡੈਂਟ ਆ, ਡਜ਼ਨਟ ਮੈਟਰ ਉਹ ਸਿਟੀਜ਼ਨਸ ਹੈਗੇ ਆ, ਸੀਨੀਅਰਸ ਹੈਗੇ ਆ, ਛੋਟੇ ਬੱਚੇ ਹੈਗੇ ਆ, ਫੈਮਿਲੀ ਆ, ਇੰਡੀਵਿਜੂਅਲ ਨੇ, ਹਰ ਇੱਕ ਬੰਦੇ ਨਾਲ ਇਹਨਾਂ ਦਾ ਵਾਹ ਪੈਂਦਾ। ਔਰ ਹਰ ਇੱਕ ਬੰਦੇ ਨੂੰ ਜਿਹੜੇ ਮਿਲੇ ਨੇ ਉਹਨਾਂ ਨੂੰ ਪਤਾ ਕਿ ਲਖਵੀਰ ਕਿੱਦਾਂ, ਪਰ ਜਿਹੜੇ ਨਹੀਂ ਮਿਲੇ ਔਰ ਇਹਨਾਂ ਦੇ ਗੱਲ ਕਰਨ ਤੋਂ ਜਾਂ ਜਿਵੇਂ ਪ੍ਰੈਜੈਂਟੇਸ਼ਨ ਇਹ ਦਿੰਦੇ ਹੈਗੇ ਆ, ਉਹਨਾਂ ਤੋਂ ਜੇ ਕਿਸੇ ਨੇ ਫੋਨ ਤੇ ਸੁਣਿਆ, ਬਾਹਰ ਕਿਤੇ ਸੁਣਿਆ, ਤਾਂ ਬੰਦਾ ਇੱਕ ਇਮੇਜ ਬਣਾ ਲੈਂਦਾ ਆਪਣੇ ਮਾਈਂਡ ਦੇ ਵਿੱਚ, ਪਰ ਕਈ ਵਾਰੀ ਉਹ ਬਣੀ ਹੋਈ ਇਮੇਜ ਮਾਈਂਡ ਦੇ ਵਿੱਚ ਉਹ ਗਲਤ ਹੋ ਜਾਂਦੀ ਹੈ। ਕਿਉਂਕਿ ਆਪਾਂ ਇੱਕ ਥਾਟ ਬਣਾ ਲਏ, ਕਈ ਵਾਰੀ ਆਪਾਂ ਗੱਲਾਂ ਬਾਤਾਂ ਕਰਦੇ ਹੋਏ ਲਖਵੀਰ ਕੋਈ ਆਪਣੀ ਮਤਲਬ ਕੋਈ ਵਰਡ ਇਦਾਂ ਦਾ ਨਿਕਲ ਜਾਂਦਾ ਜਾਂ ਕੋਈ ਗੱਲ ਇਦਾਂ ਦੀ ਨਿਕਲ ਜਾਂਦੀ, ਦੂਜਾ ਬੰਦਾ ਸੋਚਦਾ ਨਹੀਂ ਇਹਦੇ ਨਾਲ ਮੈਂ ਗੱਲ ਨਹੀਂ ਕਰ ਸਕਦਾ ਜੀ। ਪਰ ਜਦੋਂ ਪਰਸਨਲੀ ਤੁਹਾਨੂੰ ਜਾਣਨਾ ਸ਼ੁਰੂ ਕਰਦਾ, ਜਦੋਂ ਪਰਸਨਲੀ ਉਹ ਤੁਹਾਡੇ ਨਾਲ ਰਿਲੇਸ਼ਨ ਦੇ ਵਿੱਚ ਆਂਦਾ ਹੈਗਾ ਜਾਂ ਤੁਹਾਡਾ ਕਲਾਇੰਟ ਬਣਦਾ ਹੈਗਾ, ਕੁਝ ਵੀ ਬਣਦਾ, ਫਿਰ ਉਹਨੂੰ ਪਤਾ ਲੱਗਦਾ ਕਿ ਮੇਰੀ ਕਿੱਦਾਂ ਦੀ ਮੈਂ ਇਮੇਜ ਬਣਾਈ ਸੀ ਪਰ ਇਹ ਬੰਦਾ ਉਲਟੀ ਆ ਜੀ। ਇਹ ਤਾਂ ਸਾਰਿਆਂ ਦੀ ਹੈਲਪ ਕਰਦਾ ਹੈਗਾ, ਸਾਰਿਆਂ ਨਾਲ ਹਾਸੇ ਮਜ਼ਾਕ ਵੀ ਕਰਦਾ ਹੈਗਾ, ਤੇ ਉਹੀ ਗੱਲ ਆ, ਫਸਟ ਇੰਪ੍ਰੈਸ਼ਨ ਲਾਸਟ ਇੰਪ੍ਰੈਸ਼ਨ ਜ਼ਰੂਰ ਹੁੰਦਾ, ਪਰ ਕਈ ਵਾਰੀ ਉਹ ਫਸਟ ਇੰਪ੍ਰੈਸ਼ਨ ਕਿਹੜੀ ਸਿਚੁਏਸ਼ਨ 'ਚ ਬਣਿਆ, ਕੀ ਹਾਲਾਤ ਸੀਗੇ ਉਦੋਂ, ਕੀ ਸਰਕਮਸਟੈਂਸਸ ਉਸ ਬੰਦੇ ਦੇ ਸੀਗੇ, ਕਈ ਵਾਰੀ ਉਹ ਵੀ ਡਿਪੈਂਡ ਕਰਦਾ ਹੈ। ਕੀ ਕਹੋਗੇ ਲਖਵੀਰ? ਬਿਲਕੁਲ ਜੀ। ਹੁਣ ਦੇਖੋ ਕਮਲ ਜੀ, ਸੋ ਉਹੀ ਹੈ, ਆਪਾਂ ਨੂੰ ਕੁਇਕਲੀ ਜੱਜ ਨਹੀਂ ਕਰਨਾ ਚਾਹੀਦਾ ਜੀ। ਹੁਣ ਜਦੋਂ ਆਪਾਂ ਚਲੋ ਬਿਜ਼ਨਸ ਪ੍ਰੋਸਪੈਕਟ ਤੋਂ ਜੇ ਬਾਹਰ ਵੀ ਗੱਲ ਕਰਦੇ ਹਾਂ, ਫੋਰ ਐਗਜ਼ਾਮਪਲ ਮੈਂ ਕਿਸੇ ਭੈਣ ਭਰਾ ਨਾਲ ਗੱਲ ਕਰ ਰਿਹਾ, ਹੁਣ ਆਪਾਂ ਐਗਜ਼ਾਮਪਲ ਲਈ ਸੀਗੀ ਤੁਸੀਂ ਫੋਨ ਤੇ ਗੱਲ ਦੀ, ਹੁਣ ਜੇ ਆਪਾਂ ਫੋਨ ਤੇ ਗੱਲ ਕਰ ਰਹੇ ਆ, ਹੁਣ ਆਪਾਂ ਨੂੰ ਇਹ ਨਹੀਂ ਪਤਾ ਵੀ ਸਾਹਮਣੇ ਵਾਲਾ ਕਿਹੜੀ ਸਿਚੁਏਸ਼ਨ 'ਚ ਜੀ,
ਕੀ ਉਹਦਾ ਡੇ ਕਿਦਾਂ ਦਾ ਰਿਹਾ, ਕਿਹੜੇ ਬਿਲਕੁਲ। ਟਾਈਮ ਤੇ ਅਸੀਂ ਕਾਲ ਕੀਤੀ ਆ। ਜੀ। ਸੋ ਅਸੀਂ ਕੁਇਕਲੀ ਉਹਨੂੰ ਜੱਜ ਨਹੀਂ ਕਰ ਸਕਦੇ ਜਿੰਨਾ ਟਾਈਮ ਅਸੀਂ ਉਹਦੇ ਨਾਲ ਪਰਸਨਲੀ ਬੈਠ ਕੇ ਗੱਲ ਨਹੀਂ ਕਰਦੇ। ਬਿਲਕੁਲ। ਸੋ ਵੈਸੇ ਵੀ ਆਪਾਂ ਨੇ ਏਸ਼ੀਅਨ ਕਮਿਊਨਿਟੀ ਦੇ ਵਿੱਚ ਕੀ ਆ, ਅਸੀਂ ਬਹੁਤ ਕੁਇਕਲੀ ਜੱਜ ਕਰ ਲੈਂਦੇ ਆ। ਜੀ। ਮੈਂ ਇੱਕ ਬਹੁਤ ਵਧੀਆ ਸ਼ੋਅ ਤੇ ਗਿਆ ਸੀਗਾ, ਮਾਸਟਰ ਜੀ ਸ਼ੋਅ ਰਾਣਾ ਰਣਵੀਰ ਦਾ ਜੀ। ਹੋਇਆ ਸੀਗਾ ਰੀਸੈਂਟਲੀ। ਜੀ। ਸੋ ਉਹਦੇ ਵਿੱਚ ਉਹਨਾਂ ਨੇ ਬੜੀ ਵਧੀਆ ਇੱਕ ਐਗਜ਼ਾਮਪਲ ਦਿੱਤੀ। ਕਹਿੰਦੇ ਇੱਕ ਦੂਰੋਂ ਬੰਦਾ ਚੱਲਦਾ ਆ ਰਿਹਾ ਸੀਗਾ, ਸੋ ਉਹ ਲੰਘ ਮਾਰਦਾ ਆ ਰਿਹਾ ਸੀ। ਹਾਂਜੀ। ਕੋਈ ਦੋ ਬੰਦੇ ਖੜੇ ਤੇ ਉਹ ਗੱਲ ਕਰਨ ਵੀ ਇਹਦੇ ਨਾਲ ਪੈਰ ਤੇ ਸੱਟ ਲੱਗ ਗਈ, ਤੇ ਕੋਈ ਦੂਜਾ ਕਹਿੰਦਾ ਨਹੀਂ ਨਹੀਂ ਪੈਰ ਤੇ ਨਹੀਂ, ਉਹ ਜੈਸਾ ਨਾਲ ਤੁਰਦਾ ਆ ਰਿਹਾ ਤੇ ਗੋਡੇ ਤੇ ਸੱਟ ਲੱਗ ਗਈ। ਤੇ ਫਿਰ ਉਹ ਕਹਿੰਦਾ ਨਹੀਂ 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 ਇਹਦੇ ਬੈਕ ਪੇਨ ਹੁੰਦੀ ਹੋਣੀ ਹੈ ਕੁਝ ਵੀ। ਜੀ। ਉਹ ਉਹਨੇ ਟਾਈਮ ਨੂੰ ਬੰਦਾ ਕੋਲੇ ਉਹ ਲੰਘ ਮਾਰਦਾ ਆ ਗਿਆ। ਜੀ ਜੀ ਜੀ। ਤੇ ਹੋਇਆ ਕਿ ਜਦੋਂ ਉਹਦੇ ਨਾਲ ਹੀ ਉਹ ਆਪਣੇ ਜੁੱਤੀਆਂ ਜਿਹੜੇ ਆਪਣੇ ਕਰਦੇ ਹੁੰਦੇ ਆ ਠੀਕ, ਉਹਦੀ ਦੁਕਾਨ, ਉਹਦੇ ਆ ਕੇ ਉਹ ਕਹਿੰਦਾ ਜੀ ਮੇਰੀ ਚੱਪਲ ਦੀ ਬੱਦਰ ਟੁੱਟ ਗਈ। ਸੋ ਮੀਨ ਅਸੀਂ ਕੁਇਕਲੀ ਜੱਜ ਕਰ ਰਹੇ ਹਾਂ ਅਸੀਂ ਉਹੀ ਬੰਦੇ ਨੂੰ, ਜੇ ਹੁਣ ਅਸੀਂ ਨੇੜਿਓਂ ਦੇਖਿਆ ਹੁੰਦਾ ਬਿਲਕੁਲ ਹੋ ਸਕਦਾ ਸੀ ਉਹਨੂੰ ਜੱਜ ਨਹੀਂ ਸੀ ਕਰਦੇ। ਬਿਲਕੁਲ। ਸੋ ਆਲਵੇਜ਼ ਅਸੀਂ ਇਹ ਦੇਖਣਾ ਹੈਗਾ ਵੀ ਕੁਇਕਲੀ ਜੱਜ ਨਾ ਕਰੀਏ ਕਿਸੇ ਵੀ ਭੈਣ ਭਰਾ ਨੂੰ। ਉਹਦੀ ਸਿਚੁਏਸ਼ਨ ਹੋ ਸਕਦਾ ਡਿਫਰੈਂਟ ਆ ਉਸ ਟਾਈਮ ਤੇ, ਜਿਸ ਟਾਈਮ ਮੈਂ ਉਹਦੇ ਨਾਲ ਗੱਲ ਕਰ ਰਿਹਾ ਵਾਂ। ਅਗਰ ਜਿੰਨਾ ਟਾਈਮ ਅਸੀਂ ਉਹਨੂੰ ਪਰਸਨਲੀ ਨਹੀਂ ਜਾਣਦੇ ਤਾਂ ਮੈਨੂੰ ਨਹੀਂ ਲੱਗਦਾ ਸਾਨੂੰ ਰਾਈਟ ਵੀ ਹੈਗਾ ਕਿਸੇ ਤੇ ਕਮੈਂਟ ਵੀ ਕਰਨ ਦਾ। ਅਸੀਂ ਕੋਈ ਕਿਸੇ ਨੂੰ ਪ੍ਰੀ ਜੱਜ ਨਹੀਂ ਕਰ ਸਕਦੇ, ਕਿਉਂਕਿ ਜੇ ਆਪਾਂ ਦੇਖੀਏ ਪਹਿਲਾਂ ਅਸੀਂ ਆਪਦੇ ਆਪ ਤੇ ਦੇਖੀਏ, ਰਾਈਟ। ਜੇ ਅਸੀਂ ਖੁਦ ਤੇ ਕੰਮ ਕਰ ਲਈਏ ਇੰਨਾ ਕਿ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਫਿਰ ਪ੍ਰੀ ਜੱਜ ਕਰੂਗਾ ਕਿਸੇ ਨੂੰ। ਬਿਲਕੁਲ ਜੀ। ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨੈਗੇਟਿਵਿਟੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਜ਼ਰੂਰੀ ਹੈਗੀ ਆ, ਜਾਂ ਸਾਨੂੰ ਸਿਰਫ ਪੋਜ਼ਿਟਿਵਿਟੀ ਹੀ ਜ਼ਰੂਰੀ ਹੈਗੀ ਆ? ਇਹਦੇ ਬਾਰੇ ਅੱਜ ਸਾਡਾ ਸ਼ੋਅ ਚੱਲ ਰਿਹਾ ਹੈਗਾ, ਤੁਸੀਂ ਕਾਲ ਕਰ ਸਕਦੇ ਆ। ਸਟੂਡੀਓ ਦੇ ਵਿੱਚ ਨੰਬਰ ਇੱਕੋ ਹੀ ਆ 905 226 86 86 905 226 8686। ਇਹ ਜਿਹੜੀ ਨੈਗੇਟਿਵਿਟੀ ਪੋਜ਼ਿਟਿਵਿਟੀ ਆ ਨਾ, ਇਹ ਇਕੱਲਾ ਇਹ ਨਹੀਂ ਜ਼ਿੰਦਗੀ ਦੇ ਵਿੱਚ ਨਹੀਂ, ਪ੍ਰੋਫੈਸ਼ਨ ਵਾਈਜ਼ ਵੀ ਨੈਗੇਟਿਵਿਟੀ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਹੈਗੀ ਆ, ਟਰੱਕਿੰਗ ਪ੍ਰੋਫੈਸ਼ਨ ਨੂੰ ਲੈ ਕੇ ਖਾਸ ਕਰਕੇ। ਕਿਉਂਕਿ ਬਹੁਤ ਸਾਰੇ ਜਦੋਂ ਵਿਆਹ ਹੁੰਦਾ ਨਾ ਲਖਵੀਰ, ਉਦੋਂ ਪਹਿਲਾਂ ਹੀ ਪੁੱਛਿਆ ਜਾਂਦਾ ਮੁੰਡਾ ਟਰੱਕ ਤਾਂ ਨਹੀਂ ਚਲਾਉਂਦਾ, ਜਾਂ ਕੁੜੀ ਟਰੱਕ ਤਾਂ ਨਹੀਂ ਚਲਾਉਂਦੀ। ਸੋ ਇਹਦੇ ਵਿੱਚ ਦੇਖੋ ਜੀ, ਹੁਣ ਆਪਾਂ ਟਰੱਕਿੰਗ ਪ੍ਰੋਫੈਸ਼ਨ ਦੇ ਨਾਲ ਬਹੁਤ, ਮੈਨੂੰ ਇਹ ਲੱਗਦਾ, ਮੈਂ ਖੁਦ ਚਲੋ ਟਰੱਕਿੰਗ ਦੇ ਵਿੱਚ ਨਹੀਂ ਗਿਆ ਜੀ। ਸੋ ਆਪਾਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਜੇ ਆਪਾਂ ਦੇਖੀਏ, ਟਰੱਕਿੰਗ ਇੰਡਸਟਰੀ ਦੇ ਵਿੱਚ ਸਾਡਾ ਆਲਮੋਸਟ 70 to 80% ਵਾਹ ਵਾਸਤਾ ਪੈਂਦਾ। ਬਿਲਕੁਲ। ਹੁਣ ਆਪਾਂ ਦੇਖੀਏ ਜੇ ਉਹਨਾਂ ਦੀ ਸਟਰਗਲ, ਉਹ ਜਿਹੜੇ ਭੈਣ ਭਰਾ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ, ਮੈਨੂੰ ਤਾਂ ਇਹ ਲੱਗਦਾ ਹੁੰਦਾ ਕਮਲ ਜੀ ਇਹ ਜੌਬ ਦਾ ਕਿਸੇ ਨਾਲ ਕੰਪੈਰੀਜ਼ਨ ਹੀ ਨਹੀਂ ਹੈਗਾ। ਸੋ ਸਪੈਸ਼ਲੀ ਹੁਣ ਵਿੰਟਰ ਦੀ ਗੱਲ ਕਰੀਏ, ਵਿੰਟਰ ਦੇ ਵਿੱਚ ਗੱਡੀ ਡਰਾਈਵੇ ਤੋਂ ਕੱਢਣੀ ਔਖੀ ਹੋ ਜਾਂਦੀ ਹੈ। ਬਿਲਕੁਲ ਹੋ ਜਾਂਦੀ। ਸੋ ਜਿਹੜੇ ਭੈਣ ਭਰਾ ਅਰਲੀ ਮਾਰਨਿੰਗ ਉੱਠਦੇ ਆ, ਮੇਰੇ ਖੁਦ ਭੈਣ ਭਰਾ ਹੈਗੇ ਆ ਜਿਹੜੇ ਅਰਲੀ ਮਾਰਨਿੰਗ ਜਾਂਦੇ ਆ ਇੰਨੀ ਵਿੰਟਰ ਦੇ ਵਿੱਚ ਵੀ। ਹੁਣ ਮੇਰੇ ਵਰਗਾ ਤਾਂ ਉਸ ਟਾਈਮ ਦੇ ਵਿੱਚ ਆਰਾਮ ਨਾਲ ਸੁੱਤਾ ਪਿਆ ਹੁੰਦਾ ਜਦੋਂ ਉਹ ਹਾਈਵੇ ਤੇ ਹੁੰਦੇ ਆ। ਸੋ ਆਲਵੇਜ਼ ਅ ਬਿਗ ਸਲੂਟ ਆ ਉਹਨਾਂ ਭੈਣ ਭਰਾਵਾਂ ਨੂੰ ਜਿਹੜੇ ਟਰੱਕਿੰਗ ਇੰਡਸਟਰੀ ਕਰਦੇ ਆ। ਸੋ ਦੇਖੋ ਇਹ ਕੋਵਿਡ ਦੇ ਟਾਈਮ ਦੇ ਵਿੱਚ ਕਿੰਨੀ ਵਧੀਆ ਐਗਜ਼ਾਮਪਲ ਆ ਆਪਣੇ ਸਾਹਮਣੇ। ਬਿਲਕੁਲ। ਸਾਰੇ ਕੰਮ ਬਹਿ ਗਏ ਸੀ ਘਰੇ, ਘਰੋਂ ਕਰ ਰਹੇ ਸੀਗੇ ਜਿਨ੍ਹਾਂ ਦੇ ਪੋਸੀਬਲ ਸੀਗੇ, ਬਟ ਟਰੱਕਿੰਗ ਇੰਡਸਟਰੀ ਵਾਲੇ ਘਰ ਨਹੀਂ ਬੈਠ ਸਕਦੇ, ਨਹੀਂ ਬੈਠ ਸਕਦੇ। ਉਹਨਾਂ ਦੀ ਇਨਕਮ ਫੇਰ ਹੀ ਆ ਜੇ ਉਹ ਆਪਣਾ ਟਰੱਕ ਲੈ ਕੇ ਹਾਈਵੇ ਤੇ ਜਾਂਦੇ ਆ ਰੋਡ ਤੇ। ਬਿਲਕੁਲ। ਸੋ ਕਿੰਨੇ ਰਿਸਕ ਦਾ ਸਾਹਮਣਾ ਕਰਨਾ ਪੈਂਦਾ। ਆਪਾਂ ਕਿੰਨਾ ਕੁਝ ਸੁਣਦੇ ਆ, ਵੈਦਰ ਚੇਂਜ ਹੋ ਗਿਆ, ਹੁਣ ਵੈਸੇ ਵੀ ਦੇਖੋ ਕਿੰਨਾ ਇਫੈਕਟ ਇਕਨੋਮੀ ਦੇ ਵਿੱਚ ਕਿੰਨੀਆਂ ਚੇਂਜਸ ਆ ਗਈਆਂ। ਸੋ ਉਹਦੇ ਤਾਂ ਮੈਨੂੰ ਇਹ ਲੱਗਦਾ ਹੁੰਦਾ ਜਿਹੜਾ ਉਹ ਪ੍ਰੋਫੈਸ਼ਨ ਤੇ ਵੀ ਕੋਈ ਕਮੈਂਟ ਕਰ ਰਿਹਾ ਵਾ, ਦੈਟ ਮੀਨ ਉਹ ਆਪਣਾ ਜਸਟ ਮਾਈਂਡਸੈਟ ਸ਼ੋ ਕਰ ਰਿਹਾ, ਉਹ ਇਹ ਦਿਖਾ ਰਿਹਾ ਮੇਰੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ, ਦੈਟਸ ਇਟ। ਬਿਲਕੁਲ। ਕਬੀਰ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਥੈਂਕ ਯੂ ਜੁਆਇਨ ਕਰਨ ਲਈ। ਔਰ ਕਸ਼ੀਜਾ ਇਟਸ 80 ਤੁਹਾਡਾ ਸੌਰੀ ਨਾਮ ਜਿਹੜਾ ਕਲੀਅਰ ਨਹੀਂ ਦਿਖ ਰਿਹਾ ਹੈਗਾ, ਸੋ ਸੌਰੀ ਜੇ ਮੈਂ ਗਲਤ ਪ੍ਰੋਨਾਉਂਸ ਕੀਤਾ। ਤੇ 99888 ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਸੋ ਤੁਸੀਂ ਲਾਈਵ ਨੂੰ ਸ਼ੇਅਰ ਲਾਈਕ ਜ਼ਰੂਰ ਕਰੋ, ਔਰ ਬਹੁਤ ਸਾਰੇ ਕਮੈਂਟ ਲਖਵੀਰ ਦੀ ਆਈਡੀ ਤੇ ਵੀ ਆ ਰਹੇ ਨੇ। ਥੈਂਕ ਯੂ ਸੋ ਵੈਰੀ ਮੱਚ। ਲਾਈਵ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣੇ ਪਰਿਵਾਰਾਂ ਦੀਆਂ ਗੱਲਾਂ ਚੱਲ ਰਹੀਆਂ ਨੇ। ਔਰ ਦੇਖੋ ਜੇ ਅੱਜ ਤੁਸੀਂ ਇਸ ਬਾਰੇ, ਕਿਉਂਕਿ ਆਪਾਂ ਲਖਵੀਰ ਪਿਛਲੇ ਹਫਤੇ ਵੀ ਜਿਹੜਾ ਲਾਈਵ ਕੀਤਾ ਸੀ ਉਹਦੇ ਚ ਕਮੈਂਟ ਆਇਆ ਸੀਗਾ ਕਿ ਡਿਪਰੈਸ਼ਨ ਬਹੁਤ ਹੋ ਗਿਆ। ਬਿਲਕੁਲ ਜੀ। ਕਿਤੇ ਨਾ ਕਿਤੇ ਜਿਹੜਾ ਡਿਪਰੈਸ਼ਨ ਆ ਉਹ ਨੈਗੇਟਿਵਿਟੀ ਦਾ ਹੀ ਪਾਰਟ ਆ ਜੀ। ਸੋ ਉਹੀ ਅਸੀਂ ਇਸੇ ਕਰਕੇ ਇਹ ਟੌਪਿਕ ਜਿਹੜਾ ਸੁਜੈਸਟ ਕੀਤਾ ਸੀ, ਅਸੀਂ ਅੱਜ ਲੈ ਕੇ ਆਏ ਆ ਕਿ ਅਸੀਂ ਜਿਹੜੀ ਨੈਗੇਟਿਵਿਟੀ ਆ ਉਹਨੂੰ ਪੋਜ਼ਿਟਿਵਿਟੀ 'ਚ ਕਿੱਦਾਂ ਬਦਲ ਸਕਦੇ ਆ। ਹੁਣ ਸਿੱਧੂ ਬਾਈ ਦੇ ਗਾਣੇ ਲਾ ਲਓ, ਤੁਸੀਂ ਮੂਸੇ ਵਾਲੇ ਦੇ ਗਾਣੇ ਲਾ ਲਓ,
ਉਹੀ ਗਾਣੇ ਕੋਈ ਬੰਦੇ ਉਹ ਕਿਸ ਵੇ ਦੇ ਨਾਲ ਤੁਸੀਂ ਉਹਨੂੰ ਸੁਣ ਰਹੇ ਆ ਬਹੁਤ ਡਿਪੈਂਡ ਕਰਦਾ। ਹੁਣ ਜੇ ਤਾਂ ਤੁਸੀਂ ਸੁਣ ਰਹੇ ਆ ਕਿ ਉਹਨੇ ਗੰਨਾ ਗੁੰਨਾ ਚੱਕੀਆਂ ਨੇ ਵੀ ਜੇ ਆਪਣੇ ਹੱਕ ਲੈਣੇ ਆ ਜੀ ਗੰਨਾ ਚੱਕ ਲਓ, ਜਾਂ ਕੋਈ ਅਹੁਦਾ ਲੈਣਾ ਜਾਂ ਕੋਈ ਰੁਤਬਾ ਤੁਸੀਂ ਕੋਈ ਸੀਟ ਲੈਣੀ ਆ ਗੰਨਾ ਚੱਕ ਕੇ ਤੁਸੀਂ ਲੈ ਸਕਦੇ, ਬਿਲਕੁਲ ਲੈ ਸਕਦੇ ਆ। ਕਹਿੰਦੇ ਉਹਦੇ ਤਾਕਤ ਜਿਹਦੇ ਹੱਥ ਆ ਕਿ ਕੁਰਸੀ ਵੀ ਉਹਦੇ ਹੱਥ ਹੋ ਜਾਣੀ ਆ। ਪਰ ਉਸੇ ਪਾਸੇ ਜਿਹੜੀ ਉਹਦੀ ਵਰਡਿੰਗ ਆ ਗਾਣਿਆਂ ਦੀ, ਜੇ ਅਸੀਂ ਉਹਦੀ ਪਿਕਚਰਾਈਜੇਸ਼ਨ 'ਚ ਨਾ ਜਾਈਏ, ਜੇ ਅਸੀਂ ਉਹਦੇ ਜਿਹੜੇ ਉਹਨਾਂ ਨੇ ਲਏ ਹੋਏ ਵੈਪਨਸ ਵਗੈਰਾ ਜੇ ਅਸੀਂ ਉਹਦੇ 'ਚ ਨਾ ਜਾਈਏ, ਉਹਦੀ ਵਰਡਿੰਗ 'ਚ ਜਾਈਏ, ਡਾਲਰਾਂ ਵਾਂਗੂ ਨਹੀਂ ਨਾ ਸਾਡਾ ਚੱਲਦਾ। ਸੋ ਉਹ ਡਾਲਰ ਜਿਹੜੇ ਨੇ ਉਹ ਨਾ ਜਿਹੜਾ ਹੈਗਾ, ਜੇ ਅਸੀਂ ਉਹਨੂੰ ਆਪਣੇ ਪਾਸੇ ਲੈ ਕੇ ਜਾਈਏ ਕਿ ਹਾਂ ਇਹ ਨਾ ਉਦੋਂ ਹੀ ਚੱਲੂ ਜਦੋਂ ਮੈਂ ਹਾਰਡ ਵਰਕ ਕਰੂੰਗਾ, ਇਹ ਨਾ ਉਦੋਂ ਹੀ ਦੁਨੀਆ 'ਚ ਚਮਕੂਗਾ ਜਾਂ ਉਦੋਂ ਹੀ ਮੇਰੇ ਪੋਸਟਰ ਲੱਗਣਗੇ ਜੇ ਮੈਂ ਹਾਰਡ ਵਰਕ ਕਰਕੇ ਇੱਕ ਲੈਵਲ ਤੇ ਖੜਾ ਹੋਊਂਗਾ ਜੀ। ਸੋ ਹੁਣ ਇਹ ਸਾਡੇ ਤੇ ਡਿਪੈਂਡ ਕਰਦਾ ਕਿ ਨੈਗੇਟਿਵਿਟੀ ਨੂੰ ਵੀ ਅਸੀਂ ਪੋਜ਼ਿਟਿਵ ਤਰੀਕੇ ਨਾਲ ਕਿੱਦਾਂ ਲੈ ਕੇ ਜਾਣਾ। ਸਿੱਧੂ ਬਾਈ ਨੂੰ ਪਹਿਲਾਂ ਕੋਈ ਨਹੀਂ ਸੁਣਦਾ ਸੀ, ਉਹਦੇ ਗਾਣਿਆਂ ਤੇ ਬਹੁਤ ਨੈਗੇਟਿਵਿਟੀ ਸੀ ਕਿ ਇਹ ਇਦਾਂ ਦੇ ਗਾਣੇ ਗਾਉਂਦਾ, ਇਹ ਹਥਿਆਰਾਂ ਵਾਲੇ ਗਾਣੇ ਹੁੰਦੇ, ਆ ਹੁੰਦੇ। ਅੱਜ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਹੈਗੇ ਤਾਂ ਫੇਰ ਹੁਣ ਦੇਖੋ ਵੀ ਉਹਦੇ ਗਾਣੇ ਕਿੱਥੇ ਕਿੱਥੇ ਵੱਜਦੇ ਆ। ਈਵਨ ਦੋ ਦੂਜੀ ਕਮਿਊਨਿਟੀ ਵਾਲੇ ਵੀ ਉਹਨਾਂ ਦੇ ਗਾਣੇ ਪਲੇ ਕਰਦੇ ਆ। ਸੋ ਇਹਦੇ ਤੋਂ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਕਿ ਉਹ ਬੰਦਾ ਉੱਥੇ ਬੈਠਾ ਸਾਨੂੰ ਦੇਖ ਰਿਹਾ, ਕੋਈ ਨਹੀਂ ਕਿਸੇ ਨੂੰ ਦੇਖ ਰਿਹਾ। ਉਹ ਵਾਹਿਗੁਰੂ ਕੋਲੇ ਜਦੋਂ ਕੋਈ ਚਲਾ ਜਾਂਦਾ, ਸਾਨੂੰ ਨਹੀਂ ਪਤਾ ਕਿ ਉਸ ਤੋਂ ਬਾਅਦ ਉਹਦੀ ਲਾਈਫ ਦਾ ਕੀ ਹੁੰਦਾ, ਉਹਦੀ ਆਤਮਾ ਦਾ ਕੀ ਹੁੰਦਾ। ਪਰ ਇੱਕ ਚੜ੍ਹਦੀ ਦੁਨੀਆ ਤੱਕ ਉਹਦੇ ਪੇਰੈਂਟਸ ਦਾ ਜੋ ਰੁਤਬਾ ਸੀ, ਜੋ ਉਹਦਾ ਇੱਕ ਸੁਪਨਾ ਸੀ, ਉਹ ਪੂਰਾ ਉਹ ਆਪਣੀ ਜਾਣ ਤੋਂ ਬਾਅਦ ਵੀ ਕਰ ਗਿਆ। ਬਿਲਕੁਲ ਜੀ। ਸਾਡੀ ਜ਼ਿੰਦਗੀ 'ਚ ਇਹ ਮੋਟੀਵੇਸ਼ਨ ਆ ਕੀ ਫਨੀ ਗੱਲਾਂ ਕਰੀ ਜਾਂਦੇ ਹੋ। ਵੈਲੀ ਜੱਟ ਜੀ, ਤੁਹਾਡਾ ਨਾਮ ਵੀ ਬਹੁਤ ਸਵੀਟ ਆ, ਵੈਲੀ ਜੱਟ। ਤੇ ਇਹ ਵੈਲੀ ਜੱਟ ਜਿਹੜਾ ਹੈਗਾ ਕਿੱਦਾਂ ਦਾ ਵੈਲੀ ਆ ਉਹ ਤਾਂ ਮੈਨੂੰ ਨਹੀਂ ਪਤਾ, ਪਰ ਜੇ ਤੁਸੀਂ ਆਪਣਾ ਨਾਮ ਮੈਂਸ਼ਨ ਕਰ ਦੋਗੇ ਫਿਰ ਅਸੀਂ ਕੋਈ ਗੱਲਬਾਤ ਕਰ ਸਕਦੇ ਹਾਂ। ਵੈਸੇ ਤਾਂ ਅਸੀਂ ਨੈਗੇਟਿਵਿਟੀ ਨੂੰ ਲੈ ਕੇ ਗੱਲਾਂ ਬਾਤਾਂ ਕਰ ਰਹੇ ਹੈਗੇ ਆ, ਔਰ ਤੁਸੀਂ ਫਨੀ ਗੱਲਾਂ ਲੱਗ ਰਹੀਆਂ ਨੇ ਤਾਂ ਵੀ ਓਕੇ ਆ ਜੀ। ਜੇ ਤੁਹਾਡੇ ਚਿਹਰੇ ਤੇ ਸਮਾਈਲ ਆ ਰਹੀ ਹੈ, ਡੋਂਟ ਵਰੀ, ਸਾਨੂੰ ਕੋਈ ਬਿਲਕੁਲ ਸਮਾਈਲ ਆ ਗਈ ਹੈ। ਸੋ ਤੁਸੀਂ ਜੇ ਸਾਡੀਆਂ ਗੱਲਾਂ ਸੁਣ ਕੇ ਹੱਸਦੇ ਪਏ ਆ, ਦੈਟਸ ਗੁੱਡ। ਸਾਡਾ ਜਿਹੜਾ ਮਕਸਦ ਜ਼ਿੰਦਗੀ ਦੇ ਵਿੱਚ ਇੱਕ ਦਿਨ ਦੇ ਵਿੱਚ ਕਿਸੇ ਦੇ ਚਿਹਰੇ ਤੇ ਸਮਾਈਲ ਲਿਆਣਾ, ਉਹ ਪੂਰਾ ਹੋ ਗਿਆ ਅੱਜ ਮੇਰਾ ਤੇ ਲਖਵੀਰ ਦਾ। ਤੇ ਉਹਦੇ ਵਾਸਤੇ ਕਮੈਂਟ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਔਰ ਜੇ ਕੋਈ ਫ੍ਰੀ ਹੈਗਾ, ਤੁਸੀਂ ਕਾਲ ਕਰਨਾ ਚਾਹੁੰਦੇ ਆ, ਨੈਗੇਟਿਵਿਟੀ ਨੂੰ ਲੈ ਕੇ ਜ਼ਿੰਦਗੀ ਦੇ ਵਿੱਚ ਕੀ ਮਾਇਨੇ ਹੈਗੇ, ਪੋਜ਼ਿਟਿਵਿਟੀ ਦੇ ਕੀ ਮਾਇਨੇ ਆ, ਤਾਂ ਤੁਸੀਂ ਮੈਸੇਜ ਜਾਂ ਕਾਲ ਕਰ ਸਕਦੇ ਆ। ਨੰਬਰ ਇੱਕੋ ਹੀ ਆ 905 226 86 86 905 226 8686। ਇਸ ਤੋਂ ਇਲਾਵਾ ਆਪਾਂ ਤੁਹਾਨੂੰ ਨੰਬਰ ਦੇ ਦਈਏ ਜੀ, ਜੌਬ ਦੀ ਭਾਲ ਦੇ ਵਿੱਚੋਂ ਤੁਹਾਡੇ ਕੋਲੇ AZ ਲਾਇਸੈਂਸ ਹੈਗਾ, ਲੋਕਲ ਟਰੱਕ ਚਲਾਣਾ ਜਾਂ ਅਲਬਰਟਾ USA ਕਿਤੇ ਵੀ ਟਰੱਕ ਚਲਾਉਣਾ ਚਾਹ ਰਹੇ ਆ ਤਾਂ ਤੁਸੀਂ E2R ਟਰਾਂਸਪੋਰਟ ਵਾਲਿਆਂ ਨੂੰ ਕਾਲ ਕਰਨੀ ਹੈ। ਰਣਵੀਰ ਥਿੰਦ ਜੀ ਨਾਲ ਗੱਲਬਾਤ ਹੋਊਗੀ 780 504 0188 7805040188 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ। ਨੋਬਲ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਨੂੰ ਤੁਸੀਂ ਕਾਲ ਕਰਨੀ ਹੈ। ਟਰੱਕ ਜਾਂ ਟ੍ਰੇਲਰ ਕਿਤੇ ਖਰਾਬ ਹੋ ਗਿਆ ਹੈਗਾ, ਤੁਹਾਨੂੰ ਹੈਲਪ ਦੀ ਲੋੜ ਆ, ਇਹਨਾਂ ਕੋਲੇ ਮੋਬਾਈਲ ਟੀਮ ਹੈਗੀ ਆ ਜੀ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਆ। ਨੰਬਰ 647 839 0143 647 83900143 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ। ਉੱਤੇ ਹੀ ਇੰਡੀਆ ਟੇਸਟ, ਕੋਈ ਵਧੀਆ ਖਾਣਾ ਖਾਣਾ ਚਾਹੁੰਦੇ ਆ, ਬਰਥਡੇ ਕੇਕ ਆਰਡਰ ਕਰਨਾ ਹੈਗਾ, ਕੇਟਰਿੰਗ ਕਰਵਾਉਣੀ ਆ, ਇਹਨਾਂ ਦੀਆਂ 3 ਲੋਕੇਸ਼ਨਾਂ ਬਰੈਂਪਟਨ, ਮਿਸੀਸਾਗਾ ਤੇ ਮਾਰਕਮ ਦੇ ਵਿੱਚ ਹੈਗੇ ਨੇ। ਬਹੁਤ ਸਵਾਦਿਸ਼ਟ ਫੂਡ ਹੈਗਾ, ਵੈਜੀਟੇਰੀਅਨ ਨੌਨ ਵੈਜੀਟੇਰੀਅਨ ਖਾਣਾ ਚਾਹੁੰਦੇ ਆ ਤਾਂ 905 450 5959 905 450 5959 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ। ਇਸ ਟਾਈਮ ਤੁਸੀਂ ਸਾਨੂੰ GT ਮੀਡੀਆ, ਆਨਲਾਈਨ TV, ਰੇਡੀਓ, YouTube ਚੈਨਲ, ਇਸ ਤੋਂ ਇਲਾਵਾ ਟਿਕਟੌਕ ਦੇ ਜ਼ਰੀਏ ਹਰ ਇੱਕ ਜਗ੍ਹਾ ਤੁਸੀਂ ਸਾਨੂੰ ਲਾਈਵ ਦੇਖ ਔਰ ਸੁਣ ਰਹੇ ਹੈਗੇ ਆ। ਔਰ ਟੀਵੀ ਦੇ ਉੱਤੇ ਜੇ ਤੁਸੀਂ ਦੇਖਣਾ ਹੈਗਾ ਤਾਂ ਚੈਨਲ ਨੰਬਰ 2857 ਦੇ ਉੱਤੇ ਗੱਲਬਾਤ ਗੱਲਬਾਤ ਨਹੀਂ ਦੇਖਿਆ ਜਾ ਸਕਦਾ ਹੈਗਾ। ਸਟੂਡੀਓ ਦੇ ਵਿੱਚ ਜੇ ਗੱਲਬਾਤ ਕਰਨੀ ਆ ਤਾਂ 905 226 86 86 ਦੇ ਉੱਤੇ ਗੱਲਬਾਤ ਤੁਸੀਂ ਕਰ ਸਕਦੇ ਆ। ਲਖਵੀਰ, ਇੰਸ਼ੋਰੈਂਸ ਦੀ ਗੱਲਬਾਤ ਕਰੀਏ। ਇੰਸ਼ੋਰੈਂਸ ਬਾਰੇ ਜੇ ਕੋਈ ਤੁਸੀਂ ਗੱਲਬਾਤ ਕਰਨੀ, ਕੋਈ ਕੁਐਸਚਨ ਹੈਗਾ, ਕੋਈ ਤੁਸੀਂ ਕੋਟੇਸ਼ਨ ਲੈਣੀ ਆ, ਲਖਵੀਰ ਨੂੰ ਤੁਸੀਂ ਕਾਲ ਕਰਨੀ। ਇਹਨਾਂ ਦਾ ਨੰਬਰ ਨੋਟ ਕਰਕੇ ਰੱਖ ਲਓ 416 624 9798 416 6249798 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਲਖਵੀਰ ਦੇ ਨਾਲ। ਲਖਵੀਰ, ਸੋ ਆਪਾਂ ਵਿਜ਼ਟਰ ਸੁਪਰਵਾਈਜ਼ਰ ਦੀ ਗੱਲ ਕੀਤੀ ਸੀਗੀ ਜੀ। ਨਾਲ ਦੀ ਨਾਲ ਜਿਹੜੇ ਸਾਡੇ ਭੈਣ ਭਰਾ ਇੱਥੇ ਰਿਫਿਊਜੀ ਆਉਂਦੇ ਆ, ਹਾਂਜੀ, ਜਾਂ ਫਿਰ ਵਿਜ਼ਟਰ ਆ ਕੇ ਵਰਕ ਪਰਮਿਟ ਤੇ ਚੇਂਜ ਕਰਦੇ ਹੈਗੇ ਆ, ਸੋ ਕੀ ਜਿਹੜੇ ਰਿਫਿਊਜੀਜ਼ ਨੇ ਜਾਂ ਜਿਹੜੇ ਵਰਕ ਪਰਮਿਟ ਚੇਂਜ ਕਰਦੇ, ਕੀ ਉਹ ਵੀ ਆਪਣੀ ਇੰਸ਼ੋਰੈਂਸ ਕਰਵਾ ਸਕਦੇ ਆ? ਬਿਲਕੁਲ ਜੀ। ਸੋ ਜਦੋਂ ਆਪਣੇ ਭੈਣ ਭਰਾ ਰਿਫਿਊਜੀ ਕਲੇਮ ਕਰਦੇ ਆ, ਸੋ ਉਹਨਾਂ ਦੀ ਜਿਹੜੀ ਰਿਫਿਊਜੀਜ਼ ID ਹੁੰਦੀਆਂ ਨੇ, ਉਹਨਾਂ ਦੇ ਉੱਤੇ ਮੈਡੀਕਲ ਕਵਰੇਜ ਤਾਂ
ਗਵਰਨਮੈਂਟ ਵੱਲੋਂ ਫੈਡਰਲ ਦੇ ਅੰਡਰ ਉਹਨਾਂ ਦੀ ਐਲੀਜੀਬਿਲਟੀ ਬਣੀ ਹੁੰਦੀ ਆ ਜੀ। ਬਟ ਔਨ ਟਾਪ ਆਫ ਇਟ ਦੇਖੋ ਹੋ ਸਕਦਾ ਮੇਰੇ ਤੇ ਲੋਨ ਹੋਣ ਉਸ ਟਾਈਮ ਬਿਲਕੁਲ। ਜਾਂ ਸਾਡੇ ਤੇ ਫੈਮਿਲੀ ਡਿਪੈਂਡ ਹੁੰਦੀ ਆ। ਸੋ ਕੱਲ ਨੂੰ ਕੋਈ ਹਵੀ ਨਵੀ ਹੁੰਦੀ ਆ ਐਟਲੀਸਟ ਫੈਮਿਲੀ ਜਿਹੜੀਆਂ ਲਾਇਬਿਲਿਟੀਜ਼ ਹੈਗੀਆਂ ਉਹ ਕਵਰ ਹੋ ਜਾਣ ਤੇ ਉਸ ਸਿਨੈਰੀਓ ਦੇ ਵਿੱਚ ਕਿ ਛੋਟੇ ਜਿਹੇ ਟਰਮ ਪਲਾਨ ਸੋ ਨਾਰਮਲੀ $20-25 ਤੋਂ ਪਲਾਨ ਸਟਾਰਟ ਹੋ ਜਾਂਦੇ ਆ। ਉਹ ਪਲਾਨ ਜ਼ਰੂਰ ਲੈ ਕੇ ਰੱਖੋ ਤਾਂ ਜੋ ਕੱਲ ਨੂੰ ਜਦੋਂ ਤੁਹਾਡਾ ਸਟੇਟਸ ਪਰਮਾਨੈਂਟ ਦੇ ਵਿੱਚ ਕਨਵਰਟ ਹੁੰਦਾ ਜਾਂ ਆਪਣੇ ਜਿਹੜੇ ਭੈਣ ਭਰਾ ਵਰਕ ਪਰਮਿਟ ਤੇ ਹੈਗੇ ਆ ਸੋ ਆਲਵੇਜ਼ ਮੈਂ ਰਿਕਮੈਂਡ ਕਰਦਾ ਹੁੰਦਾ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਜੀ। ਸੋ ਕੋਈ ਨਾ ਕੋਈ ਛੋਟੇ ਮੋਟਾ ਪਲਾਨ ਤੁਹਾਡੇ ਕੋਲ ਹੋਵੇ। ਅਗਰ ਬੈਕ ਹੋਮ ਮੇਰੇ ਪੇਰੈਂਟਸ ਮੇਰੇ ਤੇ ਡਿਪੈਂਡ ਹੈਗੇ ਆ, ਹਲੇ ਮੇਰੀਆਂ ਫੈਮਿਲੀ ਦੀਆਂ ਰਿਸਪੌਂਸਿਬਿਲਿਟੀਜ਼ ਨੇ, ਮੈਂ ਇੰਡੀਆ ਤੋਂ ਲੋਨ ਚੱਕ ਕੇ ਆਇਆ ਵਾਂ, ਸਟਿਲ ਇੱਥੇ ਵੀ ਸਟਰਗਲ ਕਰ ਰਿਹਾ ਵਾਂ। ਕੱਲ ਨੂੰ ਅਗਰ ਕੋਈ ਅਵੀ ਨਵੀ ਹੁੰਦੀ ਹੈ ਐਟਲੀਸਟ ਮੇਰੇ ਕੋਲੇ ਥੋੜੀ ਬਹੁਤ ਕਵਰੇਜ ਜ਼ਰੂਰ ਹੋਵੇ। ਦੇਖੋ ਜਿਹੜਾ ਇਨਸਾਨ ਚਲਿਆ ਗਿਆ ਕੁਦਰਤੀ ਜਿਹੜਾ ਘਾਟਾ ਪੈਣਾ ਫੈਮਿਲੀ ਨੂੰ ਕੋਈ ਨਹੀਂ ਪੂਰਾ ਕਰ ਸਕਦਾ, ਬਿਲਕੁਲ ਨਹੀਂ ਕਰ ਸਕਦਾ। ਬਟ ਅਗਰ ਉਹਨਾਂ ਨੂੰ ਇਮੋਸ਼ਨਸ ਦੇ ਨਾਲ ਫਾਈਨੈਂਸ਼ੀਅਲੀ ਵੀ ਲਾਸ ਹੋ ਜਾਵੇ ਤੇ ਉਹ ਘਾਟਾ ਫਿਰ ਹੋਰ ਵੀ ਹਾਰਡ ਹੋ ਜਾਂਦਾ। ਸੋ ਜ਼ਰੂਰ ਉਹ ਆਪਣੇ ਪਲਾਨ ਲੈ ਕੇ ਰੱਖੋ। ਅਗਰ ਤੁਸੀਂ ਕੋਈ ਵੀ ਕੋਟੇਸ਼ਨ ਲੈਣਾ ਚਾਹੁੰਦੇ ਹੋ ਸੋ ਕਿੱਦਾਂ ਪਲਾਨ ਕੰਮ ਕਰਦੇ ਆਪਾਂ ਤੁਹਾਡਾ ਨੀਡ ਐਨਾਲਿਸਿਸ ਕਰਕੇ ਇੱਕ ਬੈਟਰ ਕਵਰੇਜ ਕਸਟਮਾਈਜ਼ ਬਣਾ ਸਕਦੇ ਹੋ। ਨੰਬਰ ਸੇਮ ਹੈ ਜੀ 416 624 9798 416 6249798। ਜੀ ਬਿਲਕੁਲ। ਔਰ ਆਪਾਂ ਨਾਲ ਦੀ ਨਾਲ ਗੀਤ ਸੰਗੀਤ ਵੀ ਚਲਾਵਾਂਗੇ ਪਰ ਗੀਤ ਸੰਗੀਤ ਅਸੀਂ ਥੋੜਾ ਜਿਹਾ ਅਵੋਇਡ ਕਰਿੰਦਾ ਕਿਉਂਕਿ ਫੇਸਬੁੱਕ ਤੇ ਲਾਈਵ ਚੱਲ ਰਿਹਾ। ਤੁਹਾਨੂੰ ਪਤਾ ਕਿ ਫੇਸਬੁੱਕ ਤੇ ਕਾਪੀਰਾਈਟ ਹੋ ਜਾਂਦੇ ਆ ਤਾਂ ਫੇਸਬੁੱਕ ਤੇ ਲਾਈਵ ਬੰਦ ਹੋ ਜਾਂਦਾ। ਸੋ ਗੀਤ ਸੰਗੀਤ ਕਿਤੇ ਨਾ ਕਿਤੇ ਲਖਵੀਰ ਜਦੋਂ ਆਪਾਂ ਲਾਈਫ ਰਿਲੇਟਡ ਗੱਲਾਂ ਕਰਦੇ ਆ ਨਾ ਮੈਨੂੰ ਲੱਗਦਾ ਹੁੰਦਾ ਕਿ ਸਾਰੇ ਲਿਸਨਰਸ ਨੂੰ ਲੱਗ ਜਾਂਦਾ ਇੱਥੇ ਭਾਸ਼ਣ ਸ਼ੁਰੂ ਹੋ ਗਿਆ ਚੈਨਲ ਚੇਂਜ ਕਰ ਦਿਓ। ਬਿਲਕੁਲ ਜੀ। ਸੋ ਗੀਤ ਸੰਗੀਤ ਵੀ ਕਮਲ ਜੀ ਅੱਜ ਦੇ ਆਪਣੇ ਟੌਪਿਕ ਦੇ ਨਾਲ ਬਹੁਤ ਹੀ ਮਾਇਨੇ ਰੱਖਦਾ ਵਾ। ਸੋ ਕਈ ਵਾਰੀ ਕੀ ਹੁੰਦਾ ਕਿ ਆਪਾਂ ਦੇਖੋ ਹੁਣ ਨੈਗੇਟਿਵਿਟੀ ਪੋਜ਼ਿਟਿਵਿਟੀ ਦੀ ਗੱਲ ਕਰ ਰਹੇ ਆ। ਹੁਣ ਮੰਨ ਲਓ ਮੈਂ ਪੋਜ਼ਿਟਿਵ ਸੌਂਗਸ ਸੁਣ ਰਿਹਾ ਵਾ ਜਾਂ ਕੋਈ ਇਦਾਂ ਦੇ ਸੌਂਗ ਸੁਣ ਰਿਹਾ ਵੀ ਜਿਹੜੇ ਮੈਨੂੰ ਮੋਟੀਵੇਟ ਕਰਦੇ ਆ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ। ਸੋ ਬਹੁਤ ਸੌਂਗਸ ਹੈਗੇ ਆ ਜਿਹੜੇ ਸਾਨੂੰ ਸਾਡਾ ਮੂਡ ਸੌਂਗਸ ਦੇ ਅਕੋਰਡਿੰਗ ਚੇਂਜ ਹੋ ਜਾਂਦਾ। ਬਿਲਕੁਲ। ਅਗਰ ਮੈਂ ਸੈਡ ਸੌਂਗ ਸੁਣਨੇ ਪਸੰਦ ਲੱਗ ਗਿਆ ਕਰ that mean most of the time ਮੈਂ ਸੈਡ ਹੀ ਰਹੂੰਗਾ। ਅਗਰ ਮੈਂ ਚੜ੍ਹਦੀ ਕਲਾ ਵਾਲੇ ਸੌਂਗ ਸੁਣਨ ਲੱਗ ਗਿਆ that mean ਮੇਰਾ ਜਿਹੜਾ ਮੂਡ ਆ ਅਪ ਹੀ ਰਹਿਣਾ ਵਾ। ਸੋ ਉਹੀ ਹੈ ਜਦੋਂ ਮੂਡ ਸਾਡਾ ਚੜ੍ਹਦੀ ਕਲਾ ਦੇ ਵਿੱਚ ਆ ਅਸੀਂ ਪੋਜ਼ਿਟਿਵ ਸੋਚ ਰਹੇ ਆ ਤਾਂ ਉਹ ਚੀਜ਼ ਨੇ ਇਫੈਕਟ ਪੋਜ਼ਿਟਿਵ ਹੀ ਕਰਨਾ ਵਾ। ਸੋ ਕਿੰਨੇ ਸੌਂਗ ਆ ਆਪਣੇ ਜੇ ਪੰਜਾਬੀ ਸੌਂਗਸ ਦੇ ਵਿੱਚ ਮੈਂ ਕਹਿੰਦਾ ਬੇਸ਼ੁਮਾਰ ਸੌਂਗਸ ਹੈਗੇ ਆ ਜਿਹੜੇ ਸਾਨੂੰ ਮੋਟੀਵੇਟ ਕਰ ਰਹੇ ਆ। ਜੇ ਸੌਂਗ ਕਈ ਸੌਂਗਸ ਦੀਆਂ ਵੀਡੀਓਜ਼ ਦੇਖ ਲਓ ਕਿਵੇਂ ਉਹਨਾਂ ਨੇ ਦਿਖਾਇਆ ਹੋਇਆ ਵੀ ਇੱਕ ਜਿਹੜਾ ਮੀਡੀਅਮ ਕਲਾਸ ਦਾ ਬੱਚਾ ਅੱਗੇ ਦੇ ਉਹ ਕਿਵੇਂ ਸਟਰਗਲ ਕਰਕੇ ਆਪਦੇ ਗੋਲਸ ਨੂੰ ਅਚੀਵ ਕਰਦਾ ਵਾ। ਸੋ ਮੈਂ ਕਹਿੰਦਾ ਮੈਂ ਜੇ ਐਗਜ਼ਾਮਪਲਸ ਦੇਣ ਲੱਗ ਗਿਆ ਤਾਂ ਆਪਣੇ ਕੋਲੇ ਟਾਈਮ ਘੱਟ ਜਾਣਾ ਵਾ। ਬਿਲਕੁਲ। ਸੋ ਤੁਸੀਂ ਕਿਹੜੇ Song ਸੁਣਦੇ ਆ ਮੋਟੀਵੇਸ਼ਨਲ Song ਜਾਂ ਨੈਗੇਟਿਵ ਪਾਰਟ ਜ਼ਿੰਦਗੀ ਦੇ ਵਿੱਚ ਕਿਉਂਕਿ ਉਹ Song ਵੀ ਕਿਤੋਂ ਇਦਾਂ ਨਹੀਂ ਬਣੇ ਕਿ ਬਸ ਕਿਸੇ ਨੇ ਲਿਖਤੇ ਤੇ ਬਣ ਗਏ। ਇਹ ਵੀ ਜ਼ਿੰਦਗੀ ਦੀ ਇੱਕ ਸੱਚਾਈ ਹੁੰਦੀ ਇੱਕ ਐਕਸਪੀਰੀਅੰਸ ਹੁੰਦਾ ਔਰ ਜਿਹੜਾ ਰਾਈਟਰ ਹੁੰਦਾ ਉਸ ਐਕਸਪੀਰੀਅੰਸ ਨੂੰ ਗੀਤਾਂ ਰਾਹੀਂ ਆਪਣੀਆਂ ਫੀਲਿੰਗਸ ਜਿਹੜੀਆਂ ਉਹ ਜ਼ਾਹਰ ਕਰਦਾ ਹੈਗਾ। ਤੁਸੀਂ ਕਿਹੜੇ ਮੋਟੀਵੇਸ਼ਨਲ Song ਸੁਣਦੇ ਆ ਚਲੋ ਉਹਦੇ ਤੇ ਹੀ ਚੱਲ ਜਾਂਦੇ ਆ। ਸੋ ਬਿਲਕੁਲ। ਸੋ ਮੋਟੀਵੇਸ਼ਨਲ Song ਦੱਸੋ ਔਰ ਜਿਹੜਾ ਪਹਿਲਾ Song ਆ ਗਿਆ ਆਪਾਂ ਜ਼ਰੂਰ ਪਲੇ ਕਰਾਂਗੇ। ਦੇਖਦੇ ਆ ਕਿ ਪਹਿਲੀ ਰਿਕਵੈਸਟ ਕਿਹਦੀ ਆਂਦੀ ਆ ਕਿ ਕਿਹੜਾ ਮੋਟੀਵੇਸ਼ਨਲ Song ਸਾਡੇ ਲਿਸਨਰ ਸੁਣਨਾ ਚਾਹੁੰਦੇ ਆ। ਮੋਟੀਵੇਸ਼ਨਲ ਮੇਕ ਸ਼ੋਰ ਇਹ ਨਹੀਂ ਕਿ ਮਿਰਜ਼ਾ ਲਾ ਦੋ ਜਾਂ ਮੋਟੀਵੇਸ਼ਨਲ Song ਹੋਣੇ ਚਾਹੀਦੇ ਆ ਜਿਹੜੇ ਕਿ ਸਾਰਿਆਂ ਨੂੰ ਮੋਟੀਵੇਟ ਕਰਨ। ਇੱਕ ਰਿਕਵੈਸਟ ਆਣੀ ਚਾਹੀਦੀ ਆ। ਆਪਾਂ ਇੱਕੋ ਹੀ ਰਿਕਵੈਸਟ ਪਲੇ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਕਿ ਪਹਿਲਾਂ ਹੀ ਰਿਕਵੈਸਟ ਕਰ ਚੁੱਕੇ ਆ ਫੇਸਬੁੱਕ ਦੇ ਉੱਤੇ ਕਾਪੀਰਾਈਟ ਹੋ ਕੇ ਆਪਣੇ ਲਾਈਵ ਸ਼ੋਅ ਬੰਦ ਹੋ ਜਾਂਦਾ। ਸੋ ਆਪਾਂ ਸ਼ੋਅ ਬੰਦ ਨਹੀਂ ਕਰਾਣਾ ਹਜੇ ਤੱਕ ਕਿਸੇ ਦੀ ਰਿਕਵੈਸਟ ਨਹੀਂ ਆਏ ਤਾਂ ਅਸੀਂ ਆਪਣੇ ਮੁਤਾਬਿਕ ਅਸੀਂ ਪਲੇ ਕਰ ਦੇਣਾ ਨਹੀਂ ਤਾਂ ਫਿਰ ਦੱਸੋ ਵੇ ਕਿਹਨੇ ਆਲ ਗੁੱਡ ਕੀਆ ਹਰਦੀਪ ਗਰੇਵਾਲ ਦਾ ਠੋਕਰ ਹਰਦੀਪ ਗਰੇਵਾਲ। ਬਿਲਕੁਲ ਜੀ। ਸੋ ਵਨ ਆਫ ਮਾਈ ਫੇਵਰਿਟ Song ਹੈ। ਸੋ ਇਹੀ ਗਾਣੇ ਦੀ ਮੈਂ ਆਪਾਂ ਗੱਲ ਵੀ ਕਰਦੇ ਸੀ ਨਾ ਇੱਕ ਵੀਡੀਓ ਹੁਣ ਇਹਦੀ ਵੀਡੀਓ ਦੇ ਵਿੱਚ ਇੰਨੀ ਕੁ ਮੋਟੀਵੇਸ਼ਨ ਹੈਗੀ ਹੈ ਕਮਲ ਜੀ ਉਹਨੇ ਦਿਖਾਇਆ ਹੋਇਆ ਵੀ ਸਟਰਗਲ ਦੇ ਨਾਲ ਤੁਸੀਂ ਗੋਲ ਕਿੱਦਾਂ ਅਚੀਵ ਕਰਦੇ ਹੋ। ਬਿਲਕੁਲ। ਸੋ ਕਿਵੇਂ ਉਹ ਪਹਿਲਾਂ ਰਿਜੈਕਟ ਹੁੰਦਾ ਪੁਲਿਸ ਦੀ ਭਰਤੀ ਦੇ ਵਿੱਚ ਸਾਰਾ ਕੁਝ। ਸੋ ਇਟਸ ਵਨ ਆਫ ਮਾਈ ਫੇਵਰਿਟ। ਸੋ ਆਲਵੇਜ਼ ਆਪਾਂ ਨੂੰ ਹੁੰਦਾ ਵੀ ਜਿਹੜੇ ਮੋਟੀਵੇਟ Song ਆਪਾਂ ਸੁਣੀਏ ਕਰੀਏ ਸੋ ਜ਼ਿੰਦਗੀ ਦੇ ਵਿੱਚ ਸਾਨੂੰ ਅੱਗੇ ਵਧਣ ਦੇ ਲਈ ਉਹ ਪ੍ਰੇਰਿਤ ਕਰਦੇ ਆ। ਜੀ ਬਿਲਕੁਲ। ਔਰ ਚੱਲਦੇ ਆ ਠੋਕਰ Song ਵੱਲ ਤੇ ਆਈ ਗੈਸ ਕਿ ਇਹ Song ਹੀ ਆ। ਸੋ ਆਪਾਂ ਥੋੜਾ ਜਿਹਾ ਜਿਹੜਾ ਠੋਕਰ Song ਸੁਣਦੇ ਆ ਤਦ ਤੱਕ ਦੇਖਦੇ ਆ ਕਿ ਕੋਈ ਹੋਰ ਜਿਹੜੀ ਰਿਕਵੈਸਟ ਆਂਦੀ ਆ ਜਾਂ ਨਹੀਂ ਆਂਦੀ। ਸੋ ਲੋ ਜੀ ਤੁਹਾਡੇ ਲਈ ਮੋਟੀਵੇਸ਼ਨਲ Song ਜਿਹੜਾ ਉਹ ਪਲੇ ਕਰਨ ਲੱਗਿਆ ਹਰਦੀਪ ਗਿੱਲ ਬਾਈ ਦਾ ਤੇ ਇਸ ਤੋਂ ਬਾਅਦ ਫਿਰ ਬਾਕੀ ਗੱਲਾਂ ਬਾਤਾਂ
ਹਰਦੀਪ ਗਰੇਵਾਲ। ਗਰੇਵਾਲ ਓਕੇ ਜੀ ਹਰਦੀਪ India's Taste is the largest all-day buffet and bar, serving 7 days a week in Mississauga, Brampton, and Markham. We offer the exotic and authentic veg and non-veg North and South Indian food, cooked by well-experienced chefs. Come today and enjoy our excellent dining space at India's Taste and Bar. We have private party rooms and patio. We also make the best Indian sweets and eggless cakes. Call today for info and reserve at 905-785-5959 or visit indiastaste.ca. India's Taste is the largest all-day buffet and bar, serving 7 days a week in Mississauga, Brampton, and Markham. We offer the exotic and authentic veg and non-veg North and South Indian food, cooked by well-experienced chefs. Come today and enjoy our excellent dining space at India's Taste and Bar. We have private party rooms and patio. We also make the best Indian sweets and eggless cakes. Call today for info and reserve at 905-785-5959 or visit indiastaste.ca. India's Taste is the largest all-day buffet and bar, serving 7 days a week in Mississauga, Brampton, and Markham. We offer the exotic and authentic veg and non-veg North and South Indian food, cooked by well-experienced chefs. Come today and enjoy our excellent dining space at India's Taste and Bar. We have private party rooms and patio. We also make the best Indian sweets and eggless cakes. Call today for info and reserve at 905-785-5959 or visit indiastaste.ca. India's Taste is the largest all-day buffet and bar, serving 7 days a week in Mississauga, Brampton, and Markham. We offer the exotic and authentic veg and non-veg North and South Indian food, cooked by well-experienced chefs. Come today and enjoy our excellent ਰਿਕਵੈਸਟ ਨਹੀਂ ਇਸ ਦਾ ਮਤਲਬ ਕੋਈ ਮੋਟੀਵੇਸ਼ਨਲ Song ਸੁਣਦਾ ਹੀ ਨਹੀਂ ਦੈਟਸ ਸੋ ਵੀਅਰਡ ਆਪਾਂ ਮੰਨ ਨਹੀਂ ਸਕਦੇ ਮੈਂ ਕਹਿੰਦੀ ਸਾਰਿਆਂ ਦੇ ਗੱਡੀਆਂ 'ਚ Song ਚੱਲਦੇ ਹੁੰਦੇ ਆ ਮੂਸੇ ਬਾਈ ਦੀ ਗੱਲ ਕਰ ਲਈਏ ਇਸ ਤੋਂ ਇਲਾਵਾ ਗੈਰੀ ਦੀ ਗੱਲ ਕਰ ਲਈਏ ਨਾਲ ਦੀ ਨਾਲ ਹਰਦੀਪ ਬਾਈ ਦੀ ਗੱਲ ਕਰ ਲਈਏ ਬਹੁਤ ਸਾਰੇ ਜਾਣੇ ਆ ਜਿਹੜੇ ਤੁਸੀਂ ਗਾਣੇ ਪਰ ਕਮੈਂਟ ਸਿਰਫ ਇੱਕੋ ਜਾਣੇ ਦਾ ਆਇਆ ਗੁਰਸ਼ਨ ਵੀਰੇ ਤੇ ਜੀ ਇੰਸ਼ੋਰੈਂਸ ਬਾਰੇ ਵੀ ਗੱਲ ਕਰੋ ਬਿਲਕੁਲ ਗੁਰਸ਼ਨ ਵੀਰੇ ਗਰੁੱਪ ਇੰਸ਼ੋਰੈਂਸ ਦੇ ਵਿੱਚ ਵੀ ਆਪਾਂ ਡੀਲ ਕਰਦੇ ਆ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੈਂ ਤੁਹਾਨੂੰ ਨੰਬਰ ਸ਼ੇਅਰ ਕਰ ਦਿੰਨਾ 4166249798 416 624 9798 ਤੁਸੀਂ ਮੈਨੂੰ ਮੈਸੇਜ ਕਰ ਲਿਓ ਦੈਨ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰ ਲਾਂਗੇ ਆਲ ਪਰਸਨਲ ਇੰਸ਼ੋਰੈਂਸ ਦੇ ਵਿੱਚ ਮੈਂ ਸਰਵਿਸਿਜ਼ ਪ੍ਰੋਵਾਈਡ ਕਰਦਾ ਜੀ ਬਿਲਕੁਲ ਔਰ ਨਾਲ ਦੀ ਨਾਲ ਤੁਹਾਡਾ ਵੀ ਕੋਈ ਸਵਾਲ ਹੈਗਾ ਇੰਸ਼ੋਰੈਂਸ ਨੂੰ ਲੈ ਕੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਆ 416 624 9798 416 62499798 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਔਰ ਇਸ ਟਾਈਮ ਨੈਗੇਟਿਵਿਟੀ ਪੋਜ਼ਿਟਿਵਿਟੀ ਦੀ ਗੱਲਬਾਤ ਕਰ ਰਹੇ ਆ ਲਾਈਵ ਨੂੰ ਲਾਈਕ ਸ਼ੇਅਰ ਕਰਨਾ ਭੱਜਣਾ ਨਹੀਂ ਲਾਈਵ ਦੇ ਵਿੱਚੋਂ ਵੀਰੇ ਸਪੀਡ ਟਿਕਟ ਫਾਈਟ ਕਰਨ ਲਈ ਲਾਇਰ ਪਤਾ ਕੋਈ ਬਿਲਕੁਲ ਵੀਰੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਡੈਫੀਨਿਟਲੀ ਕਰ ਦਿੰਨਾ ਜੀ ਬਿਲਕੁਲ ਜੀ ਤੁਹਾਡਾ ਵੀ ਕੋਈ ਸਵਾਲ ਹੈਗਾ ਤੁਸੀਂ ਕਿਸੇ ਲਾਇਰ ਦਾ ਨੰਬਰ ਲੈਣਾ ਕਿਸੇ ਇਮੀਗ੍ਰੇਸ਼ਨ ਵਾਲੇ ਦਾ ਨੰਬਰ ਲੈਣਾ ਸੋ ਸਾਡੇ ਕੋਲੇ ਐਡਾਂ ਹੈਗੀਆਂ ਨੇ ਪਰ ਦ ਥਿੰਗ ਇਜ਼ ਕਿ ਜਿਹੜੀਆਂ ਐਡਸ ਨੇ ਸਿਰਫ ਤੁਹਾਡੇ ਕੁਐਸਚਨਸ ਦੇ ਮੁਤਾਬਿਕ ਸਾਨੂੰ ਜਿਹੜੇ ਨੇ ਕਿਉਂਕਿ ਸਾਡੇ ਆਪਣੇ ਪਰਸਨਲ ਜਿਹੜੇ ਨੇ ਉਹ ਰਿਲੇਸ਼ਨਸ ਹੁੰਦੇ ਆ ਤਾਂ ਅਸੀਂ ਰਿਕਮੈਂਡੇਸ਼ਨ ਉਹਨਾਂ ਨੂੰ ਹੀ ਕਰਦੇ ਆ ਜਿੱਥੇ ਕੋਈ ਤੁਹਾਡੇ ਤੋਂ ਕੰਸਲਟੇਸ਼ਨ ਫੀਸ ਨਹੀਂ ਲਈ ਜਾਂਦੀ ਹੈਗੀ ਜਿੱਥੇ ਤੁਹਾਨੂੰ ਸਰਵਿਸ ਗੁੱਡ ਦਿੱਤੀ ਜਾਂਦੀ ਹੈ ਤੁਹਾਡੇ ਕੁਐਸਚਨਸ ਦੇ ਆਨਸਰ ਪਹਿਲਾਂ ਦਿੱਤੇ ਜਾਂਦੇ ਹੈਗੇ ਆ ਸੋ ਨੰਬਰ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਜਾਂਦੇ ਹੈਗੇ ਆ ਜੀ ਸੋ ਜਿੱਦਾਂ ਅਸੀਂ ਤੁਹਾਨੂੰ ਨੰਬਰ ਦਿੰਨੇ ਆ ਬਲੂ ਸੀਲ ਇਮੀਗ੍ਰੇਸ਼ਨ ਵਾਲਿਆਂ ਦਾ ਇਮੀਗ੍ਰੇਸ਼ਨ ਰਿਲੇਟਡ ਕੋਈ ਵੀ ਕੁਐਸਚਨ ਕੰਸਰਨ ਚਾਹੇ ਤੁਸੀਂ ਸਟੂਡੈਂਟ ਹੈਗੇ ਆ ਵਿਜ਼ਟਰ ਆਏ ਆ ਵਰਕ ਪਰਮਿਟ 'ਚ ਚੇਂਜ ਕਰਵਾਉਣਾ ਇਸ ਤੋਂ ਇਲਾਵਾ ਤੁਸੀਂ TR PR ਹੋਣਾ ਹੈਗਾ ਜਾਂ ਫਿਰ ਆਪਣੀ ਸਟੱਡੀ ਪਰਮਿਟ ਐਕਸਟੈਂਡ ਕਰਵਾਉਣੀ ਆ ਵਰਕ ਪਰਮਿਟ ਐਕਸਟੈਂਸ਼ਨਸ ਕਰਵਾਉਣੀਆਂ ਨੇ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਦੀ ਫਾਈਲ ਲਗਵਾਉਣੀ ਆ ਤਾਂ ਤੁਸੀਂ ਕਾਲ ਕਰ ਸਕਦੇ ਆ ਬਲੂ ਸੀਲ ਇਮੀਗ੍ਰੇਸ਼ਨ 587 594 3908 587 594 3908 ਦੇ ਉੱਤੇ ਬਲੂ ਸੀਲ ਇਮੀਗ੍ਰੇਸ਼ਨ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਔਰ ਇਹਨਾਂ ਦੀ ਕੋਈ ਕੰਸਲਟੇਸ਼ਨ ਫੀਸ ਨਹੀਂ ਹੈਗੀ ਕੋਈ ਇਹ ਐਕਸਟਰਾ ਤੁਹਾਡੇ ਤੋਂ ਚਾਰਜ ਨਹੀਂ ਕਰਦੇ ਅੰਟਿਲ ਅਨਲੈਸ ਤੁਸੀਂ ਫਾਈਲ ਨਹੀਂ ਇਹਨਾਂ ਤੋਂ ਲਗਵਾਉਂਦੇ ਹੈਗੇ ਸੋ ਕੋਈ ਵੀ ਤੁਹਾਡਾ ਸਵਾਲ ਹੈਗਾ ਪ੍ਰੋਗਰਾਮ ਤੋਂ ਬਾਅਦ ਤਾਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਇਸ ਤੋਂ ਇਲਾਵਾ ਲਖਬੀਰ ਦੇ ਨਾਲ ਗੱਲਬਾਤ ਕਰਨੀ ਇੰਸ਼ੋਰੈਂਸ ਦੇ ਬਾਰੇ ਸੋ ਜਿੱਦਾਂ ਆਪਾਂ ਲਖਬੀਰ ਗੱਲ ਕਰ ਰਹੇ ਸੀ ਰਿਫਿਊਜੀਜ਼ ਬਾਰੇ ਜੀ ਸੋ ਕੋਈ ਵੀ ਮਰਜ਼ੀ ਕਹਿਣ ਦਾ ਮਤਲਬ ਹੈ ਕਿ ਜੇ ਬੰਦਾ ਇੱਥੇ ਆਂਦਾ ਉਹਦਾ ਸਟੇਟਸ ਡਿਪੈਂਡ ਕਰਦਾ ਇੰਸ਼ੋਰੈਂਸ ਬਾਰੇ ਕਿ ਨਹੀਂ ਡਿਪੈਂਡ ਕਰਦਾ ਬਿਲਕੁਲ ਜੀ ਸੋ ਡੈਫੀਨਿਟਲੀ ਜਦੋਂ ਆਪਾਂ ਐਜ਼ ਅ ਨਿਊ ਇਮੀਗ੍ਰੈਂਟ ਇਸ ਕੰਟਰੀ ਦੇ ਵਿੱਚ
ਆਉਂਦੇ ਆ। ਹਰ ਇੱਕ ਜਿਹੜਾ ਸਟੇਟਸ ਹੈਗਾ, ਚਾਹੇ ਆਪਾਂ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਸਟੱਡੀ ਪਰ ਵੀਜ਼ੇ ਦੇ ਉੱਤੇ ਆਉਂਦੇ ਆ ਜਾਂ ਫਿਰ ਵਰਕ ਪਰਮਿਟ ਤੇ ਆਉਂਦੇ ਆ, ਐਜ਼ ਅ ਪਰਮਾਨੈਂਟ ਰੈਜ਼ੀਡੈਂਸ ਆਉਂਦੇ ਆ। ਜੇ ਆਪਾਂ ਇੱਥੇ ਆ ਕੇ ਰਿਫਿਊਜੀ ਕਲੇਮ ਕਰਦੇ ਆ, ਸੋ ਸਾਡੇ ਸਟੇਟਸ ਦੇ ਅਕੋਰਡਿੰਗ ਹੀ ਪਲਾਨ ਸਾਨੂੰ ਮਿਲਦੇ ਆ ਜੀ। ਸੋ ਬਟ ਜਿਹੜੇ ਬੇਸਿਕ ਪਲਾਨ ਆ ਇਹ ਸਾਰੇ ਹੀ ਭੈਣ ਭਰਾਵਾਂ ਲਈ ਹੈਗੇ ਆ। ਸੋ ਕਦੇ ਵੀ ਸਾਨੂੰ ਹੈਜ਼ਿਟੇਟ ਨਹੀਂ ਹੋਣਾ ਚਾਹੀਦਾ। ਸੋ ਮੈਂ ਇੱਕੋ ਗੱਲ ਕਹਿਣਾ ਹੁੰਦਾ ਵੀ ਆਪਣੇ ਐਡਵਾਈਜ਼ਰ ਨਾਲ ਜ਼ਰੂਰ ਬੈਠ ਕੇ ਗੱਲਬਾਤ ਕਰੋ, ਤੇ ਜੋ ਵੀ ਤੁਹਾਡੀਆਂ ਸਪੈਸ਼ਲੀ ਕਮਲਜੀਤ ਸਟੇਟਸ ਦੇ ਨਾਲ ਨਾਲ ਹੈਲਥ ਕੰਡੀਸ਼ਨ ਜ਼ਰੂਰ ਅਪਫਰੰਟ ਡਿਸਕਲੋਜ਼ ਕਰ ਦਿਓ, ਤਾਂ ਜੋ ਤੁਹਾਡੀਆਂ ਹੈਲਥ ਕੰਡੀਸ਼ਨ ਐਂਡ ਸਟੇਟਸ ਦੇ ਅਕੋਰਡਿੰਗ ਤੁਹਾਨੂੰ ਬੈਟਰ ਕਵਰੇਜ ਦੇ ਨਾਲ ਅੱਗੇ ਸਰਵ ਕਰ ਸਕਣ। ਜੀ ਬਿਲਕੁਲ ਜੀ। ਔਰ ਬਹੁਤ ਜ਼ਰੂਰੀ ਹੈਗਾ ਕਿ ਜਿਹੜੀ ਪਾਲਿਸੀ ਅਸੀਂ ਲਈਏ ਉਹ ਜਿੱਥੇ ਲੌਂਗ ਟਰਮ ਸਾਡੇ ਨਾਲ ਚੱਲੇ ਉੱਥੇ ਸਾਨੂੰ ਕਵਰ ਵੀ ਕਰੇ। ਜੀ ਬਿਲਕੁਲ, ਕਿਉਂਕਿ ਪੈਸੇ ਤੁਸੀਂ ਦੇਣੇ ਆ, ਬੈਨੀਫਿਟ ਤੁਹਾਡੀ ਫੈਮਿਲੀ ਨੂੰ ਮਿਲਣਾ, ਤੁਹਾਨੂੰ ਮਿਲਣਾ ਹੈਗਾ, ਚਾਹੇ ਫਿਰ ਉਹ ਲਾਈਫ ਇੰਸ਼ੋਰੈਂਸ ਦਾ ਬੈਨੀਫਿਟ ਆ, ਚਾਹੇ ਉਹ ਲਿਵਿੰਗ ਬੈਨੀਫਿਟਸ ਹੈਗੇ ਆ, ਇਹ ਲਾਇਬਿਲਿਟੀ ਤੁਹਾਡੀ ਹੈਗੀ, ਤੁਸੀਂ ਕਵਰ ਕਰਾਣੀ, ਪ੍ਰੀਮੀਅਮ ਵੀ ਤੁਸੀਂ ਦੇਣਾ। ਪਰ ਐਟ ਦਾ ਐਂਡ ਆਫ ਦਾ ਡੇ ਜੇ ਰੱਬ ਨਾ ਕਰੇ ਕੋਈ ਕਲੇਮ ਆਂਦਾ ਤੇ ਕਲੇਮ ਟਾਈਮ ਸਾਨੂੰ ਕੋਈ ਪ੍ਰੋਬਲਮ ਆ ਗਈ, ਬਿਲਕੁਲ ਜੀ, ਜਿਹੜੀ ਕਿ ਅਪ ਫਰੰਟ ਸਾਨੂੰ ਡਿਸਕਲੋਜ਼ ਕਰਨੀ ਚਾਹੀਦੀ ਸੀ ਪਰ ਅਸੀਂ ਨਹੀਂ ਕਰੀ ਔਰ ਕਲੇਮ ਟਾਈਮ ਉਹ ਚੀਜ਼ ਸਾਹਮਣੇ ਆਂਦੀ ਆ, ਤਾਂ ਬਹੁਤ ਸਾਰੀਆਂ ਪ੍ਰੋਬਲਮਸ ਆ ਸਕਦੀਆਂ ਨੇ। ਤਾਂ ਕਲੇਮ ਟਾਈਮ ਕੋਈ ਪ੍ਰੋਬਲਮ ਨਾ ਆਏ ਉਹਦੇ ਵਾਸਤੇ ਤੁਸੀਂ ਕਾਲ ਕਰਨੀ ਹੈ ਲਖਵੀਰ ਨੂੰ 416 624 9798 4166249798 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ। ਗੱਗੂ ਜੀ ਸਤਿ ਸ਼੍ਰੀ ਅਕਾਲ, ਗੁਰਸ਼ਰਨ ਸਤਿ ਸ਼੍ਰੀ ਅਕਾਲ, ਸੁਰਿੰਦਰ ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਵੈਰੀ ਮਚ। ਤੁਸੀਂ ਸਾਰੇ ਜਣੇ ਜੁਆਇਨ ਕਰ ਰਹੇ ਆ, ਪਰ ਟੌਪਿਕ ਤੋਂ ਦੂਰ ਨਹੀਂ ਜਾਣਾ। ਟੌਪਿਕ ਜ਼ਰੂਰ ਯਾਦ ਰੱਖਿਓ, ਨੈਗੇਟਿਵਿਟੀ ਐਂਡ ਪੋਜ਼ਿਟਿਵਿਟੀ। ਬਿਲਕੁਲ, ਨੈਗੇਟਿਵਿਟੀ ਸਾਡੇ ਮਾਈਂਡ ਨੂੰ ਕੀ ਸੈੱਟ ਕਰਦੀ ਆ, ਪੋਜ਼ਿਟਿਵਿਟੀ ਸਾਡੇ ਮਾਈਂਡ ਨੂੰ ਕੀ ਸੈੱਟ ਕਰਦੀ ਹੈਗੀ ਆ। ਕਿਉਂਕਿ ਕਈ ਵਾਰੀ ਨਾ ਲਖਵੀਰ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਜੇ ਬੰਦਾ ਜ਼ਿਆਦਾ ਹੀ ਪੋਜ਼ਿਟਿਵਿਟੀ ਰੱਖ ਲਵੇ ਨਾ ਤਾਂ ਕਿਤੇ ਨਾ ਕਿਤੇ ਉਹਦੀ ਜ਼ਿੰਦਗੀ 'ਚ ਠਹਿਰਾਵ ਆ ਜਾਂਦੇ ਆ। ਬਿਲਕੁਲ ਜੀ, ਕਿ ਨੈਗੇਟਿਵਿਟੀ ਨੂੰ ਉਹ ਸੁਣਨਾ ਬੰਦ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਉਹ ਮਤਲਬ ਇੱਕ ਲੈਵਲ ਤੇ ਜਾ ਕੇ ਸਟੈਂਡ ਕਰ ਜਾਂਦਾ ਵੀ ਮੇ ਵੀ ਇਦੋਂ ਅੱਗੇ ਕੁਝ ਹੈ ਹੀ ਨਹੀਂਗਾ, ਮੈਂ ਇਦੋਂ ਅੱਗੇ ਜਾ ਨਹੀਂ ਸਕਦਾ। ਤੁਸੀਂ ਕੀ ਕਹਿਣਾ ਚਾਹੋ? ਬਿਲਕੁਲ ਜੀ। ਸੋ ਜਿਹੜਾ ਪੋਜ਼ਿਟਿਵ ਮਾਈਂਡਸੈਟ ਆ, ਸੋ ਇਹਦੇ ਨਾਲ ਬਹੁਤ ਪਰਸਨਲ ਲਾਈਫ ਦੇ ਵਿੱਚ ਚੇਂਜਸ ਆਉਂਦੀਆਂ। ਹੁਣ ਦੇਖੋ, ਪ੍ਰੋਬਲਮ ਹਰ ਇੱਕ ਦੀ ਲਾਈਫ ਦੇ ਵਿੱਚ ਬਿਲਕੁਲ ਆਉਂਦੀਆਂ ਨੇ, ਆਉਣੀਆਂ ਚਾਹੀਦੀਆਂ ਵੀ ਆ, ਇੱਕ ਜ਼ਿੰਦਗੀ ਦਾ ਇਹ ਪਾਰਟ ਨੇ। ਹੁਣ ਜੇ ਕੋਈ ਪ੍ਰੋਬਲਮ ਆ ਗਈ, ਹੁਣ ਆਪਾਂ ਉਹਨੂੰ, ਜੇ ਸਾਡਾ ਮਾਈਂਡਸੈਟ ਪੋਜ਼ਿਟਿਵ ਆ, ਆਪਾਂ ਉਹਦਾ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰਾਂਗੇ ਇਨਸਟੈਡ ਆਫ ਆਪਦੇ ਆਪ ਨੂੰ ਡਾਊਨ ਫੀਲ ਕਰਨ ਦੀ ਬਜਾਏ। ਹੁਣ ਅਗਰ ਕੋਈ ਪ੍ਰੋਬਲਮ ਆਉਂਦੀ ਆ, ਅਸੀਂ ਜੇ ਉਹਦਾ ਸੋਲੂਸ਼ਨ ਲੱਭ ਰਹੇ ਆ, ਉਹ ਫੇਰ ਹੀ ਲੱਭ ਹੋਊਗਾ ਜੇ ਅਸੀਂ ਮਾਈਂਡਸੈਟ ਸਾਡਾ ਸਟਰੋਂਗ ਆ। ਹੁਣ ਅਗਰ ਆਪਾਂ ਮੰਨ ਲਓ ਹੁਣ ਕਿਸੇ ਭੈਣ ਭਰਾ ਦੇ ਕੋਲ ਜਾਣੇ, ਜੇ ਉਹ ਪ੍ਰੋਬਲਮ ਦੇ ਵਿੱਚ ਆ, ਜੇ ਮੈਂ ਪਹਿਲਾਂ ਹੀ ਨੈਗੇਟਿਵ ਹੋਇਆ ਤਾਂ ਮੈਂ ਉਹਨੂੰ ਹੋਰ ਡਾਊਨ ਕਰ ਦੇਣਾ। ਸੋ ਅਗਰ ਮੈਂ ਉਹਨੂੰ ਅਪਲਿਫਟ ਕਰਕੇ ਆ ਰਿਹਾ ਵਾ, ਸੋ ਦੈਟ ਮੀਨ ਮੈਂ ਆਪਣਾ ਜਿਹੜਾ ਮਾਈਂਡਸੈਟ ਆ ਪੋਜ਼ਿਟਿਵ ਰੱਖਿਆ ਤੇ ਮੈਂ ਪੋਜ਼ਿਟਿਵਿਟੀ ਨੂੰ ਅੱਗੇ ਫੈਲਾ ਰਿਹਾ ਹਾਂ। ਸੋ ਉਹ ਚੀਜ਼ ਬਹੁਤ ਮੈਟਰ ਕਰਦੀ ਆ। ਸੋ ਅਗੇਨ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ, ਤਾਂ ਪੋਜ਼ਿਟਿਵ ਸੋਚਣ ਦੇ ਕਿਹੜਾ ਕੋਈ ਟੈਕਸ ਲੱਗਦਾ ਹੀ। ਬਿਲਕੁਲ। ਔਰ ਤੁਸੀਂ ਪੋਜ਼ਿਟਿਵ ਇਸ ਟਾਈਮ ਪੋਜ਼ਿਟਿਵ ਸੋਚ ਰਹੇ ਆ ਕਿ ਨੈਗੇਟਿਵ, ਸਾਡੇ ਇਸ ਟੌਪਿਕ ਬਾਰੇ ਉਹ ਵੀ ਜ਼ਰੂਰ ਦੱਸਿਓ ਕਿ ਅੱਜ ਦਾ ਟੌਪਿਕ ਤੁਹਾਨੂੰ ਕਿੱਦਾਂ ਲੱਗ ਰਿਹਾ, ਕੀ ਸੋਚ ਰਹੇ ਆ ਅੱਜ ਦੇ ਟੌਪਿਕ ਬਾਰੇ, ਕਿਉਂਕਿ ਤੁਹਾਡੇ ਕਮੈਂਟ ਜਿਹੜੇ ਬਹੁਤ ਘੱਟ ਆ ਰਹੇ ਨੇ। ਤੁਸੀਂ ਜੁਆਇਨ ਬਹੁਤ ਜ਼ਿਆਦਾ ਕਰ ਰਹੇ ਆ। ਥੈਂਕ ਯੂ ਜੀ, ਥੈਂਕ ਯੂ ਹਰਪਾਲ ਜੀ, ਬਹੁਤ ਸ਼ੇਅਰ ਕੀਤਾ ਲਾਈਵ ਨੂੰ, ਸੋ ਥੈਂਕ ਯੂ ਵੈਰੀ ਮਚ ਜੀ। ਬਿਲਕੁਲ, ਔਰ ਤੁਸੀਂ ਲਾਈਵ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰ ਰਹੇ ਹੈਗੇ ਆ, ਪਰ ਤੁਸੀਂ ਕਮੈਂਟ ਵੀ ਕਰੋ, ਕਿਉਂਕਿ ਇਹ ਤਾਂ ਹੈ ਨਹੀਂਗਾ ਕਿ ਲਖਵੀਰ ਔਰ ਮੇਰੀ ਗੱਲ ਚੱਲ ਰਹੀ ਹੈ ਕਿ ਸਾਡੀ ਜ਼ਿੰਦਗੀ 'ਚ ਹੀ ਨੈਗੇਟਿਵਿਟੀ ਆ, ਸਾਡੀ ਜ਼ਿੰਦਗੀ 'ਚ ਹੀ ਪੋਜ਼ਿਟਿਵਿਟੀ ਆ। ਆਪਾਂ ਸਾਰੇ ਜਣੇ, ਚਾਹੇ ਉਹ ਕੰਮਕਾਰ ਦੀ ਗੱਲ ਕਰ ਲਈਏ, ਚਾਹੇ ਈਵਨ ਦੋ ਫੈਮਲੀਜ਼ ਦੀ ਗੱਲ ਕਰ ਲਈਏ, ਆਪਣੇ ਫਰੈਂਡ ਸਰਕਲ ਦੀ ਗੱਲ ਕਰ ਲਈਏ, ਕੋਈ ਵੀ ਏਰੀਏ ਦੀ ਗੱਲ ਕਰ ਲਈਏ, ਉੱਥੇ ਨੈਗੇਟਿਵਿਟੀ ਆਂਦੀ ਹੀ ਆਂਦੀ ਆ। ਉਸ ਤੋਂ ਬਾਅਦ ਪੋਜ਼ਿਟਿਵਿਟੀ ਦੀ ਜਿਹੜੀ ਮੈਂ ਗੱਲ ਕਰ ਰਹੀ, ਕਈ ਵਾਰੀ ਜਿਹੜਾ ਸਾਡਾ ਪੋਜ਼ਿਟਿਵ ਐਟੀਟਿਊਡ ਆ ਨਾ, ਕਈ ਵਾਰੀ ਸਾਡੇ ਵਾਸਤੇ ਉਹ ਵੀ ਪ੍ਰੋਬਲਮ ਕ੍ਰੀਏਟ ਕਰਦਾ। ਹੁਣ ਇਹਦਾ ਛੋਟੀ ਜਿਹੀ ਐਗਜ਼ਾਮਪਲ ਆ ਕਿ ਅਸੀਂ ਕਹਿੰਦੇ ਆ ਕਿ ਅਸੀਂ ਪੋਜ਼ਿਟਿਵ ਰਹਿਣਾ, ਡਜ਼ਨਟ ਮੈਟਰ ਬੰਦਾ ਜੋ ਮਰਜ਼ੀ ਕਹੀ ਜਾਵੇ, ਜੋ ਮਰਜ਼ੀ ਸਾਡੇ ਨਾਲ ਕਹੀ ਜਾਵੇ, ਸਾਨੂੰ ਕੋਈ ਮਤਲਬ ਨਹੀਂ। ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਜੇ ਅਸੀਂ ਚੁੱਪ ਕਰਕੇ ਉਹ ਚੀਜ਼ ਨੂੰ ਸਹਿ ਰਹੇ ਆ, ਕਿਸੇ ਹੱਦ ਤੱਕ ਠੀਕ ਆ, ਪਰ ਓਵਰ ਦਾ ਲਿਮਿਟ ਜੇ ਕੋਈ ਚੀਜ਼ ਹੋ ਜੇ ਫਿਰ ਉੱਥੇ ਜਵਾਬ ਦੇਣਾ ਬਣਦਾ। ਰੁਪਿੰਦਰ ਹਾਂਡੇ ਦਾ ਕੀ ਪੰਗਾ ਪਿਆ, ਸਾਨੂੰ ਨਹੀਂ ਪਤਾ ਜੀ। ਅਸੀਂ ਰੁਪਿੰਦਰ ਹਾਂਡਾ ਦਾ ਮੈਨੂੰ ਨਹੀਂ ਪਤਾ, ਸੌਰੀ ਫॉर दैट। ਹਸੀਬ ਖਾਨ ਜੀ ਸਤਿ ਸ਼੍ਰੀ ਅਕਾਲ, ਵੇਅਰ ਆਰ ਯੂ ਗਾਈਜ਼? ਵੀ ਆਰ ਇਨ ਬਰੈਂਪਟਨ ਹਸੀਬ ਜੀ, ਐਂਡ ਦਿਸ ਇਜ਼ ਅ ਲਾਈਵ ਰੇਡੀਓ ਸ਼ੋ ਜਿਹਨੂੰ ਤੁਸੀਂ IPTV ਬਾਕਸ ਦੇ ਜ਼ਰੀਏ, ਟਿਕਟੌਕ, ਫੇਸਬੁੱਕ ਨਾਲ ਦੀ ਨਾਲ YouTube ਚੈਨਲ ਦੇ ਜ਼ਰੀਏ ਤੁਸੀਂ ਲਾਈਵ ਦੇਖ ਔਰ ਸੁਣ ਰਹੇ ਹੈਗੇ ਆ। ਔਰ ਜੇ ਤੁਸੀਂ ਘਰੇ ਬੈਠੇ ਆ IPTV ਦੇ ਉੱਤੇ 285 ਚੈਨਲ ਨੰਬਰ ਜਿਹੜਾ ਹੈਗਾ ਉਹਦੇ ਤੇ ਤੁਸੀਂ ਸਾਨੂੰ ਦੇਖ ਵੀ ਸਕਦੇ ਆ। ਸੋ ਕਿਸੇ ਹੱਦ ਤੱਕ ਪੋਜ਼ਿਟਿਵਿਟੀ ਰਹਿਣਾ
ਨਾ ਬਹੁਤ ਜੀ ਬਿਲਕੁਲ ਟੋਰਾਂਟੋ ਹਾਂਜੀ GTA ਦਾ ਚੈਨਲ ਹੈਗਾ ਜੀ ਇਹ ਔਰ ਵਰਲਡ ਵਾਈਡ ਤੁਸੀਂ ਇਹਨੂੰ ਸੁਣਦੇ ਆ ਜੇ ਤੁਹਾਡੇ ਕੋਲੇ ਕਿਤੇ ਹੋਰ ਕਿਸੇ ਕੰਟਰੀ ਦੇ ਵਿੱਚ ਤੁਸੀਂ ਇਹਨੂੰ ਸੁਣਨਾ ਚਾਹੁੰਦੇ ਆ ਐਪ ਡਾਊਨਲੋਡ ਕਰ ਲਓ ਚਾਹੇ ਤੁਹਾਡੇ ਕੋਲੇ ਐਂਡਰੋਇਡ ਫੋਨ ਆ ਚਾਹੇ ਤੁਹਾਡੇ ਕੋਲੇ ਐਪਲ ਦਾ ਫੋਨ ਆ ਤੁਸੀਂ ਇਹਦੀ ਐਪ ਡਾਊਨਲੋਡ ਕਰਕੇ ਵੀ ਸੁਣ ਸਕਦੇ ਆ GT ਮੀਡੀਆ ਆਨਲਾਈਨ ਜਦੋਂ ਤੁਸੀਂ ਸਰਚ ਕਰੋਗੇ ਤੁਹਾਡੇ ਕੋਲੇ ਐਪ ਜਿਹੜਾ ਉਹਦਾ ਲੋਗੋ ਆ ਜਾਣਾ ਹੈਗਾ ਤਾਂ ਉਹ ਜਿਹੜਾ ਲੋਗੋ ਤੁਸੀਂ ਡਾਊਨਲੋਡ ਕਰ ਲੈਣਾ ਤੇ ਤੁਸੀਂ ਇਹਨੂੰ ਲਾਈਵ ਸੁਣ ਸਕਦੇ ਆ 24/7 ਇਹਦੇ ਵਿੱਚ ਗੀਤ ਸੰਗੀਤ ਗੁਰਬਾਣੀ ਹਰ ਇੱਕ ਰੰਗ ਅਸੀਂ ਭਰਿਆ ਹੋਇਆ ਤਾਂ ਹੀ ਉਹ ਇਹਦਾ GT ਮੀਡੀਆ ਹਰ ਇੱਕ ਰੰਗ ਹਰ ਇੱਕ ਇਹ ਕਹਿ ਲਓ ਫੀਲਿੰਗਸ ਹੋ ਗਈਆਂ ਚਾਹੇ ਤੁਸੀਂ ਪਰਮਾਤਮਾ ਦਾ ਨਾਮ ਸੁਣਨਾ ਚਾਹੁੰਦੇ ਆ ਸਵੇਰੇ ਗੁਰਬਾਣੀ ਪਲੇ ਹੁੰਦੀ ਆ ਔਰ ਮੀਨਵਾਈਲ ਜਦੋਂ ਤੱਕ ਸਾਡਾ ਪ੍ਰੋਗਰਾਮ ਨਹੀਂ ਹੁੰਦਾ 6 ਵਜੇ ਤੋਂ 8 ਵਜੇ ਸਾਡਾ 2 ਘੰਟੇ ਦਾ ਸ਼ੋਅ ਹੁੰਦਾ ਤੇ ਉਹਦੇ ਦੌਰਾਨ ਜਿਹੜੇ ਨੇ ਗਾਣੇ ਵੀ ਪਲੇ ਹੁੰਦੇ ਆ ਸੋ ਤੁਸੀਂ ਐਪ ਵੀ ਡਾਊਨਲੋਡ ਕਰ ਸਕਦੇ ਆ ਸਟੂਡੀਓ ਦੇ ਵਿੱਚ ਕੋਈ ਗੱਲਬਾਤ ਕਰਨੀ ਆ ਇੱਕੋ ਇੱਕ ਨੰਬਰ 905 226 8686 9052268686 ਤੇ ਗੱਲਬਾਤ ਕੀਤੀ ਜਾ ਸਕਦੀ ਆ ਔਰ ਗੀਤ ਸੰਗੀਤ ਦੀ ਗੱਲ ਕਰ ਰਹੇ ਸੀਗੇ ਪਰ ਗੀਤ ਸੰਗੀਤ ਅਸੀਂ ਪਲੇ ਤਾਈਓ ਕਰਨਾ ਜੇ ਹੁਣ ਕੋਈ ਨੈਗੇਟਿਵਿਟੀ ਦੇ ਕਮੈਂਟ ਆਊਗਾ ਸੋ ਜੇ ਤੁਹਾਨੂੰ ਵਰਕ ਪਲੇਸ ਦੇ ਉੱਤੇ ਕਿਉਂਕਿ ਲਖਵੀਰ ਬਹੁਤ ਸਾਰੀਆਂ ਚੀਜ਼ਾਂ ਵਰਕ ਪਲੇਸ ਦੀ ਵੀ ਜੇ ਮੈਂ ਗੱਲ ਕਰਾਂ ਜਦੋਂ ਆਪਾਂ ਸਟੂਡੈਂਟ ਸੀ ਰਾਈਟ ਉੱਥੇ ਜਿਹੜੇ ਪੁਰਾਣੇ ਬੰਦੇ ਸੀਗੇ ਉਹ ਬਹੁਤ ਕਹਿੰਦੇ ਸੀ ਲੈ ਇਹ ਤਾਂ ਨਵੇਂ ਆਏ ਆ ਇਹਨਾਂ ਨੂੰ ਕੰਮ ਦਾ ਕੀ ਪਤਾ ਇਹਨਾਂ ਨੇ ਕੀ ਕੰਮ ਕਰਨਾ ਹੈਗਾ ਅੱਜ ਦੇ ਜਵਾਕ ਹੈਗੇ ਆ ਸੋ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਵੀ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਹੁਣ ਜੇ ਮੈਂ ਆਪਣੀ ਗੱਲ ਕਰਾਂ ਸੋ ਜਦੋਂ ਮੈਂ ਸਟੂਡੈਂਟ ਆਈ ਸੀਗੀ ਮੈਂ ਰੈਸਟੋਰੈਂਟ ਤੋਂ ਸ਼ੁਰੂ ਕੀਤੀ ਸੀ ਆਪਣੀ ਜਰਨੀ ਸਟੂਡੈਂਟ ਲਾਈਫ ਦੀ ਸੋ ਹੁਣ ਜਿਹੜੇ ਰੈਸਟੋਰੈਂਟਸ ਤੇ ਮੈਂ ਕੰਮ ਕੀਤਾ ਸੀ ਜਦੋਂ ਹੁਣ ਅਸੀਂ ਜਿਹੜੇ ਕਿ ਆਫਿਸ ਜੌਬਸ ਕਰਦੇ ਆ ਅਸੀਂ ਆਫਿਸ ਦੇ ਵਿੱਚ ਆਪਣਾ ਬਿਜ਼ਨਸ ਸਾਡਾ ਹੈਗਾ ਜਦੋਂ ਅਸੀਂ ਉਹ ਬੰਦਿਆਂ ਨੂੰ ਮਿਲਦੇ ਆ ਨਾ ਉਹ ਜ਼ਰੂਰ ਸਾਨੂੰ ਉਹ ਗੱਲਾਂ ਜ਼ਰੂਰ ਚੇਤੇ ਕਰਦੇ ਪਰ ਪ੍ਰਾਊਡਲੀ ਉਹ ਇਹ ਵੀ ਕਹਿੰਦੇ ਆ ਕਿ ਇਹ ਉਹ ਬੱਚੇ ਆ ਜਿਨ੍ਹਾਂ ਨੇ ਗਰਾਊਂਡ ਲੈਵਲ ਤੋਂ ਸਟਾਰਟ ਕਰਕੇ ਇੱਕ ਲੈਵਲ ਤੇ ਆ ਕੇ ਸਟੇ ਕੀਤਾ ਹੈਗਾ ਸੋ ਉਹ ਆਪਣੇ ਆਪ ਨੂੰ ਵੀ ਪ੍ਰਾਊਡ ਫੀਲ ਹੁੰਦਾ ਕਿ ਹਾਂ ਇਹ ਬੰਦੇ ਸਾਨੂੰ ਅੱਜ ਵੀ ਜਾਣਦੇ ਵੀ ਆ ਔਰ ਦੂਜਿਆਂ ਨੂੰ ਐਗਜ਼ਾਮਪਲ ਵੀ ਸੈੱਟ ਕਰਦੇ ਆ ਸੀਮਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਕੀ ਕਹਿਣਾ ਚਾਹੋਗੇ ਲਿਖੋ ਬਿਲਕੁਲ ਜੀ ਸੋ ਕਮਲ ਜੀ ਇਸ ਜਿਹੜੀ ਤੁਸੀਂ ਗੱਲਬਾਤ ਕੀਤੀ ਹੈ ਇਹਦੇ ਵਿੱਚ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰੂੰਗਾ ਜੀ ਸੋ ਆਈ ਸਟਿਲ ਰਿਮੈਂਬਰ ਮੈਨੂੰ ਡੇ ਨਹੀਂ ਐਗਜ਼ੈਕਟਲੀ ਯਾਦ ਬਟ ਮੰਥ ਮੈਨੂੰ ਯਾਦ ਹੈ ਸੋ ਮੰਥ ਸੀਗਾ ਜੂਨ ਦਾ ਤੇ 2015 ਦੀ ਗੱਲ ਆ ਜੀ ਸੋ ਮੈਂ ਇਹ ਆਪਟੀਕਲ ਦੇ ਉੱਤੇ ਜੌਬ ਕਰਦਾ ਸੀ ਇਵਨ ਦੋ ਲਾਈਕ ਬਹੁਤ ਵਧੀਆ ਮੇਰੀ ਜੌਬ ਸੀਗੀ ਅਨੁਸਾਰ ਮੈਨੂੰ ਕਸਟਮਰ ਸਰਵਿਸ ਦੇ ਵਿੱਚ ਜੌਬ ਮਿਲੀ ਤੇ ਵਧੀਆ ਆਫਿਸ ਜੌਬ ਮੈਂ ਕਹਿ ਸਕਦਾ ਰਾਈਟ ਜੀ ਤੇ ਮੈਨੂੰ ਉੱਥੇ ਇੱਕ ਬੰਦਾ ਮਿਲਿਆ ਪਹਿਲਾਂ ਦਾ ਆਇਆ ਤੇ ਉਹ ਬੰਦੇ ਨੇ ਮੈਨੂੰ ਇੰਨੀ ਕੁ ਨੈਗੇਟਿਵਿਟੀ ਦਿੱਤੀ ਮੈਨੂੰ ਉਹ ਆਈ ਡੋਨਟ ਨੋ ਵੀ ਉਹਦਾ ਸਿਚੁਏਸ਼ਨ ਕੁਝ ਇਦਾਂ ਦੀ ਸੀ ਫੈਮਿਲੀ ਦੇ ਵਿੱਚ ਮੈਨੂੰ ਆ ਕੇ ਕਹਿਣ ਲੱਗ ਗਿਆ ਵੀ ਤੂੰ ਇੱਥੇ ਕਿਉਂ ਆ ਗਿਆ ਮੈਂ ਉਹਨੂੰ ਦੱਸ ਦਿੱਤਾ ਮੈਨੂੰ ਕਹਿੰਦਾ ਕਦੋਂ ਆਇਆ ਮੈਂ ਕਿਹਾ ਵੀ ਮੈਂ ਥੋੜਾ ਟਾਈਮ ਹੀ ਹੋਇਆ ਇਹਨੂੰ ਤੇ ਸਟੂਡੈਂਟ ਆਇਆ ਮੈਂ ਇੱਥੇ ਇੰਨਾ ਹਾਰਡ ਆ ਰਾਈਟ ਇੱਥੇ ਫੈਮਿਲੀ ਨਹੀਂ ਵਧੀਆ ਇੱਥੇ ਕੋਈ ਬੁਲਾਉਂਦਾ ਨਹੀਂ ਹੈਗਾ ਵੀ ਤੂੰ ਇੱਥੇ ਕਿਉਂ ਬਹੁਤ ਅਪਸੈਟ ਸੀਗਾ ਬੰਦਾ ਹੁਣ ਉਹ ਚੀਜ਼ ਨੂੰ ਮੈਨੂੰ ਕਹਿੰਦਾ ਵੀ ਇੱਥੇ ਸੈੱਟ ਹੋਣਾ ਬਹੁਤ ਔਖਾ 15 ਦੇ ਵਿੱਚ ਜਦੋਂ ਉਹਨੇ ਮੈਨੂੰ ਐਗਜ਼ਾਮਪਲਸ ਦਿੱਤੀਆਂ ਸੋ ਉਹ ਚੀਜ਼ ਨੂੰ ਇੱਕ ਤਰ੍ਹਾਂ ਨਾਲ ਉਹੀ ਆ ਮੈਂ ਇਹ ਸੋਚ ਲਿਆ ਵੀ ਨਹੀਂ ਇਹ ਉਹਦਾ ਮਾਈਂਡਸੈਟ ਆ ਉਹਨੂੰ ਮੈਂ ਆਪਦੇ ਤੇ ਹਾਵੀ ਨਹੀਂ ਹੋਣ ਦੇਣਾ ਸੋ ਜਦੋਂ ਆਪਾਂ ਮਿਹਨਤ ਕਰਦੇ ਆ ਸੋ ਮੇਰੇ ਪਰਸਨਲ ਐਕਸਪੀਰੀਅੰਸ ਤੋਂ ਮੈਂ ਦੱਸ ਸਕਦਾ ਅਗੇਨ ਅਗਰ ਅਸੀਂ ਆਪਦੇ ਆਪ ਨੂੰ ਕੋਈ ਵੀ ਗੋਲ ਦੇ ਦਿੰਨੇ ਆ ਵੀ ਇਹ ਮੇਰਾ ਗੋਲ ਆ ਲਾਈਫ ਦੇ ਵਿੱਚ ਇਹ ਮੇਰੀਆਂ ਰਿਸਪੌਂਸਿਬਿਲਿਟੀਜ਼ ਨੇ ਇਹ ਰਿਸਪੌਂਸਿਬਿਲਿਟੀਜ਼ ਨੂੰ ਮੈਂ ਪੂਰਾ ਕਰਨਾ ਵਾ ਸੋ ਅਗਰ ਅਸੀਂ ਉਹ ਰਿਸਪੌਂਸਿਬਿਲਿਟੀਜ਼ ਨੂੰ ਪੂਰਾ ਕਰਨ ਦੇ ਲਈ ਉਸ ਪਰਮਾਤਮਾ ਦੇ ਅੱਗੇ ਅਰਦਾਸ ਵੀ ਕਰਦੇ ਆ ਆਪਣੀ ਮਿਹਨਤ ਵੀ ਕਰਦੇ ਆ ਕਿਉਂਕਿ ਮਿਹਨਤ ਵੀ ਉਹੀ ਕਰਵਾਉਂਦਾ ਜੇ ਉਹਦੀ ਮਿਹਰ ਆ ਗਈ ਹੁਣ ਬਟ ਇੱਕ ਅਸੀਂ ਆਪਦੇ ਮਾਈਂਡਸੈਟ ਨੂੰ ਇੰਨਾ ਕੁ ਕਾਬੂ ਦੇ ਵਿੱਚ ਰੱਖਣਾ ਵਾ ਵੀ ਮੈਂ ਆਪਦੀਆਂ ਰਿਸਪੌਂਸਿਬਿਲਿਟੀਜ਼ ਅਗਰ ਮੇਰੀਆਂ ਫੈਮਿਲੀ ਦੀ ਰਿਸਪੌਂਸਿਬਿਲਿਟੀਜ਼ ਆ ਜੋ ਮੇਰੇ ਇੱਥੇ ਮੈਂ ਕੰਮ ਕਰਨੇ ਜੋ ਮੈਂ ਡ੍ਰੀਮ ਜਦੋਂ ਇੰਡੀਆ ਹੁੰਦਾ ਸੀ ਮੈਂ ਸੋਚਦਾ ਹੁੰਦਾ ਸੀ ਵੀ ਮੈਂ ਉੱਥੇ ਜਾ ਕੇ ਆ ਕਰਨਾ ਵੀ ਮੈਂ ਇੰਨੀ ਕੁ ਮਿਹਨਤ ਕਰਨੀ ਹੈ ਕਿ ਮੇਰੇ ਪੇਰੈਂਟਸ ਮੇਰੇ ਤੇ ਪ੍ਰਾਊਡ ਫੀਲ ਕਰਨ ਹਮੇਸ਼ਾ ਅਗਰ ਅਸੀਂ ਉਹਨੂੰ ਯਾਦ ਰੱਖਦੇ ਆ ਤਾਂ ਅਸੀਂ ਕੋਈ ਵੀ ਕਿਤੋਂ ਮਰਜ਼ੀ ਸਾਨੂੰ ਨੈਗੇਟਿਵਿਟੀ ਮਿਲਦੀ ਹੋਵੇ ਅਸੀਂ ਉਹਨੂੰ ਪੋਜ਼ਿਟਿਵ ਮਾਈਂਡ ਦੇ ਵਿੱਚ ਚੇਂਜ ਕਰ ਹੀ ਸਕਦੇ ਹਾਂ ਜੀ ਬਿਲਕੁਲ ਔਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਨੈਗੇਟਿਵਿਟੀ ਜਦੋਂ ਸਾਨੂੰ ਸੁਣਨ ਨੂੰ ਮਿਲਦੀ ਆ ਜਦੋਂ ਦੇਖਣ ਨੂੰ ਮਿਲਦੀ ਆ ਚਾਹੇ ਉਹ ਕੰਮ ਆ ਚਾਹੇ ਸਕੂਲ ਆ ਚਾਹੇ ਕਾਲਜ ਆ ਚਾਹੇ ਫਿਰ ਆਪਣਾ ਆਫਿਸ ਆ ਚਾਹੇ ਕੋਈ ਬਿਜ਼ਨਸ ਹੈਗਾ ਹਰ ਕਿਤੇ ਤੁਹਾਨੂੰ ਇਹ ਚੀਜ਼ ਸੁਣਨ ਨੂੰ ਮਿਲੂਗੀ ਔਰ ਈਵਨ ਦੋ ਲਖਵੀਰ ਕਈ ਵਾਰੀ ਇਦਾਂ ਹੁੰਦਾ ਬੰਦਾ ਆਪ ਉਸ ਬਿਜ਼ਨਸ 'ਚ ਹੁੰਦਾ ਪਰ ਜਦੋਂ ਕੋਈ ਦੂਜਾ ਬੰਦਾ ਉਸ ਬਿਜ਼ਨਸ 'ਚ ਆਉਣ ਦੀ ਕੋਸ਼ਿਸ਼ ਕਰਦਾ ਨਾ ਬੰਦੇ ਕਹਿੰਦੇ ਲੈ ਇਹਦੇ 'ਚ ਤਾਂ ਕੁਛ ਨਹੀਂ ਮੈਂ ਤਾਂ ਆਪ ਕਰਦਾ ਸੀ ਇੰਨੇ ਚਿਰ ਤੋਂ ਜਾਂ ਜੇ ਕੋਈ ਨਵੇਂ ਘਰ ਲੈਣੇ ਆ ਤਾਂ ਵੀ ਬੰਦਾ ਇਹ ਕਹਿ ਦਿੰਦਾ ਲੈ ਤੂੰ ਨਾ ਲਈ ਬਹੁਤ ਖਰਚੇ ਹੈਗੇ ਆ ਲੈਣ ਦੀ ਲੋੜ ਹੀ ਹੈ ਨਹੀਂ ਸੋ ਹਰ ਇੱਕ ਜਗ੍ਹਾ ਜਦੋਂ ਤੁਹਾਨੂੰ ਇਹ ਸੁਣਨ ਨੂੰ ਮਿਲਦਾ ਨਾ
ਤਾਂ ਜੇ ਆਪਾਂ ਉਲਟਾ ਕੇ ਕਹਿੰਦੇ ਬਾਈ ਜੀ ਤੁਹਾਡੇ ਕੋਲੇ ਵੀ ਤਾਂ ਹੈਗਾ ਹੀ ਹੈ ਸਾਰਾ ਕੁਝ। ਬਿਲਕੁਲ ਜੀ। ਸੋ ਦੇਖੋ ਕਮਲ ਜੀ, ਹੁਣ ਦੇਖੋ ਆਪਾਂ ਅੱਜ ਆ ਗਏ ਆ ਇਸ ਕੰਟਰੀ ਦੇ ਵਿੱਚ, ਚਲੋ ਆਇਆ ਨੂੰ ਟਾਈਮ ਹੋ ਗਿਆ, ਪ੍ਰਮਾਤਮਾ ਦੀ ਮਿਹਰ ਨਾਲ ਕੋਈ ਕੰਪਲੇਂਟ ਨਹੀਂ ਹੈਗੀ, ਬਹੁਤ ਵਧੀਆ। ਮੈਂ ਕਹਿੰਦਾ ਇੰਨੀ ਔਕਾਤ ਨਹੀਂ ਸੀਗੀ ਜਿੰਨਾ ਉਹਨੇ ਔਕਾਤ ਤੋਂ ਵੱਧ ਕੇ ਦੇਤਾ। ਹੁਣ ਕੱਲ ਨੂੰ ਆਪਾਂ ਨੂੰ ਕੋਈ ਬੈਕ ਹੋਮ ਤੋਂ ਭੈਣ ਭਰਾ ਕਾਲ ਕਰਕੇ ਪੁੱਛਦਾ, ਇੱਕ ਉਮੀਦ ਨਾਲ ਪੁੱਛਦੇ ਆ। ਸੋ ਆਲਵੇਜ਼ ਇੱਕੋ ਉਹਨਾਂ ਨੂੰ ਸੱਚ ਦੱਸੋ ਵੀ ਇਹ ਕੰਟਰੀ ਦੇ ਵਿੱਚ ਜਦੋਂ ਅਸੀਂ ਆ ਕੇ ਮਿਹਨਤ ਕਰਦੇ ਹਾਂ, ਕੁਝ ਵੀ ਲੁਕੋ ਕੇ ਨਹੀਂ ਰੱਖਦੀ। ਬਿਲਕੁਲ ਮਿਹਨਤ ਦੇ ਨਾਲ ਨਾਲ ਤੁਹਾਡੀ ਓਨੈਸਟੀ ਇੰਪੋਰਟੈਂਟ ਆ, ਓਨੈਸਟੀ ਹੋਣੀ ਚਾਹੀਦੀ ਆ। ਜੋ ਵੀ ਅਸੀਂ ਕੰਮ ਕਰਦੇ ਹਾਂ ਉਹਦੇ ਤੇ ਫੋਕਸ ਕਰਕੇ ਚੱਲੀਏ, ਸਾਰਾ ਕੁਝ ਇਸ ਕੰਟਰੀ ਦੇ ਵਿੱਚੋਂ ਅਸੀਂ ਲੈ ਸਕਦੇ ਹਾਂ। ਬਿਲਕੁਲ ਲੈ ਸਕਦੇ ਹੋ, ਔਰ ਸਾਰਾ ਕੁਝ ਡਿਪੈਂਡ ਕਰਦਾ ਜੀ ਤੁਹਾਡੇ ਆਪਣੇ ਤੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਸੈੱਟ ਕਰਨਾ। ਤੁਸੀਂ ਆਂਦੇ ਹੀ ਆਪਣੇ ਸਿਰਫ ਜਿਹੜੀਆਂ ਇੱਛਾ ਨੇ, ਜਿਹੜੇ ਤੁਹਾਡੇ ਥਾਟਸ ਹੈਗੇ ਆ ਕਿ ਉੱਥੇ ਜਾ ਕੇ ਤਾਂ ਗੱਡੀਆਂ ਲੈਣੀਆਂ ਸੌਖੀਆਂ ਨੇ, ਉੱਥੇ ਜਾ ਕੇ ਜਿਹੜਾ ਹੈਗਾ ਕੰਮ ਕਰਨ ਦੀ ਲੋੜ ਨਹੀਂ, ਜਿਹੜੀਆਂ ਲੀਜ਼ ਤੇ ਗੱਡੀਆਂ ਮਿਲ ਜਾਂਦੀਆਂ ਨੇ, ਲੋਨ ਤੇ ਗੱਡੀਆਂ, ਸਾਰਾ ਕੁਝ ਮਿਲ ਜਾਂਦਾ। ਅਸੀਂ ਇਹ ਨਹੀਂ ਕਹਿੰਦੇ ਨਹੀਂ ਮਿਲਦਾ, ਪਰ ਕੀ ਸਾਨੂੰ ਉਹਦੀ ਨੀਡ ਐਟ ਟਾਈਮ ਹੈਗੀ ਆ? ਕਿਉਂਕਿ ਕਈ ਬਹੁਤ ਸਾਰੇ ਬੱਚੇ ਸਾਡੇ ਇਦਾਂ ਦੇ ਨੇ ਜਿਨ੍ਹਾਂ ਨੂੰ ਡਿਪਰੈਸ਼ਨ ਕਾਹਦਾ ਹੁੰਦਾ, ਜਦੋਂ ਆ ਕੇ ਉਹ ਆਪਣੀਆਂ ਜਿਹੜੀਆਂ ਨੀਡਸ ਨੇ ਉਹ ਵਧਾ ਲੈਂਦੇ ਆ, ਜਦੋਂ ਉਹ ਇਹ ਚੀਜ਼ ਨੂੰ ਅਸੈਪਟ ਕਰਨਾ ਭੁੱਲ ਜਾਂਦੇ ਆ ਕਿ ਮੈਂ ਇੱਥੇ ਪੜ੍ਹਨ ਆਇਆ, ਮੇਰੇ ਮਾਪੇ ਨੇ ਕਰਜ਼ਾ ਚੱਕ ਕੇ ਮੈਨੂੰ ਇੱਥੇ ਭੇਜਿਆ ਤੇ ਮੈਂ ਜਿਹੜੀ ਚੀਜ਼ ਦੀ ਮੈਨੂੰ ਹਜੇ ਲੋੜ ਨਹੀਂ ਨਾ, ਮੈਂ ਉਹਦੇ ਤੇ ਪੈਸਾ ਕਿਉਂ ਖਰਚ ਰਿਹਾ, ਮੈਨੂੰ ਖਰਚਣ ਦੀ ਲੋੜ ਕਿਆ, ਹਜੇ ਮੇਰਾ ਕੰਮ ਸਰਦਾ। ਪਰ ਜਦੋਂ ਆਪਾਂ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਇਹ ਕਹਿ ਦਿੰਦੇ ਨਾ ਕਿ ਚੋਕੇ ਕਿਸ਼ਤਾਂ ਹੀ ਭਰਨੀਆਂ ਨੇ, ਹੌਲੀ ਹੌਲੀ ਭਰ ਦਾਂਗੇ, ਪਰ ਜਦੋਂ ਕੰਮ ਛੁੱਟਦਾ ਜਾਂ ਕੋਈ ਇਦਾਂ ਦੀ ਸਿਚੁਏਸ਼ਨ ਆਂਦੀ, ਤੁਹਾਡੇ ਕਾਲਜ ਵਾਲੇ ਤੁਹਾਨੂੰ ਵਾਪਸ ਬੁਲਾ ਲੈਂਦੇ। ਕਿਉਂਕਿ ਆਨਲਾਈਨ ਜਦੋਂ ਕਲਾਸਿਸ ਹੋਈਆਂ ਨਾ ਲਖਵੀਰ ਕੋਵਿਡ ਦੇ ਦੌਰਾਨ, ਉਦੋਂ ਇਹ ਚੀਜ਼ਾਂ ਬਹੁਤ ਦੇਖਣ ਨੂੰ ਮਿਲੀਆਂ, ਕਿਉਂਕਿ ਬੱਚਿਆਂ ਨੂੰ ਕੰਮ ਕਰਨ ਦੀ ਛੂਟ ਮਿਲ ਗਈ ਸੀਗੀ ਕਿ ਤੁਸੀਂ 20 ਘੰਟੇ, ਹੁਣ ਤਾਂ ਚਲੋ 40 ਘੰਟੇ ਤੋਂ ਵੀ ਉੱਪਰ ਹੋ ਗਿਆ। ਬੱਚਿਆਂ ਨੇ ਕਾਲਜ ਜਾਣਾ ਛੱਡਤਾ ਸੀਗਾ ਵੀ ਕਾਲਜ ਨਹੀਂ ਜਾਣਾ ਅਸੀਂ, ਜਾਂ ਫਿਰ ਅਸੀਂ ਜਿਹੜੇ ਨੇ ਘਰੋਂ ਬਹਿ ਕੇ ਹੀ ਕਲਾਸਾਂ ਲਾਣੀਆਂ ਨੇ, ਕਿ ਇੱਕ ਪਾਸੇ ਲੈਪਟਾਪ ਚੱਲ ਰਿਹਾ, ਦੂਜੇ ਪਾਸੇ ਤੁਸੀਂ ਕੰਮ ਕਰ ਰਹੇ ਹੈਗੇ ਆ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਬਹੁਤ ਇਫੈਕਟ ਹੋਈਆਂ। ਔਰ ਤੁਸੀਂ ਇਹ ਦੇਖੋ ਕਿ ਕੋਵਿਡ ਤੋਂ ਲੈ ਕੇ ਹੁਣ ਤੱਕ ਜਿਹੜੀ ਗੱਲਬਾਤ ਚੱਲ ਰਹੀ ਸੀਗੀ, ਕਿੰਨੀਆਂ ਡੈਥਸ ਹੋਈਆਂ ਨੇ, ਕਿੰਨੇ ਬੱਚਿਆਂ ਨੇ ਸੁਸਾਈਡ ਅਟੈਂਪਟ ਕੀਤੇ ਆ, ਕਿੰਨੇ ਬੱਚਿਆਂ ਨੇ ਡਿਪਰੈਸ਼ਨ ਦੇ ਵਿੱਚ ਗਏ ਆ, ਕਿੰਨੇ ਸਾਰੇ ਹਾਰਟ ਅਟੈਕ ਦੀਆਂ ਨਿਊਜ਼ ਤੁਸੀਂ ਸੁਣੀਆਂ ਨੇ। ਉਹ ਇਸੇ ਕਰਕੇ, ਕਿਉਂਕਿ ਜਦੋਂ ਕੋਵਿਡ ਆਇਆ ਸੀ ਨਾ ਲਖਵੀਰ, ਮੈਂ ਕਹਿੰਦੀ ਕੋਵਿਡ ਜਿਹੜਾ ਸੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਪੋਜ਼ਿਟਿਵ ਥਾਟ ਲੈ ਕੇ ਆਇਆ ਸੀ। ਬਿਲਕੁਲ ਜੀ। ਕਿਉਂਕਿ ਅਸੀਂ ਖਰਚੇ ਕਰਨੇ ਘੱਟ ਕਰਤੇ ਸੀ, ਸਾਨੂੰ ਇਹ ਲੱਗ ਰਿਹਾ ਸੀਗਾ ਕਿ ਸਾਡੇ ਕੰਮ ਛੁੱਟ ਜਾਣਗੇ, ਸਾਡੇ ਕੋਲੇ ਗਰੋਸਰੀ ਕਰਨ ਜੋਗੇ ਪੈਸੇ ਅਸੀਂ ਸੇਵ ਕਰ ਲਈਏ, ਅਸੀਂ ਸ਼ਾਪਿੰਗ ਨਾ ਕਰੀਏ। ਸੋ ਇੱਕ ਤਰ੍ਹਾਂ ਦੇ ਨਾਲ ਕੋਵਿਡ ਨੇ ਕਿਤੇ ਨਾ ਕਿਤੇ ਸਾਨੂੰ ਪੋਜ਼ਿਟਿਵਿਟੀ ਦਿੱਤੀ ਹੈਗੀ ਆ, ਪਰ ਉਸ ਪੋਜ਼ਿਟਿਵਿਟੀ ਨੂੰ ਅਸੀਂ ਕਿਸ ਤਰੀਕੇ ਨਾਲ ਯੂਜ਼ ਕਰਨਾ ਇਹ ਫਿਰ ਸਾਡੇ ਤੇ ਡਿਪੈਂਡ ਕਰਦਾ। ਪਰ ਜਿਹੜੀ ਹੁਣ ਮੈਂ ਡੈਥ ਦੀ ਤੁਹਾਡੇ ਨਾਲ ਸ਼ੇਅਰ ਕੀਤੀ ਆ, ਕਹਿੰਦੇ ਆ ਬਾਈ ਜੀ ਹੱਸ ਲੋ, ਰੋਣ ਵਾਲਾ ਨਹੀਂ ਜੀ, ਅਸੀਂ ਹੱਸ ਰਹੇ ਹਾਂ, ਸਾਡੇ ਚਿਹਰੇ ਤੇ ਸਮਾਈਲ ਆ, ਪਰ ਜਦੋਂ ਸੀਰੀਅਸ ਗੱਲ ਚੱਲਦੀ ਆ ਨਾ ਉਦੋਂ ਬਹੁਤ ਜ਼ਰੂਰੀ ਆ ਸੀਰੀਅਸ। ਕਿਉਂਕਿ ਜੇ ਅਸੀਂ ਜਿਹੜੀ ਗੱਲ ਕਰ ਰਹੇ ਡੈਥਸ ਦੀ, ਮੈਂ ਗੱਲ ਕਰ ਰਹੀ ਸਾਡੇ ਯੰਗ ਬੱਚੇ ਜਿਨ੍ਹਾਂ ਦੀ ਡੈਥ ਹੋਈ ਸੀਗੀ, ਉਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜਾ ਡਿਪਰੈਸ਼ਨ ਆਉਂਦਾ ਨਾ ਯੰਗ ਬੱਚਿਆਂ ਦੇ ਵਿੱਚ, ਉਹ ਬਹੁਤ ਜ਼ਿਆਦਾ ਦਿਲ ਦੁਖਾਉਣ ਵਾਲਾ ਹੁੰਦਾ। ਕਿਉਂਕਿ ਬੈਕ ਹੋਮ ਸਾਡੇ ਪੇਰੈਂਟਸ ਵੇਟ ਕਰ ਰਹੇ ਹੁੰਦੇ ਕਿ ਸਾਡਾ ਬੱਚਾ 7 ਸਮੁੰਦਰੋਂ ਪਾਰ ਗਿਆ, ਕੁਝ ਬਣ ਕੇ ਆਵੇ, ਕੋਈ ਲਾਈਫ ਦੇ ਵਿੱਚ ਅਚੀਵ ਕਰਕੇ ਆਵੇ। ਪਰ ਜਦੋਂ ਉਹਨਾਂ ਕੋਲੇ ਇਹ ਨਿਊਜ਼ ਪਹੁੰਚਦੀ ਆ ਕਿ ਇਸ ਬੱਚੇ ਦੇ ਨਾਲ ਆਹ ਮੰਦਭਾਗੀ ਘਟਨਾ ਹੋ ਗਈ ਜਾਂ ਇਹ ਬੱਚਾ ਦੁਨੀਆ ਤੇ ਵਿੱਚ ਨਹੀਂ ਰਿਹਾ, ਉਹ ਨਿਊਜ਼ ਜਿਹੜੀ ਆ ਨਾ ਉਹ ਦਿਲ ਦਹਿਲਾਣ ਵਾਲੀ ਨਿਊਜ਼ ਹੁੰਦੀ ਆ। ਔਰ ਕਿਤੇ ਨਾ ਕਿਤੇ ਇਹਦੇ ਜ਼ਿੰਮੇਵਾਰ ਅਸੀਂ ਖੁਦ ਹੈਗੇ ਆ, ਕਿਉਂਕਿ ਅਸੀਂ ਆਪਣੇ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਵਧਾ ਲੈਂਦੇ ਆ, ਕਿਤੇ ਲਾਇਬਿਲਟੀਆਂ ਇੰਨੀਆਂ ਕੁ ਜ਼ਿਆਦਾ ਚੱਕ ਲੈਂਦੇ ਆ ਜਿਹਦੇ ਕਰਕੇ ਸਾਡਾ ਜਿਹੜਾ ਖਰਚਾ ਪੂਰਾ ਨਹੀਂ ਹੁੰਦਾ। ਫਿਰ ਅਸੀਂ ਡਿਪਰੈਸ਼ਨ 'ਚ ਜਾਂਦੇ ਆ, ਅਸੀਂ ਇਹ ਸੋਚਣ ਲੱਗ ਜਾਂਦੇ ਕਿ ਹੁਣ ਅਸੀਂ ਘਰਦਿਆਂ ਤੋਂ ਪੈਸੇ ਮੰਗਾਈਏ ਜਾਂ ਹੁਣ ਇਹ ਅਸੀਂ ਕਰਜ਼ਾ ਕਿੱਦਾਂ ਤਾਰੀਏ, ਘਰਦਿਆਂ ਦਾ ਵੀ ਕਰਜ਼ਾ ਤਾਰਨਾ, ਅਸੀਂ ਆਪਣਾ ਵੀ ਕਰਜ਼ਾ ਤਾਰਨਾ। ਫਿਰ ਉਹ ਕਿਤੇ ਨਾ ਕਿਤੇ ਬੱਚਾ ਜਿਹੜਾ ਡੀਮੋਟੀਵੇਟ ਹੋ ਕੇ ਤਾਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ, ਕਿਤੇ ਨਾ ਕਿਤੇ ਉਹ ਬੱਚੇ ਫਿਰ ਸੁਸਾਈਡ ਅਟੈਂਪਟ ਕਰਦੇ ਆ। ਕੀ ਕਹੋਗੇ ਲਿਖੋ? ਬਿਲਕੁਲ ਕਮਲ ਜੀ, ਸੋ ਤੁਸੀਂ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਹੈ ਕੋਵਿਡ ਦੇ ਟਾਈਮ ਦੀ ਜੀ। ਸੋ ਜੇ ਹੁਣ ਆਪਾਂ ਕੋਵਿਡ ਦੇ ਟਾਈਮ ਦੇ ਵਿੱਚ ਦੇਖੀਏ, ਅਗਰ ਜਿਹੜੇ ਮੇਰੇ ਖਰਚੇ ਆ ਜੀ, ਅਗਰ ਉਹ ਮੇਰੀਆਂ ਨੀਡ ਦੇ ਉੱਪਰ ਦੀ ਨੇ ਤਾਂ ਮੇਰੇ ਲਈ ਅਫੋਰਡ ਕਰਨੇ ਬਹੁਤ ਔਖੇ ਹੋ ਗਏ ਸੀ। ਬਿਲਕੁਲ। ਸੋ ਆਲਵੇਜ਼ ਸਾਨੂੰ ਜ਼ਰੂਰ ਮੇਕ ਸ਼ੋਰ ਕਰ ਲੈਣਾ ਚਾਹੀਦਾ ਜਦੋਂ ਵੀ ਜਿਹੜੇ ਵੀ ਮੇਰੇ ਖਰਚੇ ਆ ਉਹ ਮੇਰੇ ਨੀਡ ਦੇ ਅਕੋਰਡਿੰਗ ਹੀ ਹੋਣ। ਸੋ ਸੇਮ ਚੀਜ਼ ਆਪਾਂ ਦੇਖਦੇ ਹਾਂ ਇੰਸ਼ੋਰੈਂਸ ਦੇ ਵਿੱਚ। ਬਿਲਕੁਲ। ਸੋ ਇੰਸ਼ੋਰੈਂਸ ਦੇ ਵਿੱਚ ਕੀ ਹੁੰਦਾ ਕਿ ਆਪਾਂ ਇੰਸ਼ੋਰੈਂਸ ਕਈ ਵਾਰੀ ਉਹ ਪਲਾਨ ਲੈ ਲੈਨੇ ਜਿਹੜੀ ਮੇਰੀ ਨੀਡ ਨਹੀਂ ਹੁੰਦੀ, ਜਿਹੜੀ ਕਿ ਮੇਰੀ ਚੁਆਇਸ ਹੁੰਦੀ ਆ। ਬਿਲਕੁਲ। ਜਾਂ ਫਿਰ ਅਸੀਂ ਇਹ ਸੋਚ ਕੇ ਪਲਾਨ ਲਿਆ ਹੁੰਦਾ ਵੀ ਨਹੀਂ ਮੇਰੇ ਫਰੈਂਡ ਨੇ ਮਨੀ ਬੈਕ ਪਾਲਿਸੀ ਲਈ ਆ ਜੀ,
ਕਈ ਵਾਰੀ ਜਿਹੜੇ ਫਰੈਂਡ ਨੇ ਮਨੀ ਬੈਕ ਪਾਲਿਸੀ ਲਈ ਹੁੰਦੀ ਆ, ਹੋ ਸਕਦਾ ਉਹਦੀ ਨੀਡ ਹੋਵੇ, ਬਿਲਕੁਲ ਹੋ ਸਕਦਾ ਉਹਦੇ ਕੋਲ ਇਨਵੈਸਟਮੈਂਟ ਪ੍ਰਾਪਰਟੀਆਂ ਹੋਣ ਜੀ, ਉਹਨੇ ਆਪਦੀ ਸਟੇਟ ਪਲੈਨਿੰਗ ਕਰਨੀ ਹੈ। ਜੀ। ਹੁਣ ontario ਦੇ ਵਿੱਚ ਪ੍ਰਾਈਵੇਟ ਚਾਰजेस ਹੈਗੇ, ਹਰ ਇੱਕ ਪ੍ਰੋਵਿੰਸ ਦੇ ਅਲੱਗ-ਅਲੱਗ ਚਾਰजेस ਹੁੰਦੇ ਆ। ਬਿਲਕੁਲ ਹੋ ਸਕਦਾ ਉਹਨੇ ਉਹ ਚਾਰजेस ਕਵਰ ਕਰਨੇ ਸੀ, ਬਟ ਮੈਂ ਇਹ ਕੰਟਰੀ ਦੇ ਵਿੱਚ ਨਵਾਂ ਆਇਆ ਜੀ, ਜਾਂ ਮੈਂ ਹਾਲੇ ਸਟੱਡੀ ਵੀਜ਼ੇ ਤੇ ਆ, ਮੈਂ ਹਾਲੇ ਵਰਕ ਪਰਮਿਟ ਤੇ ਆ, ਮੈਂ ਹਾਲੇ ਹੁਣੇ PR ਹੋਇਆ, ਜੀ। ਮੇਰੀ ਹਾਲੇ ਨੀਡ ਹੀ ਨਹੀਂ ਹੈਗੀ। ਬਿਲਕੁਲ ਸੋ ਅਗਰ ਹੁਣ ਇਦਾਂ ਦੇ ਪਲਾਨ ਮੈਂ ਲਏ ਹੋਏ ਆ ਜਿਹੜੀ ਮੇਰੀ ਨੀਡ ਨਹੀਂ ਹੈਗੀ, ਇੰਨੇ ਮਹਿੰਗੇ, ਕੱਲ ਨੂੰ ਕਿਸੇ ਨੇ ਰੀਜ਼ਨ ਦੇ ਕਰਕੇ ਮੇਰੀ ਇਨਕਮ ਤੇ ਸਟਾਪ ਲੱਗ ਗਿਆ। ਬਿਲਕੁਲ ਮੰਨ ਲਓ ਹੁਣ ਕੋਵਿਡ ਦੀ ਐਗਜ਼ਾਮਪਲ ਆਪਾਂ ਲੈ ਕੇ ਚੱਲਦੇ, ਲਾਈਵ ਸਿਨੈਰੀਓ ਆਪਾਂ ਸਿੱਖਿਆ ਜੀ, ਬਿਲਕੁਲ ਹੁਣ ਕੋਵਿਡ ਦੇ ਟਾਈਮ ਸਾਡੇ ਪੂਰੇ ਪੈਸੇ ਸੀਗੇ ਜੀ, ਰਾਈਟ, ਤੇ ਜੇ ਹੁਣ ਕਿਸੇ ਇੰਜਰੀ ਜਾਂ ਇਲਨੈਸ ਦੇ ਕਰਕੇ ਪੇਚੈਕ ਸਟਾਪ ਹੋ ਗਿਆ, ਕੀ ਮੈਂ ਇੰਨੇ ਮਹਿੰਗੇ ਪਲਾਨ ਅਫੋਰਡ ਕਰ ਲੂੰਗਾ? ਨਹੀਂ ਕਰ ਸਕਦੇ। ਸੋ ਹਮੇਸ਼ਾ ਜਿਹੜੇ ਸਾਡੀਆਂ ਨੀਡਸ ਆ ਆਪਾਂ ਉਹਦੇ ਤੇ ਫੋਕਸ ਕਰੀਏ, ਨੀਡ ਦੇ ਅਕੋਰਡਿੰਗ ਪਲਾਨ ਨੂੰ ਕਸਟਮਾਈਜ਼ ਬਣਵਾਈਏ ਤਾਂ ਜੋ ਕੱਲ ਨੂੰ ਮੈਂ ਹਰ ਹਾਲਾਤ ਦੇ ਵਿੱਚ ਪੇਮੈਂਟ ਕਰ ਸਕਾਂ ਜੀ। ਸੋ ਅਗਰ ਤੁਸੀਂ ਆਪਣੀ ਨੀਡ ਐਂਡ ਬਜਟ ਦੇ ਅਕੋਰਡਿੰਗ ਪਲਾਨ ਨੂੰ ਕਸਟਮਾਈਜ਼ ਵੀ ਬਣਾਉਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਨੰਬਰ ਅਗੇਨ 4166249798 416 624 9798। ਜੀ ਬਿਲकुल ਅੰਮ੍ਰਿਤਪਾਲ ਜੀ ਨੇ ਜੁਆਇਨ ਕੀਤਾ, ਥੈਂਕ ਯੂ ਸੋ ਵੈਰੀ ਮੱਚ। ਅੰਕਿਤਾ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਸੋ ਬਹੁਤ ਸਾਰੇ ਜਣੇ ਆ ਕੇ ਲਿਸਨ ਕਰੋ, ਥੋੜਾ ਜਿਹਾ ਟਾਈਮ 2 ਮਿੰਟ ਸਪੈਂਡ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਅਸੀਂ ਗੱਲਾਂ ਬਾਤਾਂ ਕੀ ਕਰ ਰਹੇ ਹਾਂ। ਹੁਣ ਜੇ ਆਪਾਂ ਗੱਡੀਆਂ ਦੀ ਗੱਲ ਕਰੀਏ ਨਾ ਲਖਵੀਰ, ਬਹੁਤ ਰੇਅਰ ਸਾਡੇ, ਮੈਂ 2012 ਦੀ ਗੱਲ ਕਰ ਰਹੀ ਹਾਂ, ਸੋ 2012 ਤੋਂ ਲੈ ਕੇ ਜੇ ਮੈਂ ਹੁਣ ਦੇ ਸਫ਼ਰ ਦੀ ਗੱਲ ਕਰਾਂ, ਮੈਂ ਗੱਡੀ ਲਈ ਸੀ 2016 ਦੇ ਵਿੱਚ ਜਦੋਂ ਮੇਰਾ ਵਿਆਹ ਹੋ ਗਿਆ ਸੀ ਜੀ। ਉਦੋਂ ਪਹਿਲਾਂ ਸਾਰਾ ਸਫ਼ਰ ਮੈਂ ਬੱਸਾਂ 'ਚ ਕੱਢਿਆ ਜੀ। ਔਰ ਕਿਹਨੇ ਬੱਸਾਂ 'ਚ ਸਫ਼ਰ ਕੀਤਾ ਉਹ ਵੀ ਦੱਸਿਓ ਮਾੜਾ ਜਿਹਾ, ਕਿਹਨੇ ਬੱਸਾਂ ਦੀ ਰਾਈਡ ਇੰਜੋਏ ਕੀਤੀ ਆ। ਔਰ ਖਾਸ ਕਰਕੇ ਜਿਹੜੀ 에ਅਰਪੋਰਟ ਤੇ ਬੱਸ ਉਹ ਗੋਲ ਘੁੰਮਦੀ ਹੁੰਦੀ ਆ, ਟ੍ਰੇਨ ਘੁੰਮਦੀ ਆ, ਸੌਰੀ ਨਾਟ ਅ ਬੱਸ, ਟ੍ਰੇਨ ਘੁੰਮਦੀ ਆ, ਉਹਦੇ 'ਚ ਕਿਹਨੇ ਸਫ਼ਰ ਕੀਤਾ ਜ਼ਰੂਰ ਦੱਸਿਓ, ਕਿਉਂਕਿ ਉਹ ਸਫ਼ਰ ਜਿਹੜਾ ਸੀ ਨਾ ਜਿੱਥੇ ਉਹਦੇ ਨਾਲ ਯਾਦਾਂ ਜੁੜਦੀਆਂ ਨੇ, ਯਾਦਾਂ ਦੇ ਨਾਲ ਉਸ ਸਫ਼ਰ ਦੇ ਨਾਲ ਸਾਡਾ ਸਟਰਗਲ ਵੀ ਜੁੜਿਆ ਹੁੰਦਾ। ਕਈ ਵਾਰੀ ਅਸੀਂ ਬੱਸਾਂ ਭੁੱਲੇ ਵੀ ਆ, ਕਈ ਵਾਰੀ ਗਵਾਚੇ ਵੀ ਆ, ਪਰ ਉਹ ਗਵਾਚ ਕੇ ਫਿਰ ਉਸ ਰੂਟ ਤੇ ਆ ਕੇ ਸਹੀ ਬੱਸ ਫੜ ਕੇ ਜਿਹੜਾ ਆਪਣੇ ਮੰਜ਼ਿਲ ਤੇ ਪਹੁੰਚੇ ਵੀ ਆ। ਬਿਲਕੁਲ ਜੀ। ਸੋ ਇਹ ਜਿਹੜਾ ਮੰਜ਼ਿਲ ਤੇ ਪਹੁੰਚਣਾ, ਸਫ਼ਰ ਦੇ ਵਿੱਚ ਗਵਾਚਣਾ, ਗਵਾਚ ਕੇ ਫਿਰ ਲੱਭਣਾ, ਉਹ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਇੱਕ ਸਮਾਈਲ ਲਿਆਉਣ ਵਾਸਤੇ, ਇੱਕ ਜ਼ਿੰਦਗੀ ਦੇ ਵਿੱਚ ਮੁਕਾਮ ਤੇ ਪਹੁੰਚਾਉਣ ਵਾਸਤੇ। ਜੇ ਜ਼ਿੰਦਗੀ ਦੀ ਦੌੜ ਦੇ ਵਿੱਚ ਅਸੀਂ ਗਵਾਚੇ ਨਹੀਂ ਨਾ, ਜੇ ਜ਼ਿੰਦਗੀ ਦੀ ਦੌੜ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਸਟਕ ਨਹੀਂ ਹੋਏ, ਕਿਤੇ ਅੱਖਾਂ ਦੇ ਵਿੱਚ ਹੰਝੂ ਨਹੀਂ ਆਏ, ਤਾਂ ਫਿਰ ਉਹ ਜ਼ਿੰਦਗੀ ਦਾ ਸਫ਼ਰ ਸਾਨੂੰ ਕਿਤੇ ਨਾ ਕਿਤੇ ਉਹ ਸਮਾਈਲ ਨਹੀਂ ਦਿੰਦਾ, ਉਹ ਖੁਸ਼ੀ ਨਹੀਂ ਦਿੰਦਾ। ਕਿਉਂਕਿ ਉਹ ਸਫ਼ਰ ਸਾਡਾ, ਉਹ ਸਫ਼ਰ ਮਿਹਨਤ ਵਾਲਾ ਹੈ ਹੀ ਨਹੀਂ ਸੀ। ਉਹ ਜਿਹੜੀ ਅਚੀਵਮੈਂਟ ਸੀ ਸਾਨੂੰ ਸੌਖੀ ਮਿਲ ਗਈ, ਪਰ ਜਦੋਂ ਕਹਿੰਦੇ ਹੁੰਦੇ ਅੱਖਾਂ ਦੇ ਵਿੱਚ ਹੰਝੂ ਹੋਣ, ਇੱਕ ਉਮੀਦ ਹੋਵੇ ਕਿ ਨਹੀਂ ਕੋਈ ਗੱਲ ਨਹੀਂ, ਅੱਜ ਹੰਝੂ ਨੇ, ਕੱਲ ਨੂੰ ਇਹ ਚਿਹਰੇ ਤੇ ਸਮਾਈਲ ਵੀ ਆਊਗੀ, ਫਿਰ ਉਹ ਸਫਲਤਾ ਦੀ ਜਿਹੜੀ ਸਮਾਈਲ ਆ, ਜਿਹੜੀ ਸੰਤੁਸ਼ਟੀ ਆ ਨਾ, ਉਹ ਸਾਰੀ ਜ਼ਿੰਦਗੀ ਤੁਹਾਨੂੰ ਭੁੱਲ ਨਹੀਂ ਸਕਦੀ। ਔਰ ਉਹਦੇ ਬਾਰੇ ਹੀ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ। ਸੋ ਥੈਂਕ ਯੂ ਸੋ ਵੈਰੀ ਮਚ, ਸਾਰੇ ਜਣੇ ਜੁਆਇਨ ਕਰ ਰਹੇ। ਸ਼ੇਅਰ ਜ਼ਰੂਰ ਕਰੋ, ਆਪਣੇ ਥਾਟਸ ਸਾਡੇ ਨਾਲ ਸ਼ੇਅਰ ਕਰੋ। ਤੁਸੀਂ ਕਾਲ ਵੀ ਕਰ ਸਕਦੇ ਆ, ਨੰਬਰ ਇੱਕੋ ਹੀ ਆ 905 226 86 86। ਪੌਲ ਸਿੱਧੂ ਜੀ ਸਤਿ ਸ਼੍ਰੀ ਅਕਾਲ, ਗਿਲ ਗੁਰਵਿੰਦਰ ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਵੈਰੀ ਮਚ, ਤੁਸੀਂ ਸਾਰਿਆਂ ਨੇ ਜੁਆਇਨ ਕੀਤਾ। ਗੱਲਾਂ ਬਾਤਾਂ ਸੀ ਆਪਣੀ ਜ਼ਿੰਦਗੀ ਦੀਆਂ, ਤੁਹਾਡੀ ਜ਼ਿੰਦਗੀ ਦੀਆਂ ਨੈਗੇਟਿਵਿਟੀ, ਮੈਂ ਕਹਿੰਦੀ ਵਿਆਹ ਤੋਂ ਵੀ ਨੈਗੇਟਿਵਿਟੀ ਸਿੱਖੀ ਜਾ ਸਕਦੀ ਹੈ ਜੀ। ਵਿਆਹਾਂ 'ਚ ਜਿੰਨਾ ਮਰਜ਼ੀ ਖਰਚਾ ਕਰ ਲਈਏ ਲਖਵੀਰ, ਅਸਲ ਦੇ ਵਿੱਚ ਆ ਕੇ ਨੈਗੇਟਿਵਿਟੀ ਤੇ ਹੀ ਆਣਾ। ਉਹ ਉੱਥੇ ਖਾਣੇ ਦੇ ਵਿੱਚ ਤਾਂ ਠੰਡੇ ਚੌਲ ਸੀਗੇ, ਚਿਕਨ ਵੀ ਕਿਸੇ ਕੰਮ ਦਾ ਨਹੀਂ ਸੀਗਾ, ਚਾਹੇ ਮੈਂ ਕਹਿੰਦੀ ਅਗਲਿਆਂ ਦਾ ਘਰ ਵਿਕ ਗਿਆ ਹੋਵੇ, ਪਰ ਫਿਰ ਵੀ ਵਿਆਹ ਦੇ ਵਿੱਚ ਨਗੋਚੀਆਂ ਕੱਢਣੀਆਂ ਹੀ ਕੱਢਣੀਆਂ ਨੇ ਜੀ। ਕਿਹਨਾਂ ਦੇ ਵਿਆਹ 'ਚ ਨਗੋਚੀਆਂ ਹੋਈ ਸੀ ਉਹ ਵੀ ਦੱਸ ਦਿਓ ਹੁਣ। ਸੋ ਥੈਂਕ ਯੂ ਅਮਨ ਭੈਣੇ ਫॉर ਜੁਆਇਨ ਕਰਨ ਲਈ। ਸੋ ਅਮਨ ਭੈਣ ਉਹਨਾਂ ਨੇ ਜੁਆਇਨ ਕੀਤਾ ਜੀ। ਸੋ ਕਮਲ ਜੀ ਅਸੀਂ ਬੈਕ ਹੋਮ +1 +2 ਦੇ ਵਿੱਚ ਇਕੱਠੇ ਪੜ੍ਹਦੇ ਹੁੰਦੇ ਸੀਗੇ ਜੀ। ਸੋ ਇਹ ਭੈਣ ਦੀ ਵੀ ਬਹੁਤ ਸਟਰਗਲ ਰਹੀ ਆ। ਡੇ 1 ਤੋਂ ਮੈਂ ਸਾਡੀ ਕਲਾਸ ਦੇ ਵਿੱਚ ਲਾਈਵ ਐਗਜ਼ਾਮਪਲ ਹੁੰਦੇ ਸੀਗੇ ਇਹ ਪੋਜ਼ਿਟਿਵ ਮਾਈਂਡਸੈਟ ਦੇ। ਮੈਂ ਜਦੋਂ ਇਹਨਾਂ ਦੀ ਪਰਸਨਲ ਲਾਈਫ ਬਾਰੇ ਮੈਨੂੰ ਪਤਾ ਲੱਗਿਆ ਤਾਂ ਮੈਂ ਹੈਰਾਨ ਹੋ ਗਿਆ ਸੀਗਾ। ਹਮੇਸ਼ਾ ਭੈਣ ਹੁਣੀ ਹੱਸਦੇ ਰਹਿੰਦੇ ਹੁੰਦੇ ਸੀ ਕਲਾਸ 'ਚ, ਬਟ ਇਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਸੀਗੀ ਵੀ ਇੰਨੇ ਪਰਸਨਲ ਲਾਈਫ ਦੇ ਵਿੱਚ ਦੁੱਖ ਝੇਲਣ ਦੀ ਬਜਾਏ ਵੀ ਇਹ ਕਿੱਦਾਂ ਖੁਸ਼ ਰਹਿੰਦੇ ਸੀਗੇ। ਸੋ ਥੈਂਕ ਯੂ ਸੋ ਮਚ ਭੈਣੇ ਜੁਆਇਨ ਕਰਨ ਲਈ। ਔਰ ਕਹਿੰਦੇ ਲਖਵੀਰ ਇਜ਼ ਵੈਰੀ ਪ੍ਰੋਫੈਸ਼ਨਲ ਇਨ ਹਿਸ ਵਰਕ। ਥੈਂਕ ਯੂ ਵੀਰ ਜੀ, ਥੈਂਕ ਯੂ ਸੋ ਮਚ ਜੀ। ਬਿਲਕੁਲ, ਔਰ ਤੁਸੀਂ ਵੀ ਆਪਣੇ ਥਾਟਸ ਸਾਡੇ ਨਾਲ ਸ਼ੇਅਰ ਕਰ ਰਹੇ ਆ। ਲਖਵੀਰ ਦਾ ਨੰਬਰ ਮੈਂ ਫੇਰ ਦੇ ਦਾਂ ਕਿ ਕੋਈ ਵੀ ਤੁਹਾਡੇ ਨਾਲ ਇੰਸ਼ੋਰੈਂਸ ਦੀ ਕੋਈ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਆ, ਲਖਵੀਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ। 416
624 9798 416 6249798 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ। ਉੱਥੇ ਹੀ ਆਪਾਂ ਤੁਹਾਨੂੰ ਨੰਬਰ ਦੇ ਦਈਏ ਜੀ ਰੈਨੋਵੇਸ਼ਨ ਵਾਲਿਆਂ ਦਾ। ਸੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਰੈਨੋਵੇਸ਼ਨ ਕਰਵਾਉਣਾ ਚਾਹੁੰਦੇ ਹੈਗੇ ਆ ਤਾਂ ਆਲ ਕਾਈਂਡ ਆਫ ਰੈਨੋਵੇਸ਼ਨ, ਚਾਹੇ ਤੁਸੀਂ ਲੀਗਲ ਬੇਸਮੈਂਟ ਬਣਵਾਉਣੀ ਆ ਜਾਂ ਫਿਰ ਸਾਈਡ ਐਂਟਰੈਂਸ ਥੈਂਕ ਯੂ ਵੈਰੀ ਮਚ, ਥੈਂਕ ਯੂ। ਕਿਚਨ ਤੁਸੀਂ ਜਿਹੜਾ ਹੈਗਾ ਰੈਨੋਵੇਸ਼ਨ ਕਰਵਾਉਣੀ ਆ ਤਾਂ ਤੁਸੀਂ ਹੁੰਦਲ ਰੈਨੋਵੇਸ਼ਨ ਵਾਲਿਆਂ ਨੂੰ ਕਾਲ ਕਰ ਸਕਦੇ ਆ। ਸਿਕਿਉਰਿਟੀ ਕੈਮਰਾ ਦਾ ਵੀ ਪੈਕੇਜ ਤੁਹਾਨੂੰ ਦੇ ਕੇ ਜਾਣਗੇ। ਸੋ ਕਾਲ ਕਰਨੀ ਆ ਜੀ ਤੁਸੀਂ 647 970 40 11 647 970 4011 ਦੇ ਉੱਤੇ ਹੁੰਦਲ ਰੈਨੋਵੇਸ਼ਨ ਵਾਲਿਆਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਇੱਕੋ ਪੈਕੇਜ ਦੇ ਵਿੱਚ ਸਾਰਾ ਕੰਮ ਹੋ ਜਾਣਾ ਜੀ। ਜਿੱਥੇ ਤੁਹਾਡੀ ਰੈਨੋਵੇਸ਼ਨ ਹੋਣੀ ਉੱਥੇ ਤੁਹਾਨੂੰ ਸਿਕਿਉਰਿਟੀ ਵੀ ਦੇ ਦੇਣੀ ਹੈ। ਕਾਲ ਕਿਹਨੂੰ ਕਰਨੀ ਹੈ 647 970 40 11 647 970 4011 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮੈਂ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਵੈਰੀ ਮਚ। ਤੁਸੀਂ ਸਾਰੇ ਜਣੇ ਜੁਆਇਨ ਕਰ ਰਹੇ ਆ। ਅੱਜ ਦਾ ਪ੍ਰੋਗਰਾਮ ਟੌਪਿਕ ਕਿੱਦਾਂ ਲੱਗ ਰਿਹਾ ਉਹ ਵੀ ਜ਼ਰੂਰ ਦੱਸਿਓ ਕਿ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਕੀ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਚੇਂਜ ਲੈ ਕੇ ਆਉਂਦੀਆਂ ਨੇ, ਕੀ ਸਾਡੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈਗਾ ਕਿਸੇ ਨਾਲ ਗੱਲਬਾਤ ਕਰਨਾ ਜਾਂ ਫਿਰ ਆਪਣੇ ਆਪ ਤੱਕ ਗੱਲਾਂ ਬਾਤਾਂ ਸੀਮਿਤ ਰੱਖਣਾ ਜ਼ਰੂਰੀ ਹੈਗਾ। ਇਹ ਵੀ ਹੁੰਦਾ ਲਖਵੀਰ। ਹੁਣ ਹਾਸੇ ਵਾਲੀ ਗੱਲ ਤਾਂ ਹੈਗੀ ਆ ਕਿ ਜੇ ਆਪਾਂ ਕਿਸੇ ਨਾਲ ਗੱਲ ਵੀ ਸ਼ੇਅਰ ਕਰੀਏ ਨਾ ਪਰ ਉਹ ਬੰਦਾ ਟਰਸਟਵਰਦੀ ਨਾ ਹੋਵੇ, ਉਹ ਬੰਦਾ ਦੂਜਿਆਂ ਨੂੰ ਜਾ ਕੇ ਫਿਰ ਆਪਣੇ ਦੁੱਖ ਸੁੱਖ ਵੀ ਸੁਣਾ ਦਿੰਦਾ। ਉਹ ਕਹਿੰਦੇ ਹੁੰਦੇ ਆ ਘਰ ਦਾ ਭੇਤੀ ਲੰਕਾ ਢਾਵੇ, ਉਹ ਗੱਲ ਹੋ ਜਾਂਦੀ ਆ। ਪਰ ਜ਼ਿੰਦਗੀ ਦੇ ਵਿੱਚ ਇੱਕ ਪਰਸਨ ਇਦਾਂ ਦਾ ਰੱਖੋ, ਚਾਹੇ ਫਿਰ ਉਹ ਤੁਹਾਡੇ ਪੇਰੈਂਟਸ ਆ, ਚਾਹੇ ਤੁਹਾਡੇ ਬ੍ਰਦਰ ਸਿਸਟਰ ਆ, ਚਾਹੇ ਤੁਹਾਡਾ ਕੋਈ ਫਰੈਂਡ ਸਰਕਲ ਜਿਹਦੇ ਤੇ ਤੁਸੀਂ ਟਰਸਟ ਕਰ ਸਕੋ। ਇੱਕ ਬੰਦਾ ਜੀ, ਇਹ ਨਹੀਂ ਕਿ ਸਾਰੇ 5-7 ਬੰਦਿਆਂ ਨੂੰ, ਉਹ 5-7 ਬੰਦੇ ਫਿਰ ਇੱਕ ਦੂਜੇ ਨੂੰ ਵੀ ਜਾਣਦੇ ਹੁੰਦੇ ਆ, ਫਿਰ ਉਹ ਤੁਹਾਡੀ ਗੱਲ ਇੱਕ ਜਗ੍ਹਾ ਨਹੀਂ ਰਹਿੰਦੀ। ਉਹ ਕੁਛ ਦੀ ਕੁਛ ਕਹਿੰਦੇ ਹੁੰਦੇ ਕਮਿਊਨੀਕੇਸ਼ਨ ਗੈਪ ਜਿੱਥੇ ਆ ਜਾਵੇ ਉੱਥੇ ਫਿਰ ਉਹ ਇੱਕ ਗੱਲ ਜਿੱਥੋਂ ਸ਼ੁਰੂ ਹੁੰਦੀ ਉਹਦੇ ਤੇ ਕੁਛ ਦਾ ਕੁਛ ਹੀ ਬਣ ਜਾਂਦਾ। ਇਸ ਕਰਕੇ ਜ਼ਿੰਦਗੀ ਦੇ ਵਿੱਚ ਇੱਕ ਪਰਸਨ ਜ਼ਰੂਰ ਹੋਣਾ ਚਾਹੀਦਾ। ਮੇਰੇ ਮੁਤਾਬਿਕ ਤੁਹਾਡੇ ਪੇਰੈਂਟਸ ਇੱਕ ਵੱਡਾ ਇੱਕ ਸੀਕ੍ਰੇਟ ਦੀ ਚਾਬੀ ਹੁੰਦੇ ਆ, ਜਿਹੜੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਗਾਈਡ ਵੀ ਕਰਦੇ ਆ, ਜਿਹੜੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਇਹ ਵੀ ਕਹਿਣਗੇ ਕਿ ਨਹੀਂ ਪੁੱਤਰਾ ਤੂੰ ਆ ਨਹੀਂ ਕਰ ਸਕਦਾ। ਪਰ ਉਹ ਇੱਕ ਮੋਟੀਵੇਸ਼ਨਲ ਥਾਟ ਹੁੰਦਾ, ਉਹਨੂੰ ਤੁਸੀਂ ਮੋਟੀਵੇਸ਼ਨ ਦੇ ਤਰੀਕੇ ਦੇ ਨਾਲ ਲੈ ਕੇ ਜਾਂਦੇ ਆ ਜਾਂ ਉਹਨੂੰ ਤੁਸੀਂ ਡੀਮੋਟੀਵੇਟ, ਮੇਰੇ ਤਾਂ ਬਾਪੂ ਜੀ ਇਦਾਂ ਕਹਿੰਦੇ ਸੀ ਜਾਂ ਮੇਰੀ ਮਾਤਾ ਜੀ ਇਦਾਂ ਕਹਿੰਦੇ ਸੀਗੇ, ਉਹ ਤੁਹਾਡੇ ਤੇ ਡਿਪੈਂਡ ਕਰਦਾ। ਕਿਉਂਕਿ ਜਦੋਂ ਆਪਾਂ ਕਿਸੇ ਮੁਕਾਮ ਤੇ ਪਹੁੰਚਦੇ ਸੀ ਨਾ, ਪਹੁੰਚਦੇ ਹੁੰਨੇ ਆ ਤਾਂ ਫਿਰ ਪੇਰੈਂਟਸ ਦੀਆਂ ਗੱਲਾਂ ਚੇਤੇ ਆਉਂਦੀਆਂ ਕਿ ਉਹਨਾਂ ਨੇ ਸਾਨੂੰ ਆਹ ਚੀਜ਼ ਤੋਂ ਰੋਕਿਆ ਸੀ ਜਾਂ ਆਹ ਚੀਜ਼ ਤੋਂ ਟੋਕਿਆ ਸੀ। ਕੀ ਕਹੋਗੇ ਲਖਵੀਰ? ਬਿਲਕੁਲ ਕਮਲ ਜੀ। ਸੋ ਇਹਦੇ ਵਿੱਚ ਖੁਦ ਐਕਸਪੀਰੀਅੰਸ ਕੀਤਾ। ਸੋ ਮੈਂ ਕਹਿੰਦਾ ਮੇਰੇ ਬੈਸਟ ਫਰੈਂਡ ਫੈਮਿਲੀ ਦੇ ਵਿੱਚ ਜਦੋਂ ਮੇਰੇ ਦਾਦਾ ਹੀ ਸੀ ਜੀ, ਸੋ ਜ਼ਿਆਦਾਤਰ ਮੈਂ ਸਮਾਂ ਆਪਣੇ ਪੇਰੈਂਟਸ ਦੇ ਨਾਲੋਂ ਵੱਧ ਕੇ ਮੈਂ ਉਹਨਾਂ ਨਾਲ ਸਪੈਂਡ ਕੀਤਾ ਜੀ, ਕਿਉਂਕਿ ਫਾਦਰ ਸਾਹਿਬ ਟਰੈਕਿੰਗ ਕਰਦੇ ਸੀਗੇ ਬੈਕ ਹੋਮ ਤੇ ਉਹ ਮੋਸਟ ਆਫ ਦਾ ਟਾਈਮ ਬਾਹਰ ਹੁੰਦੇ ਸੀਗੇ ਤੇ ਬਟ ਦਾਦਾ ਜੀ ਨਾਲ ਇੰਨਾ ਕੁ ਟਾਈਮ ਸਪੈਂਡ ਕੀਤਾ। ਉਹਨਾਂ ਨੇ ਆਲਵੇਜ਼ ਕਹਿਣਾ ਲਖਵੀਰ ਇਦਾਂ ਨਹੀਂ ਆਇਆ ਕਰਨਾ। ਇਵਨ ਦੋ ਤੁਸੀਂ ਬਿਲੀਵ ਕਰੋਗੇ ਸਕੂਲ ਕਾਲਜ ਪੇਰੈਂਟਸ ਮੀਟਿੰਗ ਤੇ ਉਹ ਜਾਂਦੇ ਹੁੰਦੇ ਸੀਗੇ। ਸੋ ਉਹਨਾਂ ਨੇ ਹਮੇਸ਼ਾ ਗੱਲ ਕਰਨੀ ਚੜ੍ਹਦੀ ਕਲਾ ਦੀ, ਮੀਨਸ ਵੀ ਵਧੀਆ ਅਪਲਿਫਟ ਕਰਨਾ। ਤੇ ਉਹਨਾਂ ਨੇ ਹਮੇਸ਼ਾ ਕਹਿਣਾ ਵੀ ਜਦੋਂ ਕੈਨੇਡਾ ਵੀ ਚਲੇ ਗਏ ਉੱਥੇ ਮਿਹਨਤ ਕਰਿਓ, ਓਨੈਸਟੀ ਨਾ ਛੱਡਿਓ, ਵਧੀਆ ਰਹੋ, ਸਾਰਾ ਕੁਛ। ਪਰ ਅੱਜ ਜਿਵੇਂ ਜਿਵੇਂ ਜ਼ਿੰਦਗੀ ਦੇ ਵਿੱਚ ਅੱਗੇ ਵਧ ਰਹੇ ਆ, ਜਦੋਂ ਕੋਈ ਵੀ ਅਚੀਵਮੈਂਟ ਮਿਲਦੀ ਆ ਵੀ ਹਾਂ ਨਾ ਇਹ ਮੈਂ ਚਾਹਿਆ ਸੀ ਇਹ ਮੈਨੂੰ ਮਿਲ ਗਿਆ, ਤੁਸੀਂ ਆਲਵੇਜ਼ ਉਹ ਪਰਸਨ ਨੂੰ ਹਮੇਸ਼ਾ ਮਿਸ ਕਰਦੇ ਹੋ। ਬਿਲਕੁਲ। ਸੋ ਇਹ ਕਦੇ ਨਹੀਂ ਹੁੰਦਾ ਹੈਗਾ ਵੀ ਜਦੋਂ ਜਿਨ੍ਹਾਂ ਨਾਲ ਤੁਹਾਡਾ ਪਿਆਰ ਹੈ ਜਾਂ ਉਦੋਂ ਵੀ ਉਹਨਾਂ ਨੂੰ ਲਿਸਨ ਕਰਦੇ ਸੀਗੇ, ਬਟ ਅੱਜ ਇਹ ਚੀਜ਼ ਦੀ ਘਾਟ ਹਮੇਸ਼ਾ ਰਹਿੰਦੀ ਆ ਵੀ ਜਿਵੇਂ ਜਿਵੇਂ ਅੱਗੇ ਵਧ ਰਹੇ ਆ ਅੱਜ ਆਈ ਵਿਸ਼ ਉਹ ਦੇਖਦੇ ਹੁੰਦੇ ਜੀ। ਸੋ ਹਮੇਸ਼ਾ ਜਿਉਂਦੇ ਜੀ ਆਪਣੇ ਪੇਰੈਂਟਸ ਨੂੰ ਆਪਾਂ ਨੂੰ ਲਿਸਨ ਕਰੀਏ, ਉਹਨਾਂ ਨਾਲ ਸਮਾਂ ਸਪੈਂਡ ਕਰੀਏ। ਸੋ ਇਹ ਲੱਗਦਾ ਹੁੰਦਾ ਵੀ ਜੇ ਸਾਨੂੰ ਪੇਰੈਂਟਸ ਟੋਕਾ ਟਾਕੀ ਕਰਦੇ ਆ ਨਾ ਅਸੀਂ ਬਲੈਸਡ ਆ ਜੀ, ਕਿਉਂਕਿ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਆਪਣੇ ਪੇਰੈਂਟਸ ਨਾਲ ਟਾਈਮ ਨਹੀਂ ਸਪੈਂਡ ਕੀਤਾ ਤੇ ਅੱਜ ਉਹ ਮਿਸ ਕਰਦੇ ਆ, ਉਹਨਾਂ ਕੋਲੇ ਉਹ ਸਮਾਂ ਹੀ ਨਹੀਂ ਹੈਗਾ ਕਮਲ ਜੀ। ਸੋ ਜਿਉਂਦੇ ਜੀ ਉਹਨਾਂ ਦੀ ਰਿਸਪੈਕਟ ਕਰੀਏ ਆਪਾਂ, ਉਹਨਾਂ ਤੋਂ ਉਹਨਾਂ ਦੇ ਜਿਹੜੇ ਲਾਈਵ ਲੈਸਨ ਉਹਨਾਂ ਨੇ ਆਪਣੇ ਐਕਸਪੀਰੀਅੰਸ ਤੋਂ ਸਾਨੂੰ ਟੀਚ ਕਰਨੇ ਆ ਨਾ, ਉਹ ਕਿਤਾਬਾਂ ਵੀ ਨਹੀਂ ਟੀਚ ਕਰਦੀਆਂ। ਬਿਲਕੁਲ ਨਹੀਂ ਕਰਦੀ। ਵਾਰਿਸ ਜੀ ਕਹਿੰਦੇ ਜੀ ਸਾਨੂੰ ਕੋਈ ਕੁਝ ਕਹੇ ਅਸੀਂ ਤਾਂ ਬਲੌਕ ਹੀ ਕਰ ਦਿੰਦੇ ਆ, ਪਰ ਮੇਰੇ ਅਕੋਰਡਿੰਗ ਨਹੀਂ ਕਰਨਾ ਚਾਹੀਦਾ। ਲਖਵੀਰ ਕੀ ਕਹੋਗੇ, ਬਲੌਕ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਦੇਖੋ ਜੀ ਉਹ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ, ਅੱਜ ਦਾ ਆਪਣਾ ਟੌਪਿਕ ਵੀ ਇਹੀ ਆ, ਪੋਜ਼ਿਟਿਵਿਟੀ ਤੇ ਨੈਗੇਟਿਵਿਟੀ ਤੁਹਾਡੇ ਤੇ ਕਿੱਦਾਂ ਇਫੈਕਟ ਕਰਦੀ ਆ। ਹੁਣ ਫੋਰ ਐਗਜ਼ਾਮਪਲ ਹੈ ਮੈਨੂੰ ਕੋਈ ਨੈਗੇਟਿਵ ਕਮੈਂਟ ਕਰ ਰਿਹਾ ਵਾ ਜਾਂ ਮੈਨੂੰ ਕੋਈ ਮੈਸੇਜ ਕਰ ਰਿਹਾ ਜਾਂ ਲਾਈਵ ਦੇ ਵਿੱਚ ਆਪਾਂ ਐਗਜ਼ਾਮਪਲ ਲੈ ਲੈਂਦੇ ਆ ਵੀ ਕੋਈ ਨੈਗੇਟਿਵ ਕਮੈਂਟ ਕਰ ਰਿਹਾ, ਸੋ ਦੈਟ ਮੀਨ ਉਹ ਆਪਣਾ ਮਾਈਂਡ ਜਿਹੜਾ ਸੈੱਟ ਹੈਗਾ ਉਹ ਸ਼ੋ ਕਰ ਰਿਹਾ। ਹੋ ਸਕਦਾ ਜੇ ਉਹ ਕਿਸੇ ਨੂੰ ਨੈਗੇਟਿਵ ਕਮੈਂਟ ਕਰ ਰਿਹਾ, ਹੋ ਸਕਦਾ ਉਹਨੇ ਉਹ
ਉਹਦੀ ਜਿਹੜੀ ਨਰਿਸ਼ਮੈਂਟ ਹੋਈ ਆ ਉਸ এনवायरमेंट ਚ ਹੋਈ ਆ ਵੀ ਉਹਨੇ ਪਹਿਲਾਂ ਨੈਗੇਟਿਵਿਟੀ ਤੇ ਹੀ ਫੋਕਸ ਕਰਨਾ। ਹੁਣ ਇੱਕ ਐਗਜ਼ਾਮਪਲ ਆ, ਹੁਣ ਗਲਾਸ ਦੇ ਵਿੱਚ ਪਾਣੀ ਆ, ਜੇ ਉਹ ਅੱਧਾ ਗਲਾਸ ਦੇ ਵਿੱਚ ਪਾਣੀ ਆ, ਸੋ ਉਹਦੀ ਬੈਟਰ ਐਗਜ਼ਾਮਪਲ ਇਹ ਹੈ ਜਿਹਦਾ ਬੰਦਾ ਪੋਜ਼ਿਟਿਵ ਆ ਉਹ ਇਹ ਕਹੂਗਾ ਵੀ ਅੱਧਾ ਗਲਾਸ ਭਰਿਆ ਹੋਇਆ। ਬਿਲਕੁਲ। ਜਿਹੜਾ ਬੰਦੇ ਨੇ ਸੋਚਣਾ ਹੀ ਨੈਗੇਟਿਵ ਆ ਤੇ ਬੋਲਣਾ ਹੀ ਨੈਗੇਟਿਵ ਆ, ਕਿਹੜਾ ਅੱਧਾ ਗਲਾਸ ਖਾਲੀ ਆ। ਉਹਨੇ ਗੱਲ ਦੀ ਸ਼ੁਰੂਆਤ ਹੀ ਨੈਗੇਟਿਵਿਟੀ ਤੋਂ ਕਰਨੀ ਆ। ਸੋ ਇਹਦੇ ਵਿੱਚ ਬਲੌਕ ਕਰਨਾ ਮੈਨੂੰ ਨਹੀਂ ਲੱਗਦਾ ਵਾਰਿਸ ਭਾਜੀ ਕੋਈ ਵਧੀਆ ਆਪਸ਼ਨ ਹੈਗੀ ਆ। ਇੱਥੇ ਮੈਂ ਥੋੜੇ ਜਿਹੇ ਸਮਾਈਲ ਵੀ ਲਿਆਦਾ ਵਾਰਿਸ ਦੇ ਮੂੰਹ ਤੇ, ਕਹਿੰਦੇ ਹਾਂਜੀ ਜਿਵੇਂ ਪੇਰੈਂਟਸ ਕਹਿੰਦੇ ਰਿਸ਼ਤੇਦਾਰਾਂ ਤੋਂ ਦੂਰ ਰਹਿਣਾ ਚਾਹੀਦਾ। ਬਿਲਕੁਲ ਜੀ। ਕਈ ਵਾਰ ਓਕੇ, ਸੋ ਰਿਸ਼ਤੇਦਾਰਾਂ ਤੋਂ ਹੀ ਚਲੋ ਸਾਰਿਆਂ ਦੇ ਚਿਹਰੇ ਤੇ ਸਮਾਈਲ ਵੀ ਲਿਆ ਦਈਏ। ਕਈ ਵਾਰੀ ਨਾ ਕੀ ਹੁੰਦਾ ਕਿ ਮੈਂ ਕਹਿੰਦੀ ਬਲੌਕ ਨਹੀਂ ਕਰਨਾ। ਥੈਂਕ ਯੂ ਗਗਨ ਵੀਰੇ। ਹਾਂਜੀ, ਸਗੋਂ ਪੋਸਟਾਂ ਪਾ ਕੇ ਕਹਿੰਦੇ ਹੁੰਦੇ ਜਿੰਨਾ ਮੱਚਦੇ ਮਚਾਓ। ਠੀਕ ਹੈ ਜੀ, ਇਹ ਚੀਜ਼ ਹੋਣੀ ਚਾਹੀਦੀ ਹੈ ਕਿਉਂਕਿ ਜਿਹਦੇ ਕੋਲੇ ਜਿਹੜੀ ਚੀਜ਼ ਹੋਊਗੀ ਉਹ ਦਿਖਾਊਗਾ ਤਾਂ ਉਹੀ ਨਾ ਜਿਹਦੇ ਉਹਦੇ ਕੋਲੇ ਕੋਈ ਚੀਜ਼ ਹੋਊਗੀ। ਜਿਹਦੇ ਕੋਲੇ ਕੁਝ ਹੈ ਹੀ ਨਹੀਂ ਉਹ ਦਿਖਾਊਗਾ ਕੀ। ਬਿਲਕੁਲ ਜੀ। ਲਾਈਫ ਦੇ ਵਿੱਚ ਕੁਝ ਤੁਸੀਂ ਅਚੀਵ ਕਰਦੇ ਆ, ਪੋਸਟ ਕਰੋ। ਪੋਸਟ ਕਰਨ ਦਾ ਇਹ ਨਹੀਂ ਮਤਲਬ ਕਿ ਤੁਸੀਂ ਕਿਸੇ ਨੂੰ ਕੋਈ ਦਿਖਾਵਾ ਕਰ ਰਹੇ ਆ, ਤੁਸੀਂ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਆ ਕਿ ਮੈਂ ਜ਼ਿੰਦਗੀ ਦੇ ਵਿੱਚ ਹਾਰਡ ਵਰਕ ਕੀਤਾ ਸੀ, ਮੈਂ ਜ਼ਿੰਦਗੀ ਦੇ ਵਿੱਚ ਹਾਰਡ ਵਰਕ ਕਰਕੇ ਇੱਥੇ ਖੜਾ ਜਿੱਥੇ ਮੈਨੂੰ ਕਦੇ ਕਿਸੇ ਨੇ ਕਿਹਾ ਸੀਗਾ ਕਿ ਉੱਥੇ ਤੱਕ ਤੁਸੀਂ ਪਹੁੰਚ ਨਹੀਂ ਸਕਦੇ ਜਾਂ ਉੱਥੇ ਤੱਕ ਤੁਹਾਡੀ ਪਹੁੰਚ ਹੈ ਨਹੀਂਗੀ ਜਾਂ ਤੁਸੀਂ ਇਹ ਕਰ ਹੀ ਨਹੀਂ ਸਕਦੇ। ਸੋ ਮੇਰੇ ਅਕੋਰਡਿੰਗ ਬਲੌਕ ਨਹੀਂ ਕਰਨਾ ਚਾਹੀਦਾ। ਅੱਜ ਤੱਕ ਮੈਂ ਆਪਣੀ ਆਈਡੀ 'ਚੋਂ ਕਿਸੇ ਨੂੰ ਬਲੌਕ ਨਹੀਂ ਕੀਤਾ। ਹਾਲਾਂਕਿ ਜਦੋਂ ਤੋਂ ਮੈਂ ਕੈਨੇਡਾ ਦੇ ਵਿੱਚ ਆਈ ਹਾਂ, ਬਹੁਤ ਸਫ਼ਰ ਦੇ ਵਿੱਚ ਬਹੁਤ ਜਾਣੇ ਮਿਲੇ ਆ, ਬਹੁਤ ਜਾਣੇ ਵਿਛੜੇ ਵੀ ਆ, ਬਹੁਤ ਜਾਣੇ ਹਜੇ ਤੱਕ ਈਵਨ ਦੋ ਰਿਸ਼ਤੇਦਾਰਾਂ ਦੀ ਗੱਲ ਕੀਤੀ ਨਾ, ਸੋ ਬਹੁਤ ਸਾਰੇ ਰਿਸ਼ਤੇਦਾਰਾਂ 'ਚੋਂ ਵੀ ਇਦਾਂ ਦੇ ਰਿਸ਼ਤੇਦਾਰ ਨੇ ਕਿ ਉਹ ਹਰ ਇੱਕ ਪੋਸਟ ਲਖਵੀਰ ਉਹ ਦੇਖਦੇ ਆ ਪਰ ਲਾਈਕ ਤੇ ਕਮੈਂਟ ਨਹੀਂ ਕਰਦੇ। ਲਾਈਕ ਤੇ ਕਮੈਂਟ ਨਹੀਂ ਕਰਦੇ। ਸੋ ਮੈਨੂੰ ਚਲੋ ਆਪਾਂ ਨੂੰ ਪਤਾ ਲੱਗਦਾ ਮੇਰੇ ਨਾਲ ਹੀ ਆ। ਸੋ ਆਪਾਂ ਨੂੰ ਇਸੇ ਚੀਜ਼ ਦੀ ਖੁਸ਼ੀ ਆ ਕਿ ਐਟਲੀਸਟ ਉਹ ਸਾਨੂੰ ਦੇਖ ਰਹੇ ਆ, ਚਾਹੇ ਉਹਨਾਂ ਦੇ ਮਨ ਦੇ ਵਿੱਚ ਕੁਝ ਵੀ ਆ, ਪਰ ਸਾਨੂੰ ਤਸੱਲੀ ਆ ਕਿ ਬੰਦਾ ਸਾਨੂੰ ਨੋਟਿਸ ਕਰਦਾ ਪਿਆ ਕਿ ਬੰਦਾ ਆਪਣੀ ਜ਼ਿੰਦਗੀ 'ਚ ਕਰ ਕੀ ਰਿਹਾ। ਡਜ਼ਨਟ ਮੈਟਰ ਉਹ ਜ਼ਿੰਦਗੀ 'ਚ ਫੋਨ ਨਾ ਕਰਨ, ਚਾਹੇ ਉਹ ਕਮੈਂਟ ਨਾ ਕਰਨ, ਚਾਹੇ ਡਜ਼ਨਟ ਮੈਟਰ ਸਾਨੂੰ ਲਾਈਕ ਨਾ ਕਰਨ, ਈਵਨ ਤਾਂ ਸਾਡੀ ਫੇਸਬੁੱਕ 'ਚ ਹੋਣ ਵੀ ਨਾ, ਪਰ ਉਹ ਤੁਹਾਡੇ ਪ੍ਰੋਫਾਈਲ ਤੇ ਤੱਕ ਜਾ ਕੇ ਉਹਨੂੰ ਵਿਜ਼ਿਟ ਕਰਦੇ ਆ। ਦੈਟ ਇਜ਼ ਦਾ ਪੋਜ਼ਿਟਿਵ ਪੁਆਇੰਟ ਕਿ ਤੁਸੀਂ ਉੱਥੇ ਉਹਨਾਂ ਵਾਸਤੇ ਮੈਟਰ ਕਰ ਰਹੇ ਆ। ਤੁਸੀਂ ਜਿੱਥੇ ਖੜੇ ਆ ਨਾ ਉਹਨਾਂ ਨੂੰ ਮੈਟਰ ਕਰ ਰਿਹਾ ਕਿ ਇਹ ਬੰਦਾ ਕਰ ਕੀ ਰਿਹਾ ਜ਼ਿੰਦਗੀ ਦੇ ਵਿੱਚ, ਇਹਨੇ ਕੀ ਕੀ ਅਚੀਵ ਕਰ ਲਿਆ ਹੈਗਾ। ਇਹ ਥਾਟ ਮੇਰੇ ਬਾਬਾ ਜੀ ਨੇ ਮੈਨੂੰ ਸਿਖਾਇਆ ਸੀਗਾ। ਸੋ ਮੇਰੇ ਦਾਦਾ ਸਹੁਰਾ ਜੀ ਨੇ, ਸੋ ਮੇਰੇ ਦਾਦਾ ਜੀ ਤਾਂ ਅਸੀਂ ਬਹੁਤ ਛੋਟੇ ਸੀਗੇ ਜਦੋਂ ਐਕਸਪਾਇਰ ਹੋ ਗਏ ਸੀ, ਵਾਹਿਗੁਰੂ ਕੋਲੇ ਚਲ ਗਏ ਸੀਗੇ। ਪਰ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਸੁਪਨਾ ਸੀਗਾ ਕਿ ਮੈਂ ਆਪਣੇ ਬਾਬਾ ਜੀ ਨੂੰ ਦੁਬਾਰਾ ਦੇਖਾਂ, ਉਹਨਾਂ ਦੇ ਨਾਲ ਟਾਈਮ ਸਪੈਂਡ ਕਰਾਂ। ਪਰ ਇਹ ਮੌਕਾ ਮੈਨੂੰ ਉਦੋਂ ਮਿਲਿਆ ਜਦੋਂ ਮੇਰਾ ਵਿਆਹ ਹੋਇਆ ਔਰ ਸਾਡੀ ਫੈਮਿਲੀ ਦੇ ਵਿੱਚ ਹੀ 94 ਜਦੋਂ ਮੇਰਾ ਵਿਆਹ ਹੋਇਆ ਉਹ 90s ਦੇ ਸੀਗੇ। 4 ਸਾਲ ਮੈਂ ਉਹਨਾਂ ਨਾਲ ਬਿਤਾਏ ਲਖਵੀਰ, ਔਰ 4 ਸਾਲਾਂ ਦੇ ਵਿੱਚ ਜੋ ਉਹਨਾਂ ਨੇ ਮੈਨੂੰ ਸਿਖਾਇਆ, ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਚੀਵ ਕੀਤਾ ਸੀ, ਮੈਂ ਕਹਿੰਦੀ ਆ ਉਹ 4 ਸਾਲਾਂ ਦੇ ਵਿੱਚ ਉਹ ਮੈਨੂੰ ਦੇ ਕੇ ਗਏ ਆ। ਔਰ ਜਿਨ੍ਹਾਂ ਦੇ ਸਦਕਾ ਅੱਜ ਤੁਸੀਂ ਸਾਨੂੰ ਇੱਥੇ ਲਾਈਵ ਸੁਣ ਰਹੇ ਆ, ਜਿਨ੍ਹਾਂ ਦੇ ਸਦਕਾ ਉਹਨਾਂ ਨੇ ਮੈਨੂੰ ਇੱਕ ਚੀਜ਼ ਸਿਖਾਈ ਸੀ ਲਖਵੀਰ, ਆਪਣਾ ਹੱਕ ਛੱਡਣਾ ਨਹੀਂ, ਕਿਸੇ ਦਾ ਹੱਕ ਲੈਣਾ ਨਹੀਂ। ਔਰ ਜੇ ਤੁਸੀਂ ਇਹ ਥਾਟ ਲੈ ਕੇ ਚੱਲਦੇ ਆ ਨਾ, ਜ਼ਿੰਦਗੀ ਦੇ ਵਿੱਚ ਉਸ ਰੱਬ ਤੋਂ ਸਿਵਾਏ ਕਿਸੇ ਦੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪੈਂਦੀ। ਬਿਲਕੁਲ। ਵਾਹਿਗੁਰੂ ਨੇ ਵੀ ਸਾਨੂੰ ਇਹੀ ਸਿਖਾਇਆ ਕਿ ਆਪਣੇ ਹੱਕ ਪਿੱਛੇ ਤੁਸੀਂ ਜਦੋਂ ਮਰਜ਼ੀ ਖੜ ਸਕਦੇ ਆ, ਪਰ ਕਿਸੇ ਦਾ ਹੱਕ ਜੇ ਤੁਸੀਂ ਦੱਬ ਕੇ ਆਪਣਾ ਘਰ ਚਲਾਉਂਦੇ ਆ ਨਾ, ਤਾਂ ਕਿਤੇ ਨਾ ਕਿਤੇ ਉਹ ਸਾਡੀ ਚੈਨ ਦੀ ਨੀਂਦ, ਜਿਹੜਾ ਸਾਡਾ ਸਕੂਨ ਹੁੰਦਾ ਉਹ ਖੋ ਜਾਂਦਾ, ਕਿਉਂਕਿ ਆਪਾਂ ਨੂੰ ਪਤਾ ਕਿ ਅਸੀਂ ਕਿਸੇ ਨਾਲ ਗਲਤ ਕੀਤਾ। ਉਹ ਵੀ ਇੱਕ ਨੈਗੇਟਿਵਿਟੀ ਆ, ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਇਦਾਂ ਦਾ ਪਾਰਟ ਆ ਜਿਹੜਾ ਪਤਾ ਤਾਂ ਸਾਨੂੰ ਹੈਗਾ, ਪਰ ਕਈ ਵਾਰੀ ਅਸੀਂ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਆ, ਕਈ ਵਾਰੀ ਦੂਜਿਆਂ ਨੂੰ ਦੱਸਣ ਤੋਂ ਡਰਦੇ ਆ। ਪਰ ਸਾਨੂੰ ਤਾਂ ਪਤਾ ਨਾ ਕਿ ਅਸੀਂ ਕਿਸੇ ਨਾਲ ਗਲਤ ਕੀਤਾ। ਸੋ ਜ਼ਿੰਦਗੀ ਦੇ ਵਿੱਚ ਇਹ ਚੀਜ਼ ਕਦੇ ਨਹੀਂ ਕਰਨੀ ਚਾਹੀਦੀ। ਬੀ ਪੋਜ਼ਿਟਿਵ, ਆਲਵੇਜ਼ ਪੋਜ਼ਿਟਿਵ ਰਹੋ। ਨੈਗੇਟਿਵਿਟੀ ਆਂਦੀ ਆ ਜ਼ਿੰਦਗੀ ਦੇ ਵਿੱਚ, ਕੋਈ ਗੱਲ ਨਹੀਂ। ਵਾਰਿਸ ਕਹਿੰਦੇ ਆ ਹਾਂਜੀ ਰੱਬ ਤੋਂ ਮੰਗਣਾ ਚਾਹੀਦਾ ਹੈਗਾ ਜਿਹੜਾ ਦੇ ਵਾਪਸ ਨਹੀਂ ਲੈਂਦਾ। ਮੇਰਾ ਖਿਆਲ ਇੰਨਾ ਹੀ ਕਮੈਂਟ ਸੀਗਾ ਉਹਨਾਂ ਦਾ। ਸੋ ਯਾ ਕਦੇ ਮਿਹਣੇ ਨਹੀਂ ਮਾਰਦੇ, ਉਹ ਮਿਹਣੇ ਨਹੀਂ ਮਾਰਦੇ। ਵਾਰਿਸ ਭਾਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ। ਸੋ ਇਸ ਕਰਕੇ ਤੁਸੀਂ ਕਾਲ ਵੀ ਕਰ ਸਕਦੇ ਆ। ਕਾਲ ਆਪਣੇ ਕੋਲੇ ਕੋਈ ਨਹੀਂ ਆ ਰਹੀ ਅੱਜ, ਤੁਸੀਂ ਗੱਲ ਬਾਤ ਬਣਦੀ ਨਹੀਂ ਪਈ। ਕਮੈਂਟ ਵੀ ਤੁਸੀਂ ਬਹੁਤ, ਤੁਹਾਡੇ ਮੁਤਾਬਿਕ ਦਾ ਟੌਪਿਕ, ਮੈਂ ਕਹਿੰਦੀ ਗਾਣੇ ਲਾਦਾ ਨਾ ਹੁਣ ਫਟਾਫਟ ਫਰਮਾਇਸ਼ਾਂ ਆ ਜਾਣੀਆਂ, ਕਮਲ ਜੀ ਫਲਾਣਾ ਗਾਣਾ ਪਲੇ ਕਰ ਦਿਓ, ਫਲਾਣਾ ਗਾਣਾ ਪਲੇ ਕਰ ਦਿਓ। ਪਰ ਜਿਹੜੀ ਜ਼ਿੰਦਗੀ ਦੀ ਅਸਲੀ ਮੋਟੀਵੇਸ਼ਨ ਲਾਈਵ ਤੁਹਾਨੂੰ ਐਗਜ਼ਾਮਪਲਸ ਅਸੀਂ ਦੇ ਰਹੇ ਹਾਂ, ਉਹਦੇ ਵਾਸਤੇ ਤੁਸੀਂ ਆਪਣਾ
ਜਿਹੜਾ ਐਕਸਪੀਰੀਅੰਸ ਸ਼ੇਅਰ ਨਹੀਂ ਕਰ ਰਹੇ ਹੈਗੇ, ਜਾਂ ਤਾਂ ਫਿਰ ਤੁਸੀਂ ਆਲਵੇਜ਼ ਕਦੇ ਇਦਾਂ ਦਾ ਐਕਸਪੀਰੀਅੰਸ ਹੀ ਨਹੀਂ ਮਿਲਿਆ ਤੁਹਾਨੂੰ, ਵਧੀਆ ਗੱਲ ਆ। ਜੇ ਇਦਾਂ ਦਾ ਨੈਗੇਟਿਵ ਐਕਸਪੀਰੀਅੰਸ ਕਦੇ ਨਹੀਂ ਮਿਲਿਆ, ਬਹੁਤ ਵਧੀਆ ਗੱਲ ਆ। ਪਰ ਜੇ ਜ਼ਿੰਦਗੀ 'ਚ ਕਦੇ ਇਦਾਂ ਦਾ ਐਕਸਪੀਰੀਅੰਸ ਕੀਤਾ ਹੈਗਾ, ਜ਼ਰੂਰ ਸ਼ੇਅਰ ਕਰੋ। ਨੰਬਰ ਇੱਕੋ ਹੀ ਆ ਸਟੂਡੀਓ ਦਾ 905 226 8686 9052268686। ਇੱਥੇ ਲਖਵੀਰ ਛੋਟੀ ਜੀ ਗੱਲ ਐਡ ਕਰਦੇ ਆ, ਹੁਣੇ ਪੰਜਾਬ ਬਾਰੇ ਆਪਾਂ ਕੁਝ ਕਹਿਣ ਲੱਗ ਜਾਈਏ ਨਾ ਜੀ, ਦੇਖਿਓ ਫਿਰ 50 ਤੋਂ ਉੱਤੇ ਆਪਣੇ ਸ਼ੇਅਰ ਜਾਂਦੇ ਕਿ ਕਮਲ ਜੀ ਹੁਣਾਂ ਦੇ ਸ਼ੋਅ ਤੇ ਅੱਜ ਆਹ ਚੀਜ਼ ਪੰਜਾਬ ਬਾਰੇ ਕਹੀ ਗਈ ਆ, ਜਾਂ ਫਿਰ ਮੈਂ ਮੋਦੀ ਜੀ ਬਾਰੇ ਕੁਝ ਕਹਿ ਦਾਂ ਕਿ ਮੈਂ ਤਾਂ ਉਹਨਾਂ ਨੂੰ ਲਾਈਕ ਕਰਦੀ ਹਾਂ, ਉਹ ਤਾਂ ਬਹੁਤ ਵਧੀਆ ਕਰਦੇ ਪਏ ਆ ਜਿਹੜਾ ਕੁਝ ਕਰਦੇ ਪਏ। ਹੁਣੇ ਮੇਰਾ ਲਾਈਵ ਇੰਨਾ ਸ਼ੇਅਰ ਹੋ ਜਾਊਗਾ ਨਾ ਵੀ ਕਮਲ ਜੀ ਤਾਂ ਵਿਕੇ ਹੋਏ ਆ, ਕਮਲ ਜੀ ਨੂੰ ਤਾਂ ਪੈਸੇ ਮਿਲਦੇ ਪਏ। ਆਪਾਂ ਗੋਦੀ ਮੀਡੀਆ ਚ ਆ ਜਾਣਾ ਬਿਲਕੁਲ, ਅਸੀਂ ਗੋਦੀ ਮੀਡੀਆ 'ਚ ਆ ਜਾਣਾ। ਸੋ ਗੱਲਬਾਤ ਅਸੀਂ ਕਰ ਰਹੇ ਹਾਂ ਜੀ ਨੈਗੇਟਿਵਿਟੀ ਨੂੰ ਲੈ ਕੇ। ਹਾਸੇ ਮਜ਼ਾਕ ਵੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਨੇ, ਪਰ ਹਾਸੇ ਮਜ਼ਾਕ ਦੇ ਨਾਲ ਨਾਲ ਬਹੁਤ ਜ਼ਰੂਰੀ ਹੈ ਜੀ ਇਹ ਗੱਲਾਂ ਡਿਸਕਸ ਹੋਣੀਆਂ, ਇਹ ਗੱਲਾਂ ਤੇ ਗੱਲਾਂ ਬਾਤਾਂ ਕਰਨੀਆਂ, ਕਿਉਂਕਿ ਅਸੀਂ ਵੀ ਆਪਣਾ ਟਾਈਮ ਕੱਢ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਆਉਂਦੇ ਆ, ਪ੍ਰੋਬਲਮਸ ਸ਼ੇਅਰ ਕਰਨ ਆਉਂਦੇ ਆ। ਡਿਪਰੈਸ਼ਨ ਇੱਕ ਜ਼ਿੰਦਗੀ ਦਾ ਇੱਦਾਂ ਦਾ ਹਨੇਰਾਪਨ ਹੈਗਾ ਜਿੱਥੋਂ ਅਸੀਂ ਨਿਕਲ ਸਕਦੇ ਹਾਂ, ਔਰ ਨਿਕਲਣ ਦਾ ਤਰੀਕਾ ਇੱਕੋ ਹੀ ਆ ਜੀ, ਜਦੋਂ ਆਪਾਂ ਕਿਸੇ ਨਾਲ ਗੱਲਾਂ ਸ਼ੇਅਰ ਕਰਦੇ ਹਾਂ। ਜੀ, ਡਜ਼ਨਟ ਮੈਟਰ ਉਹ ਕਿਹੜਾ ਮਰਜ਼ੀ ਜ਼ਰੀਆ ਹੈਗਾ, ਚਾਹੇ ਫਿਰ ਉਹ ਸੋਸ਼ਲ ਮੀਡੀਆ ਹੈਗਾ, ਚਾਹੇ ਗਾਣੇ ਹੈਗੇ ਆ, ਚਾਹੇ ਤੁਹਾਡੇ ਫਰੈਂਡ ਸਰਕਲ ਆ, ਫੈਮਿਲੀ ਆ, ਜਿਹੜਾ ਮਰਜ਼ੀ ਵੇ ਤੁਸੀਂ ਅਪਣਾ ਲਓ, ਪਰ ਉਹ ਡਿਪਰੈਸ਼ਨ ਨੂੰ ਦੂਰ ਕਰਨ ਦਾ ਤਰੀਕਾ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਡਿਪਰੈਸ਼ਨ ਵਰਡ ਕਦੇ ਨਹੀਂ ਸੁਣਿਆ ਸੀ ਲਖਵੀਰ। ਬਿਲਕੁਲ ਜੀ। ਮੈਂ ਮਤਲਬ ਮੈਂ ਕੈਨੇਡਾ ਆ ਕੇ ਫਸਟ ਟਾਈਮ ਮੈਨੂੰ ਰੀਅਲਾਈਜ਼ ਹੋਇਆ ਕਿ ਡਿਪਰੈਸ਼ਨ ਦੀ ਵੀ ਇੰਨੀ ਪ੍ਰੋਬਲਮ ਆ। ਮੈਂ ਉਹੀ ਮਤਲਬ ਮੈਂ ਆਪਣੀ ਜ਼ਿੰਦਗੀ 'ਚ ਇਹ ਵਰਡ ਨਾ ਮੈਂ ਇੰਡੀਆ ਸੁਣਿਆ ਸੀ, ਨਾ ਮੈਂ ਇੱਥੇ ਸੁਣਿਆ ਸੀਗਾ। ਮੈਂ ਤਾਂ ਜਦੋਂ ਸਟੂਡੈਂਟਾਂ ਦੀਆਂ ਹੁਣ ਕਾਲਸ ਜਿੱਦਾਂ ਆਉਂਦੀਆਂ ਨੇ ਸੋਸ਼ਲ ਮੀਡੀਆ ਕਰਕੇ, ਦੀਦੀ ਸਾਨੂੰ ਆਹ ਪ੍ਰੋਬਲਮ ਹੋ ਗਈ ਜਾਂ ਸਾਨੂੰ ਆਹ ਚੀਜ਼ ਦੀ ਹੈਲਪ ਆ, ਜਾਂ ਫੈਮਲੀਜ਼ ਦੀਆਂ ਕਾਲਾਂ ਸਾਨੂੰ ਆਉਂਦੀਆਂ ਨੇ, ਉਦੋਂ ਫਿਰ ਪਤਾ ਲੱਗਦਾ ਵੀ ਡਿਪਰੈਸ਼ਨ ਹੁੰਦਾ ਕੀ ਆ। ਜੀ, ਕਈ ਲੋਕਾਂ ਦੀ ਸੀਰੀਅਸ ਪ੍ਰੋਬਲਮ ਇੰਨੀ ਕੁ ਜ਼ਿਆਦਾ ਹੁੰਦੀ, ਈਵਨ ਦੋ ਕਈ ਇਹ ਕਹਿ ਦਿੰਦੇ ਕਿ ਅਸੀਂ ਸੁਸਾਈਡ ਅਟੈਂਪਟ ਕਰਨ ਤੱਕ ਪਹੁੰਚ ਗਏ ਸੀ। ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹਦੇ ਬਾਰੇ ਸਟੱਡੀ ਕੀਤੀ ਜਾਵੇ ਜਾਂ ਇਹਦੇ ਬਾਰੇ ਗੱਲਬਾਤ ਕੀਤੀ ਜਾਵੇ ਕਿ ਡਿਪਰੈਸ਼ਨ ਅਕਸਰ ਉਹਦੀ ਜੜ ਕੀ ਆ, ਉਹਦਾ ਰੀਜ਼ਨ ਕੀ ਹੋ ਸਕਦਾ। ਬਲਕਾਰ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਸੋ ਡਿਪਰੈਸ਼ਨ ਦੀ ਗੱਲਬਾਤ ਚਲੋ ਲਖਵੀਰ ਚੱਲਦੀ ਹੈ, ਇਹਨੂੰ ਇੰਸ਼ੋਰੈਂਸ ਨਾਲ ਰਿਲੇਟ ਕਰਦੇ ਥੋੜਾ ਜਿਹਾ। ਜੀ, ਜੇ ਕਿਸੇ ਨੂੰ ਐਂਗਜ਼ਾਇਟੀ ਜਾਂ ਡਿਪਰੈਸ਼ਨ ਦੀ ਕੋਈ ਪ੍ਰੋਬਲਮ ਹੈਗੀ ਆ, ਕੀ ਉਹ ਇੰਸ਼ੋਰੈਂਸ ਤੇ ਇਫੈਕਟ ਪਾਉਂਦੀ ਹੈ? ਡੈਫੀਨੇਟਲੀ ਜੀ। ਸੋ ਜਿੱਦਾਂ ਹੁਣ ਆਪਾਂ ਪਹਿਲਾਂ ਮੈਡੀਕਲ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਸੀਗੇ ਵੀ ਹੁਣ ਸਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ ਜਾਂ ਕਿਸੇ ਫੈਮਿਲੀ ਮੈਂਬਰ ਨੇ ਕੈਨੇਡਾ ਵਿਜ਼ਿਟ ਕਰਨਾ, ਜੀ, ਹੁਣ ਮੈਂ ਇੱਕ ਚੀਜ਼ ਆਪ ਫਰੰਟ ਕਲੀਅਰ ਕਰ ਦਿੰਦਾ ਸਾਰੇ ਭੈਣ ਭਰਾਵਾਂ ਨੂੰ, ਜਿਹੜੀਆਂ ਤਾਂ ਐਮਰਜੈਂਸੀ ਮੈਡੀਕਲ ਕਵਰੇजेस ਨੇ ਜੀ, ਨਾ ਤਾਂ ਇਹਨਾਂ ਦੇ ਵਿੱਚ ਡਿਪਰੈਸ਼ਨ ਕਵਰ ਹੈ ਜੀ, ਨਾ ਐਂਗਜ਼ਾਇਟੀ ਕਵਰ ਹੈਗਾ, ਤੇ ਨਾ ਹੀ ਅਲਜ਼ਾਈਮਰ, ਨਾ ਕੋਈ ਵੀ ਪਾਰਕਿੰਸਨ ਡਿਸੀਜ਼ ਜਿਹੜੀਆਂ ਹੁੰਦੀਆਂ ਨੇ ਸਾਨੂੰ ਮਾਈਂਡ ਦੇ ਰਿਲੇਟਡ, ਕੋਈ ਵੀ ਉਹ ਡਿਪਰੈਸ਼ਨ ਰਿਲੇਟਡ ਕਵਰੇਜ ਨਹੀਂ ਹੁੰਦੀ। ਵਾਓ। ਸੋ ਈਵਨ ਦੋ ਕੁਝ ਪਾਲਿਸੀ ਵਰਡਿੰਗ ਦੇ ਵਿੱਚ ਤਾਂ ਇਦਾਂ ਦੀ ਵੀ ਐਕਸਕਲੂਜਨ ਹੁੰਦੀ ਹੈ ਵੀ ਅਗਰ ਡਿਊ ਟੂ ਡਿਪਰੈਸ਼ਨ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹ ਕਵਰ ਨਹੀਂ ਕਰਨਗੇ ਜੀ। ਸੋ ਰਹੀ ਗੱਲ ਉਹਨਾਂ ਭੈਣ ਭਰਾਵਾਂ ਦੀ ਜਿਹੜੇ ਕੈਨੇਡਾ ਦੇ ਵਿੱਚ ਨੇ, ਆਪਣੀਆਂ ਪਰਸਨਲ ਲਾਈਫ ਕ੍ਰਿਟੀਕਲ ਪਾਲਿਸੀਜ਼ ਲੈਣਾ ਚਾਹੁੰਦੇ ਆ, ਡੈਫੀਨੇਟਲੀ ਕੋਈ ਵੀ ਸਾਡੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਆ ਉਹਦਾ ਬਹੁਤ ਮੇਜਰ ਇਫੈਕਟ ਪੈਂਦਾ ਪਾਲਿਸੀਜ਼ ਦੇ ਉੱਤੇ। ਕਈ ਵਾਰੀ ਹੋ ਸਕਦਾ ਸਾਨੂੰ ਉਹ ਪਾਲਿਸੀ ਮਿਲਦੀ ਨਹੀਂ ਹੈਗੀ, ਰੈਗੂਲਰ ਜਿਹੜੀ ਪਾਲਿਸੀ ਹੁੰਦੀ ਹੈ, ਜਾਂ ਫਿਰ ਹਾਈ ਰੇਟ ਦੇ ਉੱਤੇ ਮਿਲਦੀ ਹੈ। ਬਟ ਆਪਣੇ ਕੋਲੇ ਕਿਉਂਕਿ ਆਪਾਂ ਮਲਟੀਪਲ ਕੰਪਨੀਆਂ ਦੇ ਨਾਲ ਡੀਲ ਕਰਦੇ ਆ, ਆਪਣੇ ਕੋਲੇ ਇੰਨੀਆਂ ਕਿ ਕੰਪਨੀਆਂ ਹੈਗੀਆਂ ਕਿ ਅਗਰ ਕੋਈ ਵੀ ਕਿਸੇ ਨੂੰ ਕੋਈ ਵੀ ਪ੍ਰੋਬਲਮ ਆ, ਆਪਾਂ ਸਾਰਿਆਂ ਨੂੰ ਇੰਸ਼ੋਰ ਕਰ ਸਕਦੇ ਆ। ਬਿਲਕੁਲ। ਸੋ ਤੁਹਾਡਾ ਕੋਈ ਵੀ ਕੁਐਸਚਨ ਕੰਸਰਨ ਆ, ਕਿਉਂਕਿ ਹਰ ਇੱਕ ਮੈਡੀਕਲ ਜਿਹੜੀ ਹਿਸਟਰੀ ਆ ਨਾ ਆਪਣੀ, ਉਹ ਹਰ ਇੱਕ ਸਾਡੀ ਜਿਹੜੀ ਇੰਸ਼ੋਰੈਂਸ ਪਾਲਿਸੀ ਆ ਉਹਦੇ ਤੇ ਇਫੈਕਟ ਪਾਉਂਦੀ ਹੈ। ਪਰ ਕਿਹੜੀ ਪਾਲਿਸੀ, ਕਿਹੜੀ ਕੰਪਨੀ ਕੀ ਚੀਜ਼ ਕਵਰ ਕਰਦੀ ਕੀ ਨਹੀਂ ਕਰਦੀ, ਉਹਦੇ ਵਾਸਤੇ ਤੁਸੀਂ ਲਖਵੀਰ ਨਾਲ ਗੱਲਬਾਤ ਕਰਨੀ ਆ। ਲਖਵੀਰ ਦਾ ਨੰਬਰ ਹੈਗਾ ਜੀ 416 624 9798 416 624 9798 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ। ਵਾਰਿਸ ਜੀ ਕਹਿੰਦੇ ਇੰਡੀਆ 'ਚ ਡਿਪਰੈਸ਼ਨ ਹੁੰਦਾ ਹੀ ਨਹੀਂ ਜੀ, ਇੱਥੇ ਹੀ ਕਾਮਨ ਆ। ਪਰ ਮੈਨੂੰ ਲੱਗਦਾ ਵਾਰਿਸ, ਜੇ ਮੈਂ ਰੋਂਗ ਨਹੀਂ ਨਾ, ਉੱਥੇ ਜੇ ਡਿਪਰੈਸ਼ਨ ਹੁੰਦਾ ਵੀ ਹੈ ਨਾ, ਉੱਥੇ ਲੋਕੀ ਕਹਿੰਦੇ ਨੇ ਇਹਨੂੰ ਤਾਂ ਕੋਈ ਭੂਤ ਪ੍ਰੇਤ ਜਾਂ ਕੋਈ ਕਸਰ ਹੋ ਗਈ ਆ, ਬਾਬਿਆਂ ਦੇ ਬਾਬੇ ਵਾਲੇ ਝਾੜੇ ਲਵਾਉਣ ਲੱਗ ਜਾਂਦੇ ਆ ਕਿ ਇਹਨੂੰ ਤਾਂ ਪਤਾ ਨਹੀਂ ਕਾਹਦੀ ਕਸਰ ਹੋ ਗਈ, ਇਹ ਤਾਂ ਬੈਠੇ ਹੀ ਚੀਕਾਂ ਮਾਰਨ ਲੱਗ ਜਾਂਦੇ ਆ ਜਾਂ ਮਨ ਦੇ ਵਿੱਚ ਕੁਝ ਬੋਲਦੇ ਰਹਿੰਦੇ ਆ। ਉਹੀ ਹੈ ਨਾ ਕਮਲ ਜੀ। ਸੋ ਆਪਣੇ ਬੈਕ ਹੋਮ ਚਲੋ ਪ੍ਰੋਬਲਮ ਹੈਗੀ ਆ, ਘੱਟ ਹੈਗੀ ਆ ਇੱਥੋਂ ਦੇ ਕੰਪੈਰੀਜ਼ਨ, ਕਿਉਂਕਿ ਉਹਦੇ ਸੋਸ਼ਲ ਲਾਈਫ ਜ਼ਿਆਦਾ ਆ। ਹੁਣ ਉੱਥੇ ਆਪਾਂ ਘਰ ਦਾ ਮਾਹੌਲ ਦੇਖ ਲਈਏ, ਕਿੰਨੇ ਮੈਂਬਰ ਹੁੰਦੇ ਆ ਘਰੇ। ਹੁਣੀ ਨਿਊਕਲੀਅਰ ਫੈਮਿਲੀ ਬਣਨ ਲੱਗੀ ਆ, ਪਹਿਲਾਂ ਤਾਂ ਜੁਆਇੰਟ ਫੈਮਿਲੀਜ਼ ਦੇ ਵਿੱਚ ਹੀ ਸੀ। ਸੋ ਬੱਚੇ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਇਨਵੋਲਵ ਹੁੰਦੇ ਸੀ। ਹੁਣ ਜਿਵੇਂ ਜਿਵੇਂ ਡੇ ਬਾਏ ਡੇ ਕੀ ਹੁੰਦਾ ਜਾ ਰਿਹਾ, ਟੈਕਨੋਲੋਜੀ
ਦੇ ਪਲੱਸ ਪੁਆਇੰਟ ਵੀ ਨੇ, ਨੈਗੇਟਿਵ ਪੁਆਇੰਟ ਵੀ ਨੇ। ਬਿਲਕੁਲ ਹੈ। ਸੋ ਬੱਚੇ ਆਈਸੋਲੇਟ ਰਹਿਣਾ ਪਸੰਦ ਕਰਦੇ ਆ ਜੀ। ਸੋ ਉਹ ਚੀਜ਼ ਕਿਤੇ ਨਾ ਕਿਤੇ ਲੀਡ ਕਰਦੀ ਆ, ਉਹਦਾ ਇਫੈਕਟ ਪੈਣਾ ਹੀ ਪੈਣਾ ਵਾ। ਉੱਥੇ ਸਾਡਾ ਹੀ ਫਾਲਟ ਆ ਕਿਉਂਕਿ ਅਸੀਂ ਉਹਨਾਂ ਨੂੰ ਪ੍ਰੋਪਰ ਟਾਈਮ ਨਹੀਂ ਦੇ ਪਾਉਂਦੇ ਜਾਂ ਅਸੀਂ ਆਪਣੀਆਂ ਫੀਲਿੰਗਸ ਨੂੰ ਐਕਸਪ੍ਰੈਸ ਨਹੀਂ ਕਰ ਪਾਉਂਦੇ। ਜੇ ਅਡਲਟ ਦੇ ਵਿੱਚ ਵੀ ਪ੍ਰੋਬਲਮ ਆ ਜਾਂਦੀ ਆ, ਅਸੀਂ ਸ਼ੋਅ ਹੀ ਨਹੀਂ ਕਰ ਪਾਉਂਦੇ। ਜੇ ਹੁਣ ਮੰਨ ਲਓ ਸ਼ੋਅ ਵੀ ਕਰਦੇ ਆ, ਹੋ ਸਕਦਾ ਸਾਹਮਣੇ ਵਾਲਾ ਤੁਹਾਨੂੰ ਸੀਰੀਅਸ ਲੈ ਹੀ ਨਹੀਂ ਰਿਹਾ, ਲਿਸਨ ਹੀ ਨਹੀਂ ਕਰ ਰਿਹਾ। ਸੋ ਲੋੜ ਹੁੰਦੀ ਆ ਓਪਨ ਹੋਣ ਦੀ, ਗੱਲਬਾਤ ਕਰਨ ਦੀ। ਫਿਰ ਉਹ ਕਾਫੀ ਹੱਦ ਤੱਕ ਅਸੀਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਆ। ਬਹੁਤ ਭੈਣ ਭਰਾ ਮੈਂ ਬਹੁਤ ਨੇੜਿਓਂ ਦੇਖਿਆ ਜਿਹੜੇ ਡਿਪਰੈਸ਼ਨ ਦੇ ਵਿੱਚ ਆ। ਸੋ ਇਹੀ ਆ ਵੀ ਉਹਨਾਂ ਨਾਲ ਓਪਨ ਅਪ ਹੋਣਾ ਪੈਂਦਾ ਸਾਨੂੰ ਜੀ। ਬਿਲਕੁਲ ਸਨੀ ਜੀ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ। ਔਰ ਵਾਰਿਸ ਕਹਿੰਦੇ ਆ ਇੰਡੀਆ ਜੇ ਸਟ੍ਰੈਸ ਹੁੰਦਾ ਤਾਂ ਘਰਦਿਆਂ ਨੂੰ ਬਿਲਕੁਲ ਡਿਪਰੈਸ਼ਨ ਹੋ ਹੀ ਜਾਂਦਾ। ਠੀਕ ਹੈ ਜੀ। ਸੋ ਬਿਲਕੁਲ ਇਹ ਚੀਜ਼ਾਂ ਹੁੰਦੀਆਂ ਨੇ। ਦੇਖੋ ਅਸੀਂ ਤਾਈਓ ਕਹਿੰਦੇ ਹੁੰਦੇ ਆ ਕਿ ਫੈਮਿਲੀ ਤੁਹਾਡਾ ਇੱਕ ਇਦਾਂ ਦਾ ਸੋਰਸ ਆ ਜਾਂ ਇੱਕ ਇਦਾਂ ਦਾ ਘਰ ਆ ਤੁਹਾਡੇ ਵਾਸਤੇ। ਡਜ਼ਨਟ ਮੈਟਰ ਤੁਸੀਂ ਜਿਹੜੇ ਮਰਜ਼ੀ ਮੁਲਕ 'ਚ ਰਹਿੰਦੇ ਆ, ਜਿੱਥੇ ਮਰਜ਼ੀ ਰਹਿੰਦੇ ਆ, ਤੁਸੀਂ ਆਪਣੀ ਫੈਮਿਲੀ ਨਾਲ ਇਨ ਟੱਚ ਜ਼ਰੂਰ ਰਿਹਾ ਕਰੋ। ਕਿਉਂਕਿ ਜੇ ਤੁਸੀਂ ਫੈਮਿਲੀ ਨਾਲ ਇਨ ਟੱਚ ਰਹੋਗੇ, ਮੈਨੂੰ ਨਹੀਂ ਲੱਗਦਾ ਕਿ ਡਿਪਰੈਸ਼ਨ ਵਰਗਾ ਕੋਈ ਵੀ ਜਿਹੜਾ ਇਦਾਂ ਦਾ, ਮੈਂ ਕੀੜਾ ਹੀ ਕਹੂੰਗੀ ਕਿ ਇਦਾਂ ਦਾ ਕੀੜਾ ਤੁਹਾਡੇ ਨੇੜੇ ਵੀ ਲੰਘ ਜੂਗਾ। ਕਿਉਂਕਿ ਤੁਸੀਂ ਸਵੇਰੇ ਸ਼ਾਮ ਉਹਨਾਂ ਨਾਲ ਗੱਲਬਾਤ ਕਰਦੇ ਆ। ਜਦੋਂ ਆਪਾਂ ਆਪਣੇ ਆਪ ਨੂੰ ਕੱਟ ਆਫ ਕਰ ਦਿੰਦੇ ਆ ਨਾ ਆਪਣੀ ਫੈਮਿਲੀ ਨਾਲੋਂ, ਡਜ਼ਨਟ ਮੈਟਰ ਉਹ ਸਾਡੀ ਵਾਈਫ ਆ, ਸਾਡੇ ਪੇਰੈਂਟਸ ਹੈਗੇ ਆ, ਬ੍ਰਦਰ ਸਿਸਟਰ ਆ, ਤਾਂ ਫਿਰ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਹੁੰਨੇ ਆ। ਕਿਉਂਕਿ ਤੁਸੀਂ ਆਪਣੀਆਂ ਗੱਲਾਂ ਆਪਣੇ ਤੱਕ ਰੱਖਣਾ ਸ਼ੁਰੂ ਕਰ ਦਿੰਦੇ ਆ। ਔਰ ਖਾਸ ਕਰਕੇ ਫਰੈਂਡ ਸਰਕਲ ਦੀ ਮੈਂ ਜੇ ਗੱਲ ਕਰਾਂ, ਫਰੈਂਡ ਸਰਕਲ ਦੇ ਵਿੱਚ ਕਿਤੇ ਨਾ ਕਿਤੇ ਇੱਕ ਦੂਜੇ ਨਾਲ ਗੱਲਬਾਤ ਹੋ ਹੀ ਜਾਂਦੀ ਆ। ਕੋਈ ਤੁਹਾਨੂੰ ਕੁਝ ਕਹਿ ਦਿੰਦਾ ਜਾਂ ਕੋਈ ਵੈਸੇ ਹੀ ਇੱਕ ਦੂਜੇ ਨਾਲ ਖਾਂਦੇ ਪੀਂਦੇ ਗੱਲਾਂ ਬਾਤਾਂ ਹੋ ਜਾਂਦੀਆਂ ਨੇ, ਤਾਂ ਉਹੀ ਚੀਜ਼ ਤੁਹਾਡੇ ਵਾਸਤੇ ਡਿਪਰੈਸਡ ਤੁਹਾਨੂੰ ਕਰਦੀਆਂ ਨੇ। ਪਰ ਜੇ ਤੁਹਾਡੇ ਕੋਲੇ ਤੁਹਾਡੀ ਫੈਮਿਲੀ ਹੈਗੀ ਆ, ਕੋਈ ਬੰਦਾ ਇਹ ਜਿਹਾ ਜਿਹਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ, ਤਾਂ ਉਹ ਨੈਗੇਟਿਵਿਟੀ ਤੁਹਾਡੀ ਲਾਈਫ ਦੇ ਵਿੱਚ ਆਊਗੀ ਹੀ ਨਹੀਂ। ਸੋ ਜਾਂਦੇ ਜਾਂਦੇ ਲਖਵੀਰ ਕੀ ਮੈਸੇਜ ਦੇਣਾ ਚਾਹੁੰਦੇ? ਬਿਲਕੁਲ ਜੀ। ਅਗਰ ਕਿਸੇ ਵੀ ਭੈਣ ਭਰਾ ਦਾ ਕੋਈ ਵੀ ਕੁਐਸਚਨ ਆ ਰਿਗਾਰਡਿੰਗ ਐਨੀ ਪਰਸਨਲ ਇੰਸ਼ੋਰੈਂਸ, ਸੋ ਜ਼ਰੂਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। 7 ਡੇਜ਼ ਆ ਵੀਕ ਮੈਂ ਆਫਿਸ 'ਚ ਵੀ ਅਵੇਲੇਬਲ ਹੁੰਨਾ। ਆਫਿਸ ਲੋਕੇਟਡ ਹੈਗਾ ਬਰੈਂਪਟਨ 에ਅਰਪੋਰਟ ਰੋਡ ਐਂਡ ਕੁਈਨ ਸਟਰੀਟ ਦੇ ਮੇਜਰ ਇੰਟਰਸੈਕਸ਼ਨ ਤੇ, ਟੋਨੀ ਮੈਰੀਟਾਈਮ ਅੰਟਾਰੀਓ ਬੁਲੇਵਾਰਡ ਆਫਿਸ ਦਾ ਐਡਰੈਸ ਹੈ। ਤੇ ਮੇਰਾ ਨੰਬਰ ਹੈ ਜੀ 416 624 9798 416 6249798। ਜੀ ਬਿਲਕੁਲ। ਔਰ ਜਾਂਦੇ ਜਾਂਦੇ ਟੀ ਗਿਲ ਰੀਅਲਟਰਸ ਦਾ ਨੰਬਰ ਵੀ ਤੁਸੀਂ ਨੋਟ ਕਰ ਲਓ। ਸੋ ਕੋਈ ਵੀ ਰੀਅਲ ਸਟੇਟ ਦੀ ਨੀਡ ਹੈਗੀ ਆ, ਤੁਸੀਂ ਆਪਣਾ ਸੁਪਨਿਆਂ ਦਾ ਘਰ ਲੈਣਾ ਚਾਹੁੰਦੇ ਆ, ਜਾਂ ਫਿਰ ਤੁਸੀਂ ਜਿਹੜਾ ਹੈਗਾ ਬਰੈਂਪਟਨ ਦੇ ਵਿੱਚ ਘਰ ਦੇਖ ਰਹੇ ਸੀ, ਇਹਨਾਂ ਕੋਲੇ ਐਕਸਕਲੂਸਿਵ ਪ੍ਰਾਪਰਟੀਆਂ ਨੇ ਬਰੈਂਪਟਨ, ਵੁੱਡ ਸਟਾਕ ਤੇ ਲੰਡਨ ਦੇ ਵਿੱਚ। ਕਿਸੇ ਵੀ ਏਰੀਆ ਦੇ ਵਿੱਚ, ਚਾਹੇ ਉਹ GTA ਆ, GTA ਤੋਂ ਬਾਹਰ ਤੁਸੀਂ ਘਰ ਦੇਖ ਰਹੇ ਆ, ਜ਼ਰੂਰ ਇਹਨਾਂ ਨੂੰ ਕਾਲ ਕਰੋ। ਜੇ ਤੁਹਾਡੀ ਵਧੀਆ ਇਨਕਮ ਹੈਗੀ ਆ, ਗੁੱਡ ਕ੍ਰੈਡਿਟ ਸਕੋਰ ਆ, ਤਾਂ ਤੁਸੀਂ ਜ਼ੀਰੋ ਡਾਊਨ ਪ੍ਰੋਗਰਾਮ ਦੇ ਵਿੱਚ ਵੀ ਐਲੀਜੀਬਲ ਹੋ ਸਕਦੇ ਆ। ਕਾਲ ਕਰਨ ਲਈ ਨੰਬਰ 416 357 8800 416 357 8800 ਦੇ ਉੱਤੇ ਕੋਈ ਵੀ ਤੁਹਾਡਾ ਕੁਐਸਚਨ ਕੰਸਰਨ ਘਰਾਂ ਨੂੰ ਲੈ ਕੇ ਟੀ ਗਿਲ ਰੀਅਲਟਰਸ ਦਾ ਨੰਬਰ ਚੇਤੇ ਰੱਖੋ। 7 ਦਿਨ ਆਫਿਸ ਹੁੰਦੇ ਆ। ਤਾਂ ਇਹਨਾਂ ਦਾ ਆਫਿਸ ਜਿਹੜਾ 에ਅਰਪੋਰਟ ਐਂਡ ਡੇਰੀ ਵਾਲੇ ਪਲਾਜ਼ੇ ਦੇ ਵਿੱਚ ਥੇਮਸ ਗੇਟ ਦੇ ਕੋਲੇ ਹੈਗਾ ਜੀ। ਸੋ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਆ, ਚਾਹੇ ਤੁਸੀਂ ਰੈਂਟਲ ਪ੍ਰਾਪਰਟੀ ਲੈਣੀ ਆ ਜਾਂ ਤੁਸੀਂ ਆਪਣੇ ਵਾਸਤੇ ਪ੍ਰਾਪਰਟੀਆਂ ਲੱਭ ਰਹੇ ਆ, ਵਰਕ ਪਰਮਿਟ ਤੇ ਹੈਗੇ ਆ, ਤੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਦੇ ਓਨਰ ਬਣਨਾ ਚਾਹੁੰਦੇ ਆ, ਤਾਂ ਰੈਂਟ ਟੂ ਓਨ ਪ੍ਰੋਗਰਾਮ ਵੀ ਇਹਨਾਂ ਕੋਲੇ ਹੈਗਾ। ਸੋ ਕਾਲ ਕਰਨ ਲਈ ਨੰਬਰ 416 357 8800। ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਲੱਗਿਆ ਜ਼ਰੂਰ ਕਾਲ ਕਰਕੇ ਦੱਸਿਓ। ਗੁਰਪਿੰਦਰ ਜੀ ਕਹਿੰਦੇ ਡਿਪਰੈਸ਼ਨ ਕੀ ਹੁੰਦਾ? ਸਾਨੂੰ ਤਾਂ ਆਪ ਨਹੀਂ ਪਤਾ ਜੀ ਡਿਪਰੈਸ਼ਨ ਕੀ। ਡਿਪਰੈਸ਼ਨ ਬੇਸਿਕਲੀ ਕੀ ਹੁੰਦਾ ਕਿ ਤੁਹਾਨੂੰ ਜਿਹੜੀਆਂ ਇਮੋਸ਼ਨਸ ਹੈਗੇ ਆ ਕਿ ਤੁਹਾਡੇ ਉਹ ਤੁਸੀਂ ਐਕਸਪ੍ਰੈਸ ਨਹੀਂ ਕਰ ਪਾਉਂਦੇ ਆਪਣੇ ਆਪ ਦੇ ਵਿੱਚ ਹੀ, ਤੁਸੀਂ ਆਈਸੋਲੇਟ ਰਹਿਣਾ ਜ਼ਿਆਦਾ ਲਾਈਕ ਕਰਦੇ ਹੋ। ਸੋ ਤੁਸੀਂ ਫੀਲਿੰਗਸ ਨਹੀਂ ਐਕਸਪ੍ਰੈਸ ਕਰ ਪਾਉਂਦੇ ਆਪਣੀਆਂ, ਜਾਂ ਤੁਹਾਨੂੰ ਲੱਗਦਾ ਹੁੰਦਾ ਵਾ ਵੀ ਬੇਸਿਕਲੀ ਤੁਹਾਡਾ ਕੋਈ ਵੀ ਨਹੀਂ ਹੈਗਾ। ਨੈਗੇਟਿਵ ਥਾਟਸ ਜ਼ਿਆਦਾ ਹਾਵੀ ਹੋ ਜਾਂਦੀਆਂ ਤੁਹਾਡੇ ਮਾਈਂਡ ਤੇ। ਸੋ ਐਸ ਪਰ ਮਾਈ ਨੌਲੇਜ, ਸੋ ਉਹਨੂੰ ਹੀ ਆਪਾਂ ਡਿਪਰੈਸ਼ਨ ਕਹਿੰਦੇ ਆ, ਜਦੋਂ ਅਸੀਂ ਆਪਦੇ ਆਪ ਤੇ ਨੈਗੇਟਿਵ ਥਾਟਸ ਨੂੰ ਹਾਵੀ ਹੋਣ ਦੇ ਦਿੰਦੇ ਆ ਜ਼ਿਆਦਾ। ਸੋ ਕਿਤੇ ਨਾ ਕਿਤੇ ਡਿਪਰੈਸ਼ਨ ਨੂੰ ਹੀ ਲੀਡ ਕਰਦੀਆਂ ਨੇ। ਜੀ ਬਿਲਕੁਲ। ਔਰ ਜਿਹਦਾ ਪੰਜਾਬੀ ਕੁੜੀਆਂ ਨੂੰ ਸੱਸ ਨੂੰ ਠੀਕ ਹੈ ਜੀ, ਇਹ ਵੀ ਆਈ ਡੋਂਟ ਨੋ। ਸੋ ਕਿਸੇ ਹੱਦ ਤੱਕ ਕਹਿ ਸਕਦੇ ਆ, ਪਰ ਸਾਡੀ ਫੈਮਿਲੀ ਚ ਹੈ ਨਹੀਂ ਇਦਾਂ ਦਾ ਕੁਝ। ਸੋ ਮੈਨੂੰ ਨਹੀਂ ਪਤਾ ਬਾਰੇ। ਸੋ ਵੀ ਆਰ ਸੋ ਬਲੈਸਡ। ਅਸੀਂ ਪੋਜ਼ਿਟਿਵ ਹੈਗੇ। ਦੇਖੋ ਕੋਈ ਵੀ ਬਿਲਕੁਲ ਕਿਸੇ ਪੁਆਇੰਟ ਤੱਕ ਤੁਸੀਂ ਕਹਿ ਵੀ ਸਕਦੇ ਹੋ। ਸੋ ਜੇ ਆਪਾਂ ਕਮਲ ਜੀ ਗੱਲ ਕਰੀਏ
ਕੋਈ ਵੀ ਕੰਮ ਆ ਜੀ ਚਾਹੇ ਉਹ ਤੁਸੀਂ ਜੌਬ ਤੇ ਲਾ ਲਓ ਕੁਝ ਵੀ ਲੈ ਲਓ, ਅਗਰ ਤੁਹਾਡੇ ਫੈਮਿਲੀ ਦਾ এনवायरमेंट ਪੋਜ਼ਿਟਿਵ ਆ ਜੀ ਦੈਨ ਤੁਸੀਂ ਗਰੋ ਹੋ ਸਕਦੇ ਹੋ। ਬਿਲਕੁਲ ਹੁਣ ਚਾਹੇ ਸਾਡੇ ਵਾਈਫ ਕੰਮ ਤੇ ਜਾ ਰਹੇ ਆ, ਚਾਹੇ ਆਪਾਂ ਕੰਮ ਤੇ ਜਾ ਰਹੇ ਆ, ਜੀ ਹੁਣ ਆਪਾਂ ਘਰ ਆਉਂਦੇ ਆ, ਮਿਹਨਤ ਕਰਦੇ ਆ, ਜੀ। ਘਰ ਆ ਕੇ ਫੇਰ ਉਹੀ ਨੈਗੇਟਿਵਿਟੀ ਹੋ ਰਹੀ ਆ। ਜੀ ਸੋ ਇੱਕ ਤਾਂ ਬੰਦਾ ਪਹਿਲਾਂ ਹੀ ਕੰਮ ਤੋਂ ਥੱਕਿਆ ਆ ਰਿਹਾ, ਬਿਲਕੁਲ ਇੱਕ ਉੱਪਰ ਦੀ ਘਰੇ ਉਹ ਚੀਜ਼ ਆ, ਉਹ ਉਹਦੀ ਕੰਮ ਵਾਲੀ ਸਟ੍ਰੈਸ ਨੂੰ ਹੈਂਡਲ ਕਰੂਗਾ ਕਿ ਆਪਣੇ ਘਰ ਵਾਲੀ ਸਟ੍ਰੈਸ ਨੂੰ। ਸੋ ਬੈਟਰ ਇਹ ਆ, ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਆ ਵੀ ਐਜ਼ ਲੌਂਗ ਐਜ਼ ਫੈਮਿਲੀ ਦਾ এনवायरमेंट ਬਹੁਤ ਵਧੀਆ ਵਾ। ਸੋ ਦੇयर इज नो ਲਿਮਿਟ ਵੀ ਆਪਾਂ ਕਿੱਥੇ ਤੱਕ ਨਹੀਂ ਜਾ ਸਕਦੇ। ਸੋ ਆਪਾਂ ਮਿਹਨਤ ਕਰ ਸਕਦੇ ਹਾਂ। ਵਾਰਿਸ ਦੇ ਸੱਸ ਨੂੰ ਵਾਲਾ ਤੁਹਾਡੇ ਤੇ ਸਿਨੈਰੀਓ ਲੱਗਦਾ ਨਹੀਂ, ਸੋ ਮੈਨੂੰ ਲੱਗਦਾ ਤੁਸੀਂ ਪਹਿਲਾਂ ਹੀ ਐਕਸਪੀਰੀਅੰਸ ਲਈ ਜਾਂਦੇ ਆ ਵਿਆਹ ਤੋਂ ਪਹਿਲਾਂ ਹੀ ਹੈ ਵੀ ਆਹ ਸਿਨੈਰੀਓ ਮੇਰੇ ਤੇ ਵੀ ਆਉਣ ਵਾਲਾ ਹੀ ਆ ਥੋੜੇ ਟਾਈਮ ਤੱਕ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ 'ਚ ਸ਼ਮੂਲੀਅਤ ਹੋਣ ਲਈ ਜੀ। ਸੋ ਬਹੁਤ ਵਧੀਆ ਕਨਵਰਸੇਸ਼ਨ ਰਹੀ ਸਾਰੇ ਭੈਣ ਭਰਾਵਾਂ ਨਾਲ। ਜੀ ਬਿਲਕੁਲ। ਔਰ ਜਾਂਦੇ ਜਾਂਦੇ ਲਖਵੀਰ ਦਾ ਨੰਬਰ ਇੱਕ ਵਾਰੀ ਫੇਰ, ਸੋ ਤੁਹਾਡੀ ਕੋਈ ਵੀ ਇੰਸ਼ੋਰੈਂਸ ਦੀ ਨੀਡ ਹੈਗੀ ਆ, ਪਰਸਨਲ ਇੰਸ਼ੋਰੈਂਸ ਚਾਹੇ ਲਾਈਫ, ਕ੍ਰਿਟੀਕਲ, ਡਿਸੇਬਿਲਟੀ ਜਾਂ ਫਿਰ ਤੁਸੀਂ ਵਿਜ਼ਟਰ ਸੁਪਰ ਵੀਜ਼ਾ ਦੀ ਕੋਟੇਸ਼ਨਸ ਲੈਣੀਆਂ ਨੇ, RESP ਕਰਵਾਉਣੀ ਆ, ਇਨਵੈਸਟਮੈਂਟਸ ਕਰਨੀਆਂ ਹੈਗੀਆਂ ਨੇ, ਤਾਂ ਜ਼ਰੂਰ ਇੱਕ ਵਧੀਆ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ। ਲਖਵੀਰ ਦਾ ਨੰਬਰ ਹੈਗਾ ਜੀ 416 624 9798 416 62499798 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ। ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਲੱਗਿਆ ਜ਼ਰੂਰ ਮੈਸੇਜ ਕਰਕੇ ਦੱਸਿਓ। ਔਰ ਜੇ ਤੁਸੀਂ ਆਪਣਾ ਵੀ ਪ੍ਰੋਗਰਾਮ ਵੀਕਐਂਡ ਦੇ ਉੱਤੇ, ਕਿਉਂਕਿ ਹੁਣ ਵੀਕਡੇਜ਼ ਸਾਡਾ ਫੁੱਲ ਆ ਜੀ, ਵੀਕਡੇਜ਼ ਦੇ ਉੱਤੇ ਕੋਈ ਸਪੌਟ ਖਾਲੀ ਨਹੀਂ ਹੈਗਾ, ਤੇ ਵੀਕਐਂਡ ਦੇ ਉੱਤੇ ਤੁਸੀਂ ਆਪਣਾ ਪ੍ਰੋਗਰਾਮ ਕਰਨਾ ਚਾਹੁੰਦੇ ਇਸ ਚੈਨਲ ਦੇ ਜ਼ਰੀਏ, ਤਾਂ ਵੀ ਸਾਡੀ ਟੀਮ ਦੇ ਮੈਂਬਰ ਤੁਸੀਂ ਬਣ ਸਕਦੇ ਆ। ਔਰ ਉਹਦੇ ਵਾਸਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਮੇਰਾ ਨੰਬਰ 647 922 55 54 647 922 555 ਇੱਥੇ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਆ ਜੀ। ਅਸੀਂ ਕੱਲ ਨੂੰ ਕੁਲਵੀਰ ਤੇ ਲਵਜੋਤ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ, ਕਿਉਂਕਿ ਵੈਨਸਡੇ ਤੇ ਥਰਸਡੇ ਉਹਨਾਂ ਦੀ ਹਾਜ਼ਰੀ ਹੁੰਦੀ ਜ਼ਿੰਦਗੀ ਜ਼ਿੰਦਾਬਾਦ ਦੀ। ਤੇ ਇੱਥੇ ਮੈਨੂੰ ਤੇ ਲਖਵੀਰ ਨੂੰ ਦਵੋ ਇਜਾਜ਼ਤ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਹਰਦੀਪ ਵੀਰੇ।